ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ PSP ਦੀ ਬੋਰਡ ਦੀਆਂ ਜਿਹੜੀਆਂ ਕਲਾਸਿਸ ਸ਼ੁਰੂ ਕਰ ਰਹੇ ਹੈਗੇ ਆ, ਜੋ ਕਿ ਕੱਲ੍ਹ ਵੀ ਤੁਹਾਨੂੰ ਅਨਾਉਂਸ ਕੀਤਾ ਸੀਗਾ। ਸੋ ਜੋ ਕਿ 6ਵੀਂ ਤੋਂ ਲੈ ਕੇ +2 ਤੱਕ ਦੀਆਂ ਕਲਾਸਿਸ ਨੇਗੀਆਂ, ਜਿਸ ਦੇ ਵਿੱਚ ਜਿਓਗ੍ਰਾਫੀ, ਹਿਸਟਰੀ ਅਤੇ ਸਿਵਿਕਸ ਸਪੈਸ਼ਲੀ। ਓਕੇ, ਇਸ ਤੋਂ ਇਲਾਵਾ ਕੁਝ ਕਲਾਸਾਂ ਇਕਨੋਮਿਕਸ ਦੀਆਂ ਰਹਿਣਗੀਆਂ, ਬਟ ਜ਼ਿਆਦਾਤਰ ਇਕਨੋਮਿਕਸ ਜਿਹੜੀ ਹੈ ਉਸ 'ਤੇ MCQ ਹੀ ਰਹਿਣਗੇ। ਬਾਕੀ ਸਾਰੇ ਸਬਜੈਕਟਾਂ ਦੀਆਂ ਥਿਊਰੀਜ਼ ਜਿਹੜੀਆਂ ਤੁਹਾਨੂੰ 6ਵੀਂ ਤੋਂ ਲੈ ਕੇ +2 ਤੱਕ ਦੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ NCERT ਦੀਆਂ ਵੀ ਜਿਹੜੀਆਂ 6ਵੀਂ ਤੋਂ ਲੈ ਕੇ 7ਵੀਂ ਤੱਕ ਦੇ +2 ਤੱਕ ਦੀਆਂ ਜਿਹੜੀਆਂ ਹੈਗੀਆਂ ਕਲਾਸਿਸ, ਉਹ ਵੀ ਤੁਹਾਨੂੰ ਮੈਂ ਪੰਜਾਬੀ ਦੇ ਵਿੱਚ ਜਿਹੜਾ ਪ੍ਰੋਵਾਈਡ ਕਰੂੰਗਾ। ਸੋ ਇਹ ਕਲਾਸਾਂ ਪ੍ਰੋਵਾਈਡ ਕਰਨ ਦੇ ਲਈ ਤੁਹਾਨੂੰ 2-3 ਫਾਇਦੇ ਹੋ ਜਾਣੇ ਹੈਗੇ ਆ। ਇੱਕ ਤਾਂ ਤੁਸੀਂ ਬੇਸ ਜਿਹੜਾ ਹੈ ਉਹ ਸਮਝ ਸਕੋਗੇ ਕਿ ਕਿੱਥੋਂ ਕਿਹੜੀ ਚੀਜ਼ ਦੀ ਸ਼ੁਰੂਆਤ ਹੋਈ ਹੈ, ਕਿਉਂਕਿ ਇਹ ਬੇਸਿਕ ਚੀਜ਼ਾਂ ਹੈਗੀਆਂ ਨੇਗੀਆਂ। ਓਕੇ, ਇਸ ਤੋਂ ਇਲਾਵਾ ਇਹ ਤੁਹਾਨੂੰ ਜੋ 6ਵੀਂ ਕਲਾਸ ਦੇ ਬੱਚੇ ਨੇ ਉਹਨਾਂ ਦੇ ਲਈ ਵੀ ਹੈਲਪਫੁਲ ਰਹੂਗੀ। ਇਸ ਤੋਂ ਇਲਾਵਾ ਆਪਣੇ ਕੰਪੀਟੀਸ਼ਨ ਐਗਜ਼ਾਮ ਦੇ ਲਈ ਤਾਂ ਹੈਲਪਫੁਲ ਰਹਿਣੀ ਹੈ, ਕਿਉਂਕਿ ਸਾਡਾ ਬੇਸ ਸਟਰਕਚਰ ਤੇ ਬਹੁਤ ਸਾਰੇ ਕੁਐਸਚਨ ਮਾਸਟਰ ਕੇਡਰ, PS ਟੈਟ, ਪੰਜਾਬ ਪੁਲਿਸ ਅਤੇ ਹੋਰ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਂਦੇ ਹੈਗੇ, ਜੋ ਕਿ ਆਪਾਂ ਅੱਗੇ ਤੁਹਾਨੂੰ ਨਾਲ ਡਿਸਕਸ ਕਰਦੇ ਜਾਵਾਂਗੇ ਕਿਹੜਾ ਕਿਹੜਾ ਖੇਤਰ ਅੱਜ ਤੱਕ ਆਉਂਦਾ ਰਿਹਾ ਹੈਗਾ। ਓਕੇ, ਸੋ ਇਸੇ ਤਰੀਕੇ ਨਾਲ ਤੁਹਾਨੂੰ ਸਾਰੀਆਂ ਸੀਰੀਜ਼ ਮਿਲਣਗੀਆਂ ਔਰ ਇਹਨਾਂ ਸਾਰਿਆਂ ਦੀ ਜਿਹੜੀ PDF ਆ ਤੁਹਾਨੂੰ ਐਪ ਦੇ ਉੱਪਰ ਅਵੇਲੇਬਲ ਹੋਵੇਗੀ, ਬਟ ਜਿਹੜੀ ਥਿਊਰੀ ਕਲਾਸ ਹੈ ਉਹ ਤੁਹਾਨੂੰ YouTube ਦੇ ਉੱਪਰ ਸਾਰਿਆਂ ਨੂੰ ਜਿਹੜਾ ਮਿਲ ਜਾਵੇਗੀ। ਠੀਕ ਹੈ, ਗਾਵਾਂਗੇ ਮੀਨਜ਼ ਥਿਊਰੀ ਵਾਲੀ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋਗੇ। ਇਸ ਤੋਂ ਇਲਾਵਾ ਥਿਊਰੀ ਕਲਾਸਿਸ ਦੀਆਂ PDF, ਟੈਸਟ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰਾ ਜਿਹੜਾ ਮਟੀਰੀਅਲ ਹੈ ਜਿਹੜਾ ਉਹ ਤੁਸੀਂ ਰਮਨ ਇੰਸਟੀਟਿਊਟ ਨਾਮ ਦੀ ਐਪ ਹੈ ਜੋ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਉੱਥੇ ਤੁਹਾਨੂੰ ਇਹ ਅਵੇਲੇਬਲ ਕਰ ਦਿੱਤਾ ਜਾਊਗਾ। ਸੋ ਬਹੁਤ ਹੀ ਘੱਟ ਪ੍ਰਾਈਸ ਦੇ ਉੱਪਰ ਰੱਖਿਆ ਗਿਆ ਹੈ ਤਾਂ ਕਿ ਹਰ ਇੱਕ ਜਿਹੜਾ ਹੈ ਇਹਨਾਂ ਕਲਾਸਿਸ ਨੂੰ ਕਲੈਕਟ ਕਰ ਸਕੇ ਅਤੇ ਆਪਣੀ ਪ੍ਰੀਪਰੇਸ਼ਨ ਕਰ ਸਕੇ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤੇ ਇਹ ਸਾਰੀਆਂ ਜਿਹੜੀਆਂ ਕਲਾਸਿਸ ਹੋਣੀਆਂ, ਇਹਨਾਂ ਦਾ ਮੁੱਖ ਮੋਟਿਵ ਹੈ ਕਿ ਜਿਹੜੀ ਕਲਾਸ ਦੇ ਨਾਲ ਰਿਲੇਟਡ ਜਿਹੜੀਆਂ ਇਹ ਕਲਾਸਿਸ ਨੇ ਉਹਨਾਂ ਬੱਚਿਆਂ ਦੇ ਲਈ ਪ੍ਰਿਪੇਅਰ ਕਰਨ ਦੇ ਲਈ, ਯਾਨੀ ਕਿ ਉਹਨਾਂ ਨੂੰ ਪੂਰਾ ਚੈਪਟਰ ਸਮਝਣ ਦੇ ਵਿੱਚ ਮਦਦ ਕਰਨੀ ਹੈ। ਇਸ ਤੋਂ ਇਲਾਵਾ ਜਿਹੜੇ ਬੱਚੇ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਨ੍ਹਾਂ ਦੀ ਨਵੀਂ ਸ਼ੁਰੂਆਤ ਹੈ ਜਾਂ ਜਿਨ੍ਹਾਂ ਨੇ ਕਨਸੈਪਟ ਤਾਂ ਪੜ੍ਹੇ ਨੇ ਬਟ ਹਾਲੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਗੱਲ ਕਿਵੇਂ ਹੋਣ ਦੇ ਵਿੱਚ ਆਈ ਆ, ਉਹਨਾਂ ਨੂੰ ਸਮਝਣ ਦੀ ਮਦਦ ਮਿਲੇਗੀ। ਸੋ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਪਾਂ ਸਾਰੇ ਸੈਸ਼ਨ ਜਿਹੜੇ ਆ ਲਗਾਵਾਂਗੇ, ਜਿਹੜੇ ਕਿ ਤੁਹਾਨੂੰ ਬਹੁਤ ਜ਼ਿਆਦਾ ਹੈਲਪਫੁਲ ਰਹਿਣਗੇ। ਪਹਿਲਾਂ ਆਪਾਂ ਇਹਨਾਂ ਦੀਆਂ ਥਿਊਰੀ ਕਲਾਸਿਸ ਕਰਾਂਗੇ, ਇਸ ਤੋਂ ਬਾਅਦ ਇਹਨਾਂ ਦੇ ਜਿਹੜੇ MCQ ਸੀਰੀਜ਼ ਹੈ ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ ਅਤੇ ਟੈਸਟ ਸੀਰੀਜ਼ ਜਿਹੜੀ ਹੈ ਉਹ ਵੀ ਪ੍ਰੋਵਾਈਡ ਕੀਤੀ ਜਾਊਗੀ। ਉਹ ਤੁਸੀਂ ਐਪ ਦੇ ਉੱਪਰ ਜਾ ਕੇ ਹੀ ਕਲੈਕਟ ਕਰ ਸਕਦੇ ਹੈਗੇ ਹੋਗੇ। ਸੋ ਵੈਸੇ ਤੁਹਾਨੂੰ ਨਹੀਂ ਮਿਲਣਗੇ ਟੈਸਟ। ਓਕੇ, ਤਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਚੈਪਟਰ ਦੇ ਵਿੱਚ। ਚੈਪਟਰ ਦਾ ਨਾਮ ਹੈ ਧਰਤੀ ਦੇ ਜਿਹੜੇ ਪਰਿਮੰਡਲ, ਯਾਨੀ ਕਿ ਧਰਤੀ ਦੀਆਂ ਜਿਹੜੀਆਂ ਲੇਅਰਸ ਨੇਗੀਆਂ ਉਹਨਾਂ ਦੇ ਵਿੱਚ ਕੀ ਕੁਛ ਆਉਂਦਾ ਹੈਗਾ ਗਾ। ਠੀਕ ਹੈ, ਰਿਲਮੈਂਟਸ ਆਫ ਦਾ ਅਰਥ। ਸੋ ਧਰਤੀ ਦੇ ਉੱਪਰ ਕਿਹੜੇ ਮੰਡਲ ਜਿਹੜੇ ਆ ਉਹ ਪਾਏ ਜਾਂਦੇ ਹੈਗੇ ਆ। ਇਹਨਾਂ ਮੰਡਲਾਂ ਨੂੰ ਬਣਨ ਦੇ ਲਈ ਧਰਤੀ ਦੇ ਉੱਪਰ 3 ਤਰ੍ਹਾਂ ਦੇ ਸਟਰਕਚਰ ਦੇਖਣ ਨੂੰ ਮਿਲਦੇ, ਉਹਦੇ ਆਧਾਰ ਦੇ ਉੱਪਰ ਹੀ ਇਹ 3 ਪਰਿਮੰਡਲ ਮਿਲਦੇ ਹੈਗੇ ਨੇਗੇ। ਜਿਵੇਂ ਕਿ ਧਰਤੀ ਦੇ 3 ਪਰਿਮੰਡਲਾਂ ਦੀ ਗੱਲ ਕਰੀਏ, ਇੱਕ ਧਰਤੀ ਆ ਜਾਂਦੀ ਹੈ, ਦੂਸਰਾ ਪਾਣੀ ਆ ਜਾਂਦਾ ਹੈ ਅਤੇ ਤੀਸਰਾ ਹਵਾ ਆ ਜਾਂਦਾ ਹੈ। ਇਹਨਾਂ ਤਿੰਨਾਂ ਨੂੰ ਆਧਾਰ ਬਣਾ ਕੇ ਸਾਡੀ ਧਰਤੀ ਦੇ ਉੱਪਰ ਜਾਂ ਸਾਡੇ ਧਰਤੀ ਦੇ ਸਾਡੇ ਚਾਹੁਣ ਦੇ ਲਈ ਹੈਲਪਫੁਲ ਹੁੰਦਾ ਹੈ, ਉਸ ਦੇ ਲਈ ਇਹ ਸਟਰਕਚਰ ਤਿਆਰ ਕੀਤਾ ਤਾਂ ਕਿ ਉਸ ਦੀ ਸਟੱਡੀ ਵੀ ਕਰ ਸਕੀਏ ਤੇ ਸਮਝ ਵੀ ਸਕੀਏ। ਐਗਜ਼ਾਮਪਲ ਤੌਰ ਤੇ ਸਭ ਤੋਂ ਪਹਿਲਾ ਖੇਤਰ ਆਉਂਦਾ ਹੈਗਾ ਜੀ ਧਰਤੀ ਦੀ ਸਤ੍ਹਾ ਦੇ ਉੱਪਰ ਪਾਣੀ ਦਾ ਖੇਤਰ। ਧਰਤੀ ਦੀ ਸਤ੍ਹਾ ਦੇ ਉੱਪਰ ਪਾਣੀ ਦੀ ਜਿਹੜੀ ਪ੍ਰਤੀਸ਼ਤ ਹੈ ਉਹ ਅਤੇ ਇਸ ਤੋਂ ਹੋਰ ਵੀ ਕਾਫੀ ਸਾਰੇ ਐਗਜ਼ਾਮ ਜਿਨ੍ਹਾਂ ਦੇ ਵਿੱਚ ਜਿਓਗ੍ਰਾਫੀ ਹੁੰਦੀ ਹੈ, ਸੋ ਉਹਨਾਂ ਦੇ ਵਿੱਚ ਇਹ ਅਕਸਰ ਆਉਂਦਾ ਰਹਿੰਦਾ ਹੈਗਾ। 71% ਜਿਹੜਾ ਪਾਣੀ ਹੈ ਧਰਤੀ ਦੇ ਉੱਪਰ, ਅਤੇ ਜਿਹੜਾ ਖੇਤਰ ਪਾਣੀ ਦੇ ਨਾਲ ਢਕਿਆ ਹੋਇਆ ਧਰਤੀ ਦਾ ਉਹਨੂੰ ਕਿਹਾ ਜਾਂਦਾ ਹੈਗਾ ਗਾ ਜਲ ਮੰਡਲ, ਜਿਸ ਨੂੰ ਕਿ ਹਾਈਡਰੋਸਫੀਅਰ ਦੇ ਨਾਮ ਨਾਲ ਵੀ ਜਿਹੜਾ ਹੈ ਜਾਣਿਆ ਜਾਂਦਾ ਹੈਗਾ ਗਾ। ਸੋ ਇਹ ਪਾਣੀ ਦੇ ਆਧਾਰ ਦੇ ਉੱਪਰ। ਦੂਸਰਾ ਖੇਤਰ ਉਹ ਹੈ ਜਿਹੜਾ ਧਰਤੀ ਦੀ ਸਤ੍ਹਾ ਦੇ ਨਾਲ ਠੋਸ ਹਿੱਸਾ ਹੈ, ਜਿਹਨੂੰ ਆਪਾਂ ਕੰਟੀਨੈਂਟ ਕਹਿ ਦਿੰਦੇ ਹੈਗੇ, ਮਹਾਂਦੀਪ ਕਹਿ ਦਿੰਦੇ ਹੈਗੇ, ਉਹ ਵਾਲਾ ਖੇਤਰ। ਸੋ ਇਹ ਜਿਹੜਾ ਪ੍ਰਤੀਸ਼ਤ ਬਣਦਾ ਹੈ ਇਹ ਹੈ 29%। ਇਹ ਵੀ ਇੰਪੋਰਟੈਂਟ ਪੁਆਇੰਟ ਹੈ ਕਿ ਕਿੰਨੇ ਪ੍ਰਤੀਸ਼ਤ ਸਾਡੀ ਧਰਤੀ ਜਿਹੜੀ ਹੈਗੀ ਉਹ ਥਲ ਦੇ ਅਧੀਨ ਆਉਂਦੀ ਹੈਗੀ ਜਾਂ ਠੋਸ ਹਿੱਸੇ ਦੀ ਆਉਂਦੀ ਹੈ, ਤਾਂ 29% ਹਿੱਸਾ ਹੈਗਾ ਗਾ, ਜਿਸ ਨੂੰ ਕਿ ਥਲ ਮੰਡਲ ਕਹਿ ਦਿੰਦੇ ਹੈਗੇ ਅਤੇ ਇਸ ਨੂੰ ਲਿਥੋਸਫੀਅਰ ਦੇ ਨਾਮ ਨਾਲ ਵੀ ਜਾਣ ਲੈਂਦੇ ਆ। ਤੇ ਜਿਓਗ੍ਰਾਫੀ ਦੇ ਵਿੱਚ ਕਈ ਵਾਰ ਪੰਜਾਬੀ ਸ਼ਬਦ ਵਰਤਦੇ ਨਹੀਂਗੇ, ਇੰਗਲਿਸ਼ ਸ਼ਬਦ ਹੀ ਵਰਤ ਲੈਂਦੇ ਆ, ਇਸ ਕਰਕੇ ਇਹਨਾਂ ਨੂੰ ਸਪੈਸ਼ਲੀ ਤੁਸੀਂ ਯਾਦ ਰੱਖਿਓ। ਓਕੇ,
ਸੋ ਇਹਦੀ ਮੈਂ ਪਾਰਟੀਸ਼ਨ ਵੀ ਕਰ ਦਿੱਤੀ ਸੀਗੀ ਡਾਇਗਰਾਮ ਜੀ ਬਣਾ ਕੇ ਕੁਝ ਇਸ ਤਰ੍ਹਾਂ ਦੀ ਕਿ ਵਾਟਰ ਜਿਹੜਾ ਹੈ ਉਹ ਸਾਡੇ ਕੋਲੇ ਤਕਰੀਬਨ 71% ਹੈ, ਜੋ ਕਿ ਤੁਸੀਂ ਇੱਧਰ ਦੇਖ ਸਕਦੇ ਹੈਗੇ ਹੋਗੇ, ਇੰਨਾ ਵੱਡਾ ਖੇਤਰ ਹੋ ਜਾਂਦਾ ਹੈ। ਦੂਸਰਾ ਹੈ ਲੈਂਡ, ਸੋ ਲੈਂਡ ਸਾਡੇ ਕੋਲੇ ਜਿਹੜੀ ਹੈਗੀ 29% ਹੈ। ਸੋ ਐਗਜ਼ਾਮਪਲ ਦੇ ਤੌਰ ਦੇ ਉੱਪਰ ਇਹ ਕਹਿ ਸਕਦੇ ਆ ਕਿ ਸਾਡੇ ਕੋਲੇ ਪਾਣੀ ਬਹੁਤ ਅਧਿਕ ਮਾਤਰਾ ਦੇ ਵਿੱਚ ਹੈ, ਲੈਂਡ ਬਹੁਤ ਥੋੜੀ ਹੈਗੀ ਹੈ ਨਾ। ਬਟ ਇੱਥੇ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਜਿਹੜਾ ਸਾਡਾ 71% ਪਾਣੀ ਹੈ ਇਹ 100% ਜੇਕਰ ਆਪਾਂ ਕਰ ਲੱਗੇ ਤਾਂ ਇਹਦੇ 100% ਦੇ ਵਿੱਚੋਂ 2.50% ਪਾਣੀ ਜਿਹੜਾ ਹੈ ਸਿਰਫ ਉਹੀ ਪੀਣ ਯੋਗ ਹੈ, ਬਾਕੀ ਪਾਣੀ ਜਿਹੜਾ ਹੈਗਾ ਉਹ ਵੇਸਟੇਜ ਹੈ, ਨਮਕੀਨ ਪਾਣੀ ਹੈ ਜਿਸ ਨੂੰ ਅਸੀਂ ਪੀ ਨਹੀਂ ਸਕਦੇ ਹੈਗੇ। ਓਕੇ, ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਕਟਰ ਤੁਹਾਨੂੰ ਅੱਗੇ ਮੈਂ ਦੱਸਦਾ ਰਹੂੰਗਾ। ਸੋ ਕਲਾਸ ਨੂੰ ਪ੍ਰੋਪਰ ਜਿਹੜਾ ਤੁਸੀਂ ਦੇਖਦੇ ਰਹੋ। ਓਕੇ, ਤੀਸਰਾ ਖੇਤਰ ਆ ਗਿਆ ਸਾਡੇ ਕੋਲੇ ਜੀ ਹਵਾ ਦਾ। ਸੋ ਹਵਾ ਦੇ ਪਰਮੰਡਲ ਜਿਹਦੇ ਵਿੱਚ ਵੱਖਰੀਆਂ ਗੈਸਸ ਨੇ ਤੇ ਧਰਤੀ ਨੂੰ ਚਾਰੇ ਪਾਸੇ ਤੋਂ ਹਵਾ ਦੇ ਨਾਲ ਘੇਰਿਆ ਹੋਇਆ ਹੈ, ਉਸ ਖੇਤਰ ਨੂੰ ਕਿਹਾ ਜਾਂਦਾ ਹੈ ਵਾਯੂਮੰਡਲ, ਯਾਨੀ ਕਿ ਐਟਮੋਸਫੇਅਰ। ਇਹ ਅੱਗੇ ਤੁਹਾਨੂੰ ਹੋਰ ਜ਼ਿਆਦਾ ਡੀਪਲੀ ਹੁੰਦੇ ਹੋਏ ਮਿਲ ਜਾਣਗੇ ਜਿਵੇਂ ਆਪਾਂ ਕਲਾਸਾਂ ਜਿਹੜੀਆਂ ਲੱਗਣਗੀਆਂ। ਇਹ ਸਿਰਫ ਬੇਸ ਆ ਜਿੱਥੋਂ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਕੀ ਚੀਜ਼ ਹੈ ਤੇ ਕਿਉਂ ਬਣਾਈ ਗਈ ਹੈ। ਓਕੇ, ਨੈਕਸਟ ਹੈ ਜੀ ਅਗਲੇ 'ਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਥਲ ਮੰਡਲ ਦੀ, ਜਿਸ ਨੂੰ ਲਿਥੋਸਫੀਅਰ ਕਹਿ ਦਿੰਦੇ ਆ। ਲਿਥੋਸਫੀਅਰ ਦੇ ਵਿੱਚ ਕੀ ਕੁਝ ਆਉਂਦਾ ਹੈਗਾ ਤੇ ਕਿਹੜੇ ਫੀਚਰ ਐਡ ਕੀਤੇ ਜਾਂਦੇ ਹੈਗੇ ਆ। ਲਿਥੋਸਫੀਅਰ ਤੋਂ ਮਤਲਬ ਥਲ ਹੈ ਤੇ ਥਲ ਤੋਂ ਮਤਲਬ ਹੈਗਾ ਜੀ ਕਿਸੇ ਤਰ੍ਹਾਂ ਦੀ ਸਖਤ ਪੱਥਰ ਤੋਂ ਬਣੀ ਹੋਈ ਧਰਤੀ ਦੀ ਸਖਤ ਸਤ੍ਹਾ। ਇਹ ਇੱਕ ਹਾਰਡ ਰੌਕਸ ਹੁੰਦੀਆਂ ਨੇਗੀਆਂ ਜਿਹਨੂੰ ਕਿ ਅਸੀਂ ਜ਼ਮੀਨ ਦੇ ਤੌਰ ਦੇ ਉੱਪਰ ਵੀ ਵਰਤ ਲੈਂਦੇ ਆ ਤੇ ਥਲ ਵੀ ਕਹਿ ਦਿੰਦੇ ਆ ਜੀਓਗ੍ਰਾਫੀ ਦੇ ਵਿੱਚ। ਓਕੇ, ਇਹ ਕਿਸ ਤਰ੍ਹਾਂ ਦੀ ਕਹਿ ਸਕਦੇ ਆ ਪਰਤ ਹੈ ਜੋ ਕਿ ਬਹੁਤ ਹਾਰਡ ਰੌਕਸ ਤੋਂ ਬਣੀ ਹੋਈ ਹੈਗੀ ਤੇ ਇੱਕ ਸਤ੍ਹਾ ਦੇ ਵਿੱਚ ਇੱਕ ਲੇਅਰ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ, ਜਿਹਦੇ ਉੱਪਰ ਮਨੁੱਖ ਵੀ ਰਹਿੰਦਾ ਹੈ, ਪੇੜ ਪੌਦੇ ਵੀ ਫਲਦੇ ਫੁੱਲਦੇ ਹੈਗੇ ਆ ਤੇ ਐਗਰੀਕਲਚਰ ਵੀ ਅਸੀਂ ਕਰਦੇ ਹੈਗੇ ਆਂਗੇ। ਓਕੇ, ਸੋ ਇਹਦੇ ਵਿੱਚ ਸਭ ਤਰ੍ਹਾਂ ਦੇ ਜਿਹੜੇ ਛੋਟੇ ਵੱਡੇ ਸਾਨੂੰ ਥਲ ਰੂਪ ਦੇਖਣ ਨੂੰ ਮਿਲਦੇ ਹੈਗੇ ਆ, ਉਗੜ ਦੁਗੜ ਪੱਧਰੇ ਖੇਤਰ ਦੇਖਣ ਨੂੰ ਮਿਲਦੇ ਹੈਗੇ, ਉੱਚੇ ਪਰਬਤ ਦੇਖਣ ਨੂੰ ਮਿਲਦੇ ਆ, ਡੂੰਘੀਆਂ ਘਾਟੀਆਂ ਵੀ ਆ ਤੇ ਵਿਸ਼ਾਲ ਮੈਦਾਨ ਤੇ ਪਠਾਰਾਂ ਦਾ ਵੀ ਜਿਹੜਾ ਹੈ ਇਸ ਥਲ ਮੰਡਲ ਦੇ ਉੱਪਰ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਠੀਕ ਹੈ ਜੀ, ਸੋ ਥਲ ਰੂਪਾਂ ਦੀ ਉਚਾਈ ਇਹ ਬਹੁਤ ਸਾਰੇ ਪੇਪਰਾਂ ਦੇ ਵਿੱਚ ਵੀ ਪੁੱਛਿਆ ਜਾਂਦਾ, ਬਹੁਤ ਸਾਰੇ ਤੁਸੀਂ ਜੀਓਗ੍ਰਾਫੀ ਦੇ ਵਿੱਚ ਪੜ੍ਹਿਆ ਵੀ ਹੋਊਗਾ ਕਿ ਸਮੁੰਦਰ ਤਲ ਦੀ ਉਚਾਈ ਤੋਂ। ਐਗਜ਼ਾਮਪਲ ਦੇ ਤੌਰ 'ਤੇ ਸਭ ਤੋਂ ਸੌਖਾ ਤਰੀਕਾ ਹੈ ਕਿ ਜਦੋਂ ਕਿਤੇ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤੇ ਰੇਲਵੇ ਸਟੇਸ਼ਨ ਦੇ ਉੱਪਰ ਉਤਰਦੇ ਹੋ ਜਾਂ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਜਿਹਾ ਅੱਗੇ ਕ੍ਰੋਸ ਕਰਦੇ ਹੋ ਬਾਈ ਲਾਈਨ ਹੀ, ਤਾਂ ਉੱਥੇ ਕਿਤੇ ਲਿਖਿਆ ਹੁੰਦਾ ਕਿਸੇ ਵੀ ਜਿੱਥੇ ਬੋਰਡ ਲੱਗਿਆ ਹੁੰਦਾ ਹੈਗਾ ਸ਼ਹਿਰ ਜਾਂ ਪਿੰਡ ਦਾ, ਤਾਂ ਉਸ ਖੇਤਰ ਦੇ ਉੱਪਰ ਲਿਖਿਆ ਸਮੁੰਦਰ ਤਲ ਦੀ ਉਚਾਈ ਤੋਂ ਇੰਨਾ ਉੱਚਾ ਹੈ, ਮੀਟਰ ਦੇ ਵਿੱਚ ਲਿਖਿਆ ਹੁੰਦਾ ਹੈਗਾ। ਉਹ ਇਹ ਹੁੰਦਾ ਕਿ ਜਿਹੜਾ ਉਹ ਰੇਲਵੇ ਸਟੇਸ਼ਨ ਹੈਗਾ ਉਹ ਸਮੁੰਦਰ ਤਲ ਦੀ ਉਚਾਈ ਤੋਂ ਕਿੰਨਾ ਮੀਟਰ ਉੱਚਾ ਹੈਗਾ। ਸੋ ਸਾਰੀ ਧਰਤੀ ਨੂੰ ਜਿਹੜਾ ਹੈ ਵੱਖਰੇ ਕੰਟੀਨੈਂਟਾਂ ਦੇ ਵਿੱਚ ਜਿਹੜਾ ਹੈ ਸਮੁੰਦਰ ਤਲ ਦੀ ਉਚਾਈ ਤੋਂ ਹੀ ਮਾਪਿਆ ਜਾਂਦਾ ਹੈ, ਸਤ੍ਹਾ ਤੋਂ ਹੀ ਮਾਪਿਆ ਜਾਂਦਾ ਹੈ, ਕਿਉਂਕਿ ਇੱਥੋਂ ਹੀ ਇਕਾਈ ਮੰਨੀ ਜਾਂਦੀ ਹੈ। ਲੈਂਡ ਦਾ ਘੱਟ ਵੱਡਾ ਹੈ, ਕਿਤੇ ਜ਼ਿਆਦਾ ਮੋਟੀ ਪਰਤ ਮਿਲਦੀ ਹੈ, ਕਿਤੇ ਘੱਟ ਮੋਟੀ ਪਰਤ ਮਿਲਦੀ ਹੈ, ਬਟ ਸਮੁੰਦਰ ਦੀ ਡੂੰਘਾਈ ਇੱਕੋ ਜਿਹੀ ਹੈਗੀ ਆ। ਬਿਲਕੁਲ ਇੱਕ ਪੁਆਇੰਟ ਨਿਰਧਾਰਿਤ ਕਰ ਲਿਆ ਜਾਂਦਾ ਹੈ, ਉੱਥੋਂ ਜਿਹੜਾ ਹੈ ਇਸ ਖੇਤਰ ਨੂੰ ਜਿਹੜਾ ਹੈ ਮੰਨਿਆ ਜਾਂਦਾ ਹੈਗਾ ਤੇ ਉਸ ਦੀ ਜਿਹੜੀ ਹੈ ਉਚਾਈ ਆ ਉਹ ਨਾਪ ਲਈ ਜਾਂਦੀ ਹੈ। ਹਰ ਖੇਤਰ ਦੀ ਹੈਗੀ ਆ, ਚਾਹੇ ਕੋਈ ਵੀ ਖੇਤਰ, ਹਰ ਇੱਕ ਦੀ ਜਿਹੜੀ ਆ ਇੱਥੋਂ ਹੀ ਸਾਨੂੰ ਉਚਾਈ ਮਾਪਣੀ ਪੈਂਦੀ ਹੈਗੀ। ਐਗਜ਼ਾਮਪਲ ਦੇ ਤੌਰ 'ਤੇ ਜੇਕਰ ਅਸੀਂ ਮਾਊਂਟ ਐਵਰੈਸਟ ਦੀ ਗੱਲ ਕਰੀਏ, ਇਹ ਵੀ ਸਮੁੰਦਰ ਤਲ ਦੀ ਉਚਾਈ ਤੋਂ ਮਾਪਿਆ ਜਾਂਦਾ ਹੈ ਜਿੱਥੋਂ ਸ਼ੁਰੂ ਹੁੰਦਾ ਹੈਗਾ। ਓਕੇ, ਅਤੇ ਜਿਹੜਾ ਸਮੁੰਦਰ ਤਲ ਤੋਂ ਮਾਪਿਆ ਜਾਵੇ ਉਹਨਾਂ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਸੰਸਾਰ ਦੀ ਸਭ ਤੋਂ ਉੱਚੀ ਚੋਟੀ, ਸੰਸਾਰ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਪਰਬਤ ਚੋਟੀ, ਉਹ ਹੈ ਮਾਊਂਟ ਐਵਰੈਸਟ, ਜਿਹੜੀ ਕਿ 8848 ਮੀਟਰ ਹੈ। ਇਹ ਨੇਪਾਲ ਦੇਸ਼ ਦੇ ਵਿੱਚ ਪੈਂਦੀ ਹੈਗੀ ਔਰ ਉਸ ਸਥਾਨ ਵਿਖੇ ਇਸ ਨੂੰ ਸਾਗਰ ਮਾਥਾ ਕਿਹਾ ਜਾਂਦਾ ਹੈ। ਓਕੇ, ਉੱਥੇ ਇਸ ਨੂੰ ਸਾਗਰ ਮਾਥਾ ਦੇ ਨਾਮ ਨਾਲ ਜਿਹੜਾ ਹੈ ਜਾਣਿਆ ਜਾਂਦਾ ਹੈਗਾ। ਔਰ ਬਹੁਤ ਸਾਰੇ ਕੰਪੀਟੀਸ਼ਨ ਐਗਜ਼ਾਮ ਵਾਲੀਆਂ ਬੁੱਕਸ ਦੇ ਵਿੱਚ ਜਾਂ ਨੈੱਟ ਦੇ ਉੱਪਰ ਵੀ ਹੋ ਸਕਦਾ ਹੈ ਕਿ ਤੁਹਾਨੂੰ ਜਿਹੜਾ ਹੈ ਇਹਦੀ ਉਚਾਈ ਅੱਜ ਕੱਲ੍ਹ 8850 ਮੀਟਰ ਦੇਖਣ ਨੂੰ ਮਿਲਦੀ ਹੈ, ਬਟ ਪੁਰਾਣੀਆਂ ਬੁੱਕਸ ਜਾਂ ਜ਼ਿਆਦਾਤਰ ਜਿਹੜਾ ਡਾਟਾ ਪ੍ਰਯੋਗ ਕੀਤਾ ਜਾਂਦਾ ਉਹ 8848 ਮੀਟਰ ਹੀ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਰਕੇ ਇਹਦੇ ਵਿੱਚ 48 ਮੀਟਰ ਹੈ, ਬਟ ਜਿਓਗ੍ਰਾਫੀ ਦੇ ਜਦੋਂ ਪੇਪਰ ਦੇ ਵਿੱਚ ਕੋਈ ਸਵਾਲ ਆਉਂਦਾ ਤਾਂ ਅਕਸਰ ਉਹਦੇ ਵਿੱਚ ਥੋੜ੍ਹਾ ਬਹੁਤਾ ਡਾਟਾ ਇੱਧਰ ਉੱਧਰ ਕਰ ਦਿੰਦੇ ਆ, ਮੀਨਸ 50 ਮੀਟਰ ਵੀ ਪੁੱਛ ਲੈਂਦੇ ਹੁੰਦੇ ਆ। ਓਕੇ, ਇਸ ਕਰਕੇ ਮੈਂ ਨਾਲ ਮੈਂਸ਼ਨ ਕਰ ਦਿੱਤਾ ਹੈ। ਦੂਸਰਾ ਹੈ ਜੀ ਕਿ ਸੰਸਾਰ ਦੇ ਸਭ ਤੋਂ ਨੀਵੀਂ ਖਾਈ, ਸਭ ਤੋਂ ਡੂੰਘਾ ਪੁਆਇੰਟ ਜਿਹੜਾ ਕਿ ਮਰੀਨਾ ਖੱਡ ਜਾਂ ਮਰੀਨਾ ਖਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਦੀ ਹਾਈਟ ਹੈ ਡੂੰਘਾਈ ਦੇ ਵਿੱਚ 10,911 ਮੀਟਰ। 10,911 ਮੀਟਰ ਜਿਹੜਾ ਹੈ ਡੂੰਘੀ ਹੈਗੀ ਜੋ ਕਿ ਸੰਸਾਰ ਦਾ ਹੁਣ ਤੱਕ ਦਾ ਖੋਜਿਆ ਗਿਆ ਸਭ ਤੋਂ ਡੂੰਘਾ ਪੁਆਇੰਟ ਹੈ, ਇਸ ਖੇਤਰ ਤੋਂ ਮਾਪਿਆ ਜਾਂਦਾ ਹੈਗਾ। ਓਕੇ, ਔਰ ਇਸ ਦੇ ਵਿੱਚ ਮਾਊਂਟ ਐਵਰੈਸਟ ਵੀ ਜਿਹੜੀ ਉਹ ਡੁੱਬ ਸਕਦੀ ਹੈ, ਯਾਨੀ ਕਿ ਇਹ ਡੂੰਘਾ ਇੰਨਾ ਖੇਤਰ ਹੈਗਾ। ਆਸਟ੍ਰੇਲੀਆ ਦੇ ਨਾਲ ਪੈਂਦਾ ਹੈਗਾ ਇਹ ਖੇਤਰ। ਠੀਕ ਹੈ, ਸੋ ਇਸ ਤਰੀਕੇ ਨਾਲ ਉੱਪਰਲੀ ਸਾਈਡ ਦੇ ਵਿੱਚ ਚਾਈਨਾ ਆ ਜਾਂਦਾ ਹੈ, ਸਾਡਾ ਫਿਲੀਪੀਨ ਜਿਹੜਾ ਹੈ ਕੰਟੀਨੈਂਟ ਆ ਜਾਂਦਾ ਹੈ, ਦੇਸ਼ ਆ ਜਾਂਦਾ ਸੌਰੀ। ਸੋ ਇਸ ਸਥਾਨ ਵਿਖੇ ਤੁਸੀਂ ਦੇਖ ਸਕਦੇ ਹੈਗੇ ਹੋਗੇ ਮੈਰੀਨਾ ਟ੍ਰੈਂਚ। ਨੀਚੇ ਇਸ 'ਤੇ ਜਿਹੜਾ ਹੈ ਆਸਟ੍ਰੇਲੀਆ ਪੈ ਜਾਂਦਾ ਹੈਗਾ ਔਰ ਇਹਦੇ ਕੋਲ ਹੀ ਇੱਕ ਚੈਲੰਜਰ ਦੀਪ ਨਾਮ ਦੀ ਜਿਹੜੀ ਖਾਈ ਵੀ ਪੈਂਦੀ ਹੈਗੀ। ਸੋ ਇਹ ਦੋਨੋਂ ਇਕੱਠੀਆਂ ਹੈਗੇ ਨੇ, ਬਟ ਮੈਰੀਨਾ ਟ੍ਰੈਂਚ ਜਿਹੜੀ ਹੈ ਇਸ ਸੰਸਾਰ ਦਾ ਸਭ ਤੋਂ ਡੂੰਘਾ ਪੁਆਇੰਟ ਕਹਾਉਂਦਾ ਹੈ। ਕਲੀਅਰ ਹੈ ਜੀ? ਇਹਨੂੰ ਪਲੀਜ਼ ਧਿਆਨ ਦੇ ਨਾਲ ਸੁਣਿਓ ਤੇ ਇਸ ਨੂੰ ਰਿਵੀਜ਼ਨ ਦੇ ਤੌਰ 'ਤੇ 2-3 ਵਾਰੀ ਜਿਹੜਾ ਹੈ ਜ਼ਰੂਰ ਦੇਖਿਓ। ਤੁਸੀਂ ਇੱਕ ਵਾਰ ਯਾਦ ਕਰ ਲਿਆ ਤਾਂ ਦੁਬਾਰਾ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਇਹ ਮੇਰੀ ਗਾਰੰਟੀ ਹੈ।
ਬਟ ਇਹ ਹੈ ਕਿ ਤੁਸੀਂ ਪ੍ਰੋਪਰ ਕਲਾਸ ਸੁਣੀ ਹੋਵੇ ਤੇ ਪੁਆਇੰਟਸ ਨੋਟ ਕੀਤੇ ਹੋਣ ਅਤੇ ਉਹਨੂੰ 2-3 ਵਾਰੀ ਆਪਣੇ ਮਾਈਂਡ ਦੇ ਵਿੱਚ ਰੱਖਿਆ ਹੋਵੇ, ਫਿਰ ਇਹ ਪੋਸੀਬਲ ਹੋਵੇਗਾ, ਵੈਸੇ ਨਹੀਂ ਹੋਊਗਾ। ਓਕੇ, ਇੱਕ ਸਵਾਲ ਹੋਰ ਵੀ ਪੁੱਛ ਲੈਂਦੇ ਹੁੰਦੇ ਆ ਕਿ ਮੈਰੀਨਾ ਟ੍ਰੈਂਚ ਜਿਹੜਾ ਹੈ ਇਹ ਕਿਹੜੇ ਮਹਾਸਾਗਰ ਦੇ ਵਿੱਚ ਸਥਿਤ ਹੈ, ਤੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਥਿਤ ਹੈ। ਨਾਲ ਕੁਝ ਹੋਰ ਪੁਆਇੰਟਸ ਵੀ ਤੁਹਾਨੂੰ ਮੈਂ ਮੈਂਸ਼ਨ ਕਰਦਾ ਜਾਊਂਗਾ। ਪ੍ਰਸ਼ਾਂਤ ਮਹਾਸਾਗਰ, ਜਿਹਨੂੰ ਪੈਸੀਫਿਕ ਓਸ਼ਨ ਕਹਿੰਦੇ ਹੈਗੇ ਆ, ਉਸ ਦੇ ਵਿੱਚ ਸਥਿਤ ਹੈ। ਨੈਕਸਟ ਹੈ ਜੀ, ਧਰਤੀ ਦੀ ਸਤ੍ਹਾ ਦੇ ਉੱਪਰ ਪਾਏ ਜਾਣ ਵਾਲੇ ਭੂ ਰੂਪ ਜਿਹੜੇ ਲੈਂਡ ਫਾਰਮ ਨੇਗੇ ਉਹਨਾਂ ਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈਗਾ ਗਾ। 3 ਹਿੱਸੇ ਕਿਹੜੇ ਹੈ? ਸੋ ਪਹਿਲਾ ਹੈ ਪਹਾੜ, ਯਾਨੀ ਮਾਊਂਟਨ ਰੇਂਜ ਜਿਹੜੀ ਹੈ ਉਸ ਨੂੰ ਕਹਿ ਦਿੰਦੇ ਹੈਗੇ ਇਹ ਲੈਂਡ ਦੇ ਉੱਪਰ ਹੀ ਦੇਖਣ ਨੂੰ ਮਿਲਦੇ ਹੈਗੇ ਆ। ਦੂਸਰਾ ਖੇਤਰ ਹੈ ਪਠਾਰ ਜੀ, ਜਿਹਨੂੰ ਪਲੇਟੂ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਗਾ, ਤੇ ਜਿਨ੍ਹਾਂ ਦੀ ਸ਼ੇਪ ਅਕਸਰ ਟੇਬਲ ਵਰਗੀ ਹੁੰਦੀ ਹੈਗੀ। ਤੀਸਰਾ ਹੈ ਜੀ ਮੈਦਾਨ, ਪਲੇਨ ਖੇਤਰ, ਇਹ ਤੁਹਾਨੂੰ ਪਤਾ ਹੀ ਹੈਗਾ ਗਾ, ਠੀਕ ਹੈ, ਜੋ ਕਿ ਪੱਧਰੇ ਖੇਤਰ ਹੁੰਦੇ ਆ, ਜਿੱਥੇ ਐਗਰੀਕਲਚਰ ਹੁੰਦੀ ਹੈ, ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਰਹਿੰਦੀ ਹੈ, ਇਹ ਸਾਰੇ ਖੇਤਰ ਨੂੰ ਕਿਹਾ ਜਾਂਦਾ ਹੈ ਪਲੇਨ ਏਰੀਆ। ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਮੈਦਾਨ ਤੇ ਗੰਗਾ ਬ੍ਰਹਮਪੁੱਤਰ ਦੇ ਮੈਦਾਨ ਜਿਹੜੇ ਆ ਉਹ ਮਸ਼ਹੂਰ ਹੈਗੇ ਭਰ ਦੇ ਵਿੱਚ। ਨੈਕਸਟ ਹੈ ਜੀ ਪਹਾੜ। ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਪਹਾੜ ਕਿਸ ਤਰ੍ਹਾਂ ਦੇ ਹੁੰਦੇ ਆ, ਪਹਾੜ ਕਿਹੜੇ ਹੈਗੇ ਨੇ ਦੁਨੀਆ ਦੇ ਵਿੱਚ। ਸੋ ਪਹਾੜ ਉਹ ਥਲ ਰੂਪ ਹੁੰਦੇ ਹੈਗੇ ਆ ਜੋ ਆਪਣੇ ਆਲੇ ਦੁਆਲੇ ਦੇ ਸਤਲ ਤੋਂ ਉੱਚੇ ਹੁੰਦੇ ਹੈਗੇ ਆ, ਵੱਖੀਆਂ ਤੋਂ ਢਲਾਨਦਾਰ ਅਤੇ ਉੱਪਰਲੇ ਸਿਰਿਆਂ ਤੋਂ ਤਿਕੋਣੇ ਹੁੰਦੇ ਹੈਗੇ ਆ। ਅਕਸਰ ਤੁਸੀਂ ਪਹਾੜਾਂ ਨੂੰ ਦੇਖਿਆ ਹੋਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਮੂਵੀਜ਼ ਦੇ ਵਿੱਚ, ਬਹੁਤਿਆਂ ਨੇ ਟੂਰ ਦੇ ਉੱਪਰ ਜਾਂ ਟ੍ਰਿਪ ਦੇ ਉੱਪਰ ਵੀ ਗਏ ਹੋਣਗੇ। ਓਕੇ, ਇਹ ਸਾਰੇ ਤੁਸੀਂ ਬੜੇ ਆਸਾਨੀ ਦੇ ਨਾਲ ਡਿਫਾਈਨ ਕਰ ਸਕਦੇ ਹੈਗੇ ਹੋਗੇ। ਸੋ ਇਹਨਾਂ ਦਾ ਜਿਹੜਾ ਮਤਲਬ ਸਾਰੇ ਪਰਬਤ ਹੁੰਦੇ ਹੈਗੇ ਆ, ਜਦੋਂ ਇਹ ਇਕੱਠੇ ਰੂਪ ਦੇ ਵਿੱਚ ਹੁੰਦੇ ਹੈਗੇ ਅੱਗੇ, ਤਾਂ ਇਹ ਇਕੱਠੇ ਹੋਏ ਰੂਪ ਨੂੰ ਪਰਬਤ ਲੜੀ ਦੇ ਰੂਪ ਦੇ ਵਿੱਚ ਜਾਂ ਪਰਬਤ ਸ਼੍ਰੇਣੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈਗਾ ਗਾ। ਅੱਛਾ, ਦੋਨਾਂ ਦੇ ਵਿੱਚ ਕੀ ਫਰਕ ਹੈ? ਇੱਕ ਪਹਾੜ ਹੈ, ਇੱਕ ਪਰਬਤ ਲੜੀ ਹੈ। ਪਹਾੜ ਦਾ ਮਤਲਬ ਹੈ ਇੱਕ ਪਹਾੜ। ਜਦੋਂ ਆਪਾਂ ਪਰਬਤ ਲੜੀ ਦੀ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਪਰਬਤ ਜਾਂ ਬਹੁਤ ਸਾਰੇ ਪਹਾੜ ਇਕੱਠੇ ਹੋ ਜਾਂਦੇ ਹੈ ਜੋ ਕਈ ਕਿਲੋਮੀਟਰ ਤੱਕ ਲੰਬੇ ਚੱਲਦੇ ਹੈਗੇ ਆ, ਉਹਨੂੰ ਕਹਿ ਦਿੰਦੇ ਆਪਾਂ ਪਰਬਤ ਲੜੀਆਂ। ਸੋ ਆਪਾਂ ਅੱਗੇ ਗੱਲ ਕਰਾਂਗੇ ਸੰਸਾਰ ਦੀਆਂ ਪ੍ਰਸਿੱਧ ਪਰਬਤ ਲੜੀਆਂ, ਜਿਨ੍ਹਾਂ ਦੇ ਵਿੱਚੋਂ ਪ੍ਰਸਿੱਧ ਪਰਬਤ ਲੜੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਉਂਦੀ ਹੈ ਏਸ਼ੀਆ ਦੀ ਹਿਮਾਲਿਆ ਪਰਬਤ ਸ਼੍ਰੇਣੀ, ਜਿਹੜੀ ਕਿ ਸਾਡੇ ਭਾਰਤ ਦੇ ਉੱਤਰ ਦੇ ਵਿੱਚ ਪੈਂਦੀ ਹੈਗੀ ਤਕਰੀਬਨ 2500 ਕਿਲੋਮੀਟਰ ਦੇ ਕਰੀਬ ਹੈਗੀ ਇਹ। ਓਕੇ, ਜੇਕਰ ਹੁਣ ਇਹਦੀ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀਏ, ਪੂਰਾ ਜਿਹੜਾ ਹੈ ਹਿਮਾਲਿਆ ਪਰਬਤ ਉਹ 2500 ਕਿਲੋਮੀਟਰ ਜਿਹੜਾ ਹੈ ਲੰਬਾ ਹੈ ਤਕਰੀਬਨ, ਠੀਕ ਹੈ। ਬਟ ਜੇ ਆਪਾਂ ਇਹਦੇ ਉੱਪਰ ਇੱਕ ਪਹਾੜ ਦੀ ਗੱਲ ਕਰੀਏ, ਇੱਕ ਚੋਟੀ ਦੀ ਗੱਲ ਕਰੀਏ, ਤਾਂ ਉਹ ਮਾਊਂਟ ਐਵਰੈਸਟ ਆ ਜਾਂਦੀ ਹੈਗੀ, ਠੀਕ ਹੈ। ਐਗਜ਼ਾਮਪਲ ਦੇ ਤੌਰ ਤੇ ਤਾਂ ਕਿ ਤੁਸੀਂ ਇਸ ਨੂੰ ਜਿਹੜਾ ਹੈ ਅੰਡਰਸਟੈਂਡ ਕਰ ਸਕੋ। ਉਹ ਇੱਕ ਪਰਬਤ ਚੋਟੀ ਹੈਗੀ ਆ। ਦੂਸਰੀ ਜਗ੍ਹਾ ਤੇ ਏਸ਼ੀਆ ਦੇ ਵਿੱਚ ਜਿਹੜੀ ਹਿਮਾਲਿਆ ਪਰਬਤ ਹੈ, ਇਹ ਜਿਹੜਾ ਹੈ ਇੱਕ ਲੜੀ ਹੈ ਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਪਰਬਤਮਾਲਾ ਹੈ ਹਿਮਾਲਿਆ ਦੀ, ਠੀਕ ਹੈ। ਵੈਰੀ ਇੰਪੋਰਟੈਂਟ ਹੈ। ਦੂਸਰੀ ਪਰਬਤ ਲੜੀ ਹੈ ਜੀ ਅਮਰੀਕਾ ਦੀ ਰੌਕੀ ਪਰਬਤ ਸ਼੍ਰੇਣੀ। ਇਹ ਨਾਰਥ ਅਮਰੀਕਾ ਦੇ ਵਿੱਚ, ਉੱਤਰ ਅਮਰੀਕਾ ਦੇ ਵਿੱਚ ਸਥਿਤ ਹੈਗੀ। ਇਹ ਵੀ ਬਹੁਤ ਅਧਿਕ ਆਉਂਦੀ ਹੈ ਪੇਪਰਾਂ ਦੇ ਵਿੱਚ, ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੈ। ਓਕੇ, ਤੀਸਰੀ ਹੈਗੀ ਆ ਜੀ ਦੱਖਣੀ ਅਮਰੀਕਾ ਦੇ ਵਿੱਚ। ਦੱਖਣੀ ਅਮਰੀਕਾ ਦੇ ਵਿੱਚ ਹੈਗੀ ਐਂਡੀਜ਼ ਪਰਬਤ ਲੜੀ। ਇਹ ਸੰਸਾਰ ਦੀ ਸਭ ਤੋਂ ਲੰਬੀ ਪਰਬਤ ਲੜੀ ਹੈਗੀ ਜਿਹੜੀ ਕਿ ਤਕਰੀਬਨ 7200 ਕਿਲੋਮੀਟਰ ਲੰਬੀ ਹੈਗੀ। ਸੰਸਾਰ ਦੀ ਸਭ ਤੋਂ ਲੰਬੀ ਪਰਬਤ ਲੜੀ ਹੈ ਐਂਡੀਜ਼ ਪਰਬਤ ਲੜੀ, ਜਿਹੜੀ ਕਿ ਦੱਖਣੀ ਅਮਰੀਕਾ ਦੇ ਵਿੱਚ ਪੈਂਦੀ ਹੈ, ਸਾਊਥ ਅਮਰੀਕਾ ਦੇ ਵਿੱਚ ਪੈਂਦੀ ਹੈ। ਰੌਕੀ ਮਾਊਂਟੇਨ ਜਿਹੜਾ ਹੈ ਉਹ ਉੱਤਰੀ ਅਮਰੀਕਾ ਦੇ ਵਿੱਚ ਪੈਂਦਾ ਹੈਗਾ। ਦੋਨਾਂ 'ਚ ਡਿਫਰੈਂਸ ਹੈ, ਯਾਦ ਰੱਖਿਓ। ਓਕੇ, ਉੱਤਰੀ ਅਮਰੀਕਾ ਦੇ ਵਿੱਚ ਰੌਕੀ ਮਾਊਂਟੇਨ ਆ ਜਾਂਦਾ ਹੈ, ਦੱਖਣੀ ਅਮਰੀਕਾ ਦੇ ਵਿੱਚ ਐਂਡੀਜ਼ ਪਰਬਤ ਆ ਜਾਂਦਾ ਹੈ। ਚੌਥੀ ਪਰਬਤ ਸ਼੍ਰੇਣੀ ਆਉਂਦੀ ਹੈ ਅਫਰੀਕਾ ਦੇ ਵਿੱਚ। ਅਫਰੀਕਾ ਦੇ ਵਿੱਚ ਆਉਂਦਾ ਹੈ ਐਟਲਸ ਪਰਬਤ ਸ਼੍ਰੇਣੀ, ਜੋ ਕਿ ਅਫਰੀਕਾ ਦੇ ਨਾਰਥ ਵਾਲੇ ਪੁਆਇੰਟ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ। ਸੋ ਇਹ ਐਟਲਸ ਪਰਬਤ ਹੈਗਾ। ਓਕੇ ਜੀ। ਤੇ ਚੌਥਾ ਹੈ ਜੀ ਇਹਨਾਂ ਦੇ ਵਿੱਚੋਂ ਯੂਰਪ ਦੇ ਵਿੱਚ ਹੈ ਐਲਪਸ ਪਰਬਤ। ਯੂਰਪ ਦੇ ਵਿੱਚ ਹੈ ਐਲਪਸ ਪਰਬਤ। ਅਤੇ ਇਸ ਤੋਂ ਇਲਾਵਾ ਲਾਸਟ ਦੇ ਵਿੱਚ ਆਉਂਦੀ ਹੈ ਜੀ ਸੰਸਾਰ ਦੀ ਛੇਵੀਂ ਪ੍ਰਮੁੱਖ ਪਰਬਤ ਸ਼੍ਰੇਣੀ ਆਸਟ੍ਰੇਲੀਆ ਦੀ ਮਹਾਨ ਵਿਭਾਜਨ ਸ਼੍ਰੇਣੀ, ਠੀਕ ਹੈ, ਜਿਹਨੂੰ ਕਿ ਗ੍ਰੇਟ ਡਿਵਾਈਡਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਇਹ ਆਸਟ੍ਰੇਲੀਆ ਦੀ ਸਭ ਤੋਂ ਜਿਹੜੀ ਹੈ ਲੰਬੀ ਪਰਬਤ ਸ਼੍ਰੇਣੀ ਹੋ ਜਾਂਦੀ ਹੈਗੀ। ਇਹਨੂੰ ਆਪਾਂ ਇਸ ਤਰ੍ਹਾਂ ਹੀ ਡਿਸਕਸ ਕਰਦੇ, ਨਾਲ ਆਪਾਂ ਇਸ ਨੂੰ ਮੈਪ ਦੇ ਵੀ ਸਮਝਾਂਗੇ ਕਿ ਅਸਲ ਦੇ ਵਿੱਚ ਹੈ ਕਿੱਥੇ ਨੇਗੀਆਂ। ਓਕੇ, ਤਾਂ ਕਿ ਤੁਸੀਂ ਇਹਨੂੰ ਆਪਣੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਸੇਵ ਕਰ ਸਕੋ। ਪਹਿਲਾ ਹੈ ਜੀ ਸੰਸਾਰ ਦੀ ਸਭ ਤੋਂ ਉੱਚੀ ਪਰਬਤ ਸ਼੍ਰੇਣੀ, ਜਿਸ ਦਾ ਨਾਮ ਹੈ ਜੀ ਹਿਮਾਲਿਆ ਪਰਬਤ। ਭਾਰਤ ਦੇ ਉੱਤਰ ਦੇ ਵਿੱਚ ਸਥਿਤ ਹੈ ਤੇ ਏਸ਼ੀਆ ਦੇ ਵਿੱਚ ਸਥਿਤ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਸ਼੍ਰੇਣੀ ਹੈਗੀ ਹੈ ਤੇ ਇਸੇ ਦੇ ਵਿੱਚ ਹੀ ਮਾਊਂਟ ਐਵਰੈਸਟ ਪਾਈ ਜਾਂਦੀ ਹੈ, ਜੋ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ। ਓਕੇ, ਦੋ ਡਿਫਰੈਂਸ ਵਰਡ ਨੇਗੇ। ਇੱਕ ਚੋਟੀ ਹੁੰਦੀ ਹੈਗੀ ਜਿਹਨੂੰ ਪੀਕ ਕਹਿ ਦਿੰਦੇ ਇੰਗਲਿਸ਼ ਦੇ ਵਿੱਚ, ਇੱਕ ਲੜੀ ਹੁੰਦੀ ਹੈ ਜਿਹਨੂੰ ਰੇਂਜ ਕਹਿ ਦਿੰਦੇ ਹੈਗੇ ਆ। ਦੋਨਾਂ ਦੇ ਵਿੱਚ ਫਰਕ ਹੈ। ਜੇਕਰ ਰੇਂਜ ਪੁੱਛਦੇ ਆ ਤਾਂ ਹਿਮਾਲਿਆ ਆਊਗੀ, ਜੇਕਰ ਪੀਕ ਪੁੱਛਦੇ ਹੈਗੇ ਤਾਂ ਮਾਊਂਟ ਐਵਰੈਸਟ ਆਵੇਗੀ, ਕਿਉਂਕਿ ਉਹ ਇੱਕ ਪੁਆਇੰਟ ਹੈਗਾ। ਦੂਸਰੀ ਆ ਜਾਂਦੀ ਹੈ ਜੀ ਰੌਕੀ ਮਾਊਂਟੇਨ। ਰੌਕੀ ਮਾਊਂਟੇਨ ਜਿਹੜਾ ਹੈ ਉਹ ਨਾਰਥ ਅਮਰੀਕਾ ਦੇ ਵਿੱਚ ਪੈਂਦਾ ਹੈ, ਤੁਸੀਂ ਇਸ ਖੇਤਰ ਦੇ ਵਿੱਚ ਦੇਖ ਸਕਦੇ ਹੈਗੇ ਹੋਗੇ। ਓਕੇ, ਰੌਕੀ ਮਾਊਂਟੇਨ ਇਹ ਪੈਂਦਾ ਹੈ ਨਾਰਥ ਅਮਰੀਕਾ ਦੇ ਵਿੱਚ।
ਰੌਕੀ ਮਾਊਂਟੇਨ ਨਾਰਥ ਅਮਰੀਕਾ ਦੇ ਵਿੱਚ ਹੈ। ਦੂਸਰਾ ਹੈਗਾ ਜੀ ਸਾਊਥ ਅਮਰੀਕਾ ਐਂਡੀਜ਼ ਪਰਬਤ ਸ਼੍ਰੇਣੀ, ਜੋ ਕਿ ਇੱਕ ਮਿਰਚ ਦੀ ਸ਼ੇਪ ਦੀ ਤਰ੍ਹਾਂ ਹੈਗੀ, ਜੋ ਕਿ ਸਾਊਥ ਅਮਰੀਕਾ ਦੇ ਵਿੱਚ ਪੈਂਦੀ ਹੈਗੀ ਹੈ, ਤੇ ਸੰਸਾਰ ਦੀ ਸਭ ਤੋਂ ਲੰਬੀ ਪਰਬਤ ਸ਼੍ਰੇਣੀ ਹੈਗੀ 7200 ਕਿਲੋਮੀਟਰ। ਠੀਕ ਹੈ ਜੀ, ਆ ਸਭ ਤੋਂ ਉੱਚੀ ਆ ਗਈ ਸੀਗੀ ਜੀ, ਹਾਈਐਸਟ ਆ ਗਈ ਸੀਗੀ, ਯਾਦ ਰੱਖ ਲਿਓ। ਅਤੇ ਇਹ ਸਭ ਤੋਂ ਲੰਬੀ ਪਰਬਤ ਲੜੀ ਹੈਗੀ। ਇਹ ਦੋ ਹੀ ਫੀਚਰ ਅਲੱਗ ਤੋਂ ਪੁੱਛਦੇ ਹੁੰਦੇ ਆ, ਸਭ ਤੋਂ ਉੱਚੀ ਤੇ ਸਭ ਤੋਂ ਲੰਬੀ। ਠੀਕ ਹੈ ਜੀ, ਤੀਸਰੀ ਆ ਗਈ ਸਾਡੇ ਕੋਲੇ ਜੀ ਅਫਰੀਕਾ ਦੇ ਵਿੱਚ। ਅਫਰੀਕਾ ਦੇ ਵਿੱਚ ਸਭ ਤੋਂ ਪ੍ਰਮੁੱਖ ਪਰਬਤ ਲੜੀ ਹੈ ਜਿਹੜੀ ਕਿਤੇ ਨਾਰਥ ਈਸਟ ਦੇ ਵਿੱਚ ਪੈਂਦੀ ਹੈ, ਉਹ ਹੈ ਐਟਲਸ ਮਾਊਂਟਨ ਰੇਂਜ। ਇਹ ਅਫਰੀਕਾ ਦੇ ਉੱਤਰ ਪੱਛਮ ਦੇ ਵਾਲੇ ਖੇਤਰ ਦੇ ਵਿੱਚ ਪੈਂਦੀ ਹੈਗੀ ਤੇ ਮੈਡੀਟਰਨ ਸੀ ਦੇ ਨਾਲ ਲੱਗਦੀ ਹੈਗੀ। ਠੀਕ ਹੈ ਜੀ, ਇਸ ਤੋਂ ਇਲਾਵਾ ਯੂਰਪ ਹੈ। ਯੂਰਪ ਦੇ ਵਿੱਚ ਸਭ ਤੋਂ ਪ੍ਰਮੁੱਖ ਪਰਬਤ ਲੜੀ ਆਉਂਦੀ ਹੈਗੀ ਹੈ ਐਲਪਸ ਪਰਬਤ ਲੜੀ। ਯੂਰਪ ਦੇ ਵਿੱਚ ਸਭ ਤੋਂ ਪ੍ਰਮੁੱਖ ਪਰਬਤ ਲੜੀ ਹੈ ਐਲਪਸ ਪਰਬਤ ਸ਼੍ਰੇਣੀ। ਠੀਕ ਹੈ ਜੀ, ਇਸ ਤੋਂ ਬਾਅਦ ਸਾਡੀ 6ਵੀਂ ਪਰਬਤ ਸ਼੍ਰੇਣੀ ਆ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ, ਜਿਸ ਦਾ ਨਾਮ ਹੈ ਦ ਗ੍ਰੇਟ ਡਿਵਾਈਡਿੰਗ ਰੇਂਜ। ਦ ਗ੍ਰੇਟ ਡਿਵਾਈਡਿੰਗ ਰੇਂਜ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਜੀ ਆਸਟ੍ਰੇਲੀਆ ਦੀ ਸਭ ਤੋਂ ਲੰਬੀ ਪਰਬਤ ਸ਼੍ਰੇਣੀ ਨੂੰ। ਓਕੇ, ਇੱਕ ਕਲਾਸ ਆਪਾਂ ਇੱਕ ਇੰਡੀਆ ਤੇ ਵਰਲਡ ਦੋਨਾਂ ਦੇ ਮੈਪ ਨੂੰ ਲੈ ਕੇ, ਫਿਜ਼ੀਕਲ ਨੂੰ ਲੈ ਕੇ ਅਤੇ ਉਸ ਦੇ ਪੋਲੀਟੀਕਲ ਮੈਪ ਨੂੰ ਲੈ ਕੇ ਅਲੱਗ ਤੋਂ ਪਾਵਾਂਗੇ, ਜੋ ਤੁਹਾਨੂੰ YouTube ਦੇ ਉੱਪਰ ਹੀ ਅਵੇਲੇਬਲ ਮਿਲ ਜਾਵੇਗੀ। ਓਕੇ, ਸੋ ਉਹ ਵੀ ਆਪਾਂ ਅਲੱਗ ਤੋਂ ਕਲਾਸ ਪਾਵਾਂਗੇ ਤਾਂ ਕਿ ਹਰ ਇੱਕ ਫੀਚਰ ਨੂੰ ਤੁਸੀਂ ਜਾਣ ਸਕੋ, ਦੁਨੀਆ ਦੇ ਨੂੰ ਕਿੱਥੇ ਕਿੱਥੇ ਸਥਿਤ ਹੈ। ਨੈਕਸਟ ਹੈ ਜੀ ਅੱਗੇ ਪਠਾਰ, ਪਲੇਟੂ। ਸੋ ਪਲੇਟੂ ਕੀ ਹੁੰਦਾ ਹੈ ਕਿ ਇਹ ਆਪਣੇ ਆਲੇ ਦੁਆਲੇ ਦੇ ਖੇਤਰ ਤੋਂ ਇੱਕਦਮ ਉੱਚਾ ਹੁੰਦਾ ਹੈ ਤੇ ਵਿਚਕਾਰੋਂ ਜਿਹੜਾ ਹੈ ਪੱਧਰੇ ਸਿਖਰਾਂ ਵਾਲਾ ਭੂ-ਰੂਪ ਹੁੰਦਾ ਹੈ। ਭੂ-ਰੂਪ ਮਤਲਬ ਲੈਂਡਸਕੇਪ ਕਹਿ ਸਕਦੇ ਹੈਗੇ। ਓਕੇ, ਇਹਦੀ ਜੇਕਰ ਸ਼ੇਪ ਦੀ ਗੱਲ ਕਰੀਏ, ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਪਠਾਰ ਹੈ ਉਹਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ, ਤਾਂ ਇਹ ਮੇਜ਼ ਟਾਈਪ ਦਾ ਹੁੰਦਾ ਹੈ, ਟੇਬਲ ਲੈਂਡ ਟਾਈਪ ਹੁੰਦਾ ਹੈਗਾ, ਵਿਚਕਾਰੋਂ ਇਸ ਤਰ੍ਹਾਂ ਜਿਹੜਾ ਇਹ ਖੜਾ ਹੁੰਦਾ ਹੈਗਾ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਇੱਕ ਸ਼ੇਪ ਬਣੀ ਹੋਈ ਹੈ ਟੇਬਲ ਟਾਈਪ ਦੀ, ਸਾਈਡਾਂ ਤੋਂ ਬਿਲਕੁਲ ਸਟਰੇਟ ਹੈ ਔਰ ਉੱਪਰੋਂ ਇਹ ਪੱਧਰੇ ਰੂਪ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਹਨੂੰ ਕਹਿੰਦੇ ਆ ਪਲੇਟੂ ਜਾਂ ਪਠਾਰ। ਠੀਕ ਹੈ, ਸੰਸਾਰ ਦੇ ਕੁਝ ਪ੍ਰਸਿੱਧ ਪਠਾਰ। ਸੋ ਸੰਸਾਰ ਦੇ ਕੁਝ ਪ੍ਰਸਿੱਧ ਪਠਾਰਾਂ ਦੇ ਵਿੱਚ ਆਉਂਦਾ ਹੈ ਜੀ ਨਾਮ ਭਾਰਤ ਦੀ ਦੱਖਣ ਦੀ ਪਠਾਰ, ਜਿਹਨੂੰ ਦੱਖਣ ਦੀ ਪਲੇਟੂ ਦੇ ਨਾਮ ਨਾਲ ਵੀ ਆਪਾਂ ਜਾਣਦੇ ਹੈਗੇ। ਇਹ ਸਾਰਿਆਂ ਨੂੰ ਪਤਾ ਹੈ, ਯਾਦ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਕਿ ਭਾਰਤ ਦੇ ਵਿੱਚ ਦੱਖਣ ਦੇ ਵਿੱਚ ਹੀ ਇੱਕ ਪਠਾਰ ਦੇਖਣ ਨੂੰ ਮਿਲਦਾ ਹੈ। ਦੂਸਰਾ ਹੈ ਜੀ ਉੱਤਰੀ ਅਮਰੀਕਾ ਦੇ ਵਿੱਚ। ਉੱਤਰੀ ਅਮਰੀਕਾ ਦੇ ਵਿੱਚ ਜਿਹੜਾ ਪਠਾਰ ਪਾਇਆ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਅਪਲੇਸ਼ੀਅਨ ਪਠਾਰ। ਉੱਤਰੀ ਅਮਰੀਕਾ, ਨਾਰਥ ਅਮਰੀਕਾ ਦੇ ਵਿੱਚ ਜਿਹੜਾ ਪਠਾਰ ਦੇਖਣ ਨੂੰ ਮਿਲਦਾ ਹੈ ਉਹਨੂੰ ਕਿਹਾ ਜਾਂਦਾ ਹੈ ਅਪਲੇਸ਼ੀਅਨ ਪਠਾਰ। ਠੀਕ ਹੈ, ਇੱਕ ਹੈ ਮੱਧ ਅਫਰੀਕਾ ਦੇ ਵਿੱਚ। ਮੱਧ ਅਫਰੀਕਾ ਦਾ ਪਠਾਰ ਜਿਹੜਾ ਕਿ ਅਫਰੀਕਾ ਦੇ ਵਿੱਚ ਪੈਂਦਾ ਹੈ ਤੇ ਸੈਂਟਰਲ ਖੇਤਰ ਦੇ ਵਿੱਚ ਪੈਂਦਾ ਹੈ। ਤੀਸਰਾ ਹੈ ਤਿੱਬਤ ਦਾ ਪਠਾਰ। ਸੋ ਤਿੱਬਤ ਦਾ ਪਠਾਰ ਜਿਹੜਾ ਹੈ ਇਸ ਨੂੰ ਸੰਸਾਰ ਦੀ ਛੱਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਸਾਰ ਦੀ ਛੱਤ ਦੇ ਨਾਮ ਨਾਲ ਜਿਹੜਾ ਹੈ ਜਾਣਿਆ ਜਾਂਦਾ ਹੈ, ਰੂਫ ਆਫ ਦਾ ਬਰਡ। ਇਹ ਸਭ ਤੋਂ ਵੱਧ ਇੰਪੋਰਟੈਂਟ ਹੈਗਾ। ਓਕੇ ਜੀ, ਇਸ ਤੋਂ ਇਲਾਵਾ ਅਰੇਬੀਅਨ ਪਠਾਰ ਜਿਹੜਾ ਹੈ ਉਹ ਸਭ ਤੋਂ ਕਹਿ ਸਕਦੇ ਵਿਸਤ੍ਰਿਤ ਪਠਾਰ ਆ ਜਾਂਦਾ ਹੈ ਦੁਨੀਆ ਦਾ, ਔਰ ਤਿੱਬਤ ਦਾ ਪਠਾਰ ਜਿਹੜਾ ਹੈ ਇਹ ਦੁਨੀਆ ਦੀ ਛੱਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਛਾ, ਇਸ ਦੇ ਵਿੱਚ ਆਪਾਂ ਧਿਆਨ ਰੱਖਿਓ ਜਿਹੜੇ 6ਵੀਂ ਕਲਾਸ ਦੇ ਵਿੱਚ ਇਹ ਚੀਜ਼ਾਂ ਨੇ ਸਿਰਫ ਉਹੀ ਡਿਸਕਸ ਕਰਾਂਗੇ। ਵਾਈਡ ਲੈਵਲ ਦੇ ਉੱਪਰ ਜਿਵੇਂ ਜਿਵੇਂ ਆਪਾਂ ਅੱਗੇ ਚੈਪਟਰ ਵਧਾਵਾਂਗੇ ਜਾਂ ਅਲੱਗ-ਅਲੱਗ ਕਲਾਸ ਬਣਾਵਾਂਗੇ ਉਹਦੇ 'ਚ ਹੋਰ ਵਾਈਡ ਹੁੰਦੇ ਜਾਣਗੇ, ਜਾਣੀ ਕਿ ਹਰ ਇੱਕ ਪਠਾਰ ਨੂੰ ਫਿਰ ਆਪਾਂ ਉਹਦੇ ਵਿੱਚ ਡਿਸਕਸ ਕਰਾਂਗੇ। ਇਹ 6ਵੀਂ ਲੈਵਲ 'ਤੇ ਕਿਉਂਕਿ ਆਪਾਂ 6ਵੀਂ ਕਲਾਸ ਦੇ ਬੱਚਿਆਂ ਲਈ ਵੀ ਇਸ ਨੂੰ ਨਾਲ ਬਣਾਇਆ ਹੈਗਾ। ਓਕੇ, ਮੈਪ 'ਤੇ ਵੀ ਸਮਝ ਲਈਏ ਕਿ ਕਿੱਥੇ ਕਿੱਥੇ ਜਿਹੜੇ ਪਠਾਰ ਮਿਲਦੇ ਹੈਗੇ ਨੇਗੇ। ਓਕੇ, ਹਾਂਜੀ, ਭਾਰਤ ਦੇ ਵਿੱਚ ਆ ਪਿਆ ਹੈ ਜੀ ਦੱਖਣ ਦਾ ਪਲੇਟੂ। ਭਾਰਤ ਦੇ ਵਿੱਚ ਪਿਆ ਹੈ ਦੱਖਣ ਦਾ ਪਲੇਟੂ ਜਿਹੜਾ ਕਿ ਦੱਖਣੀ ਖੇਤਰ ਦੇ ਵਿੱਚ ਪੈਂਦਾ ਹੈ। ਆ ਪਿਆ ਹੈ ਸੰਸਾਰ ਦੀ ਛੱਤ ਦੇ ਨਾਮ ਨਾਲ ਜਾਣਿਆ ਵਾਲਾ ਪਠਾਰ। ਸੰਸਾਰ ਦੀ ਛੱਤ ਨਾਲ ਜਾਣਿਆ ਵਾਲਾ ਪਠਾਰ ਜਿਸ ਨੂੰ ਕਿ ਪਲੇਟੂ ਆਫ ਤਿੱਬਤ ਯਾਨੀ ਕਿ ਤਿੱਬਤ ਦਾ ਪਠਾਰ ਕਹਿੰਦੇ ਹੈਗੇ ਆ ਗਿਆ ਅਰੇਬੀਅਨ ਪਠਾਰ ਜਿਹੜਾ ਕਿ ਸੰਸਾਰ ਦਾ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਨ ਵਿਸਤ੍ਰਿਤ ਖੇਤਰ ਦੇ ਵਿੱਚ ਜਾਣਿਆ ਜਾਂਦਾ ਹੈਗਾ। ਇਹ ਵਾਲਾ ਇਸ ਦੇ ਵਿੱਚ ਆ ਜਾਂਦਾ ਹੈ। ਔਰ ਅਫਰੀਕਾ ਦੇ ਵਿੱਚ ਜਿਹੜਾ ਹੈ ਸੈਂਟਰਲ ਦੇ ਵਿੱਚ ਆਉਂਦਾ ਹੈ ਮਾਰਾ ਪਲੇਟੂ, ਜੋ ਕਿ ਮੈਪ ਦੇ ਵਿੱਚ ਆਪਾਂ ਸੈਂਟਰਲ ਵਾਲਾ ਕਰਿਆ ਸੀ ਉਸ ਨੂੰ ਕਹਿੰਦੇ ਹੈਗੇ। ਅਤੇ ਯੂਰਪ ਦੇ ਵਿੱਚ ਆਉਂਦਾ ਹੈ ਸਪੇਨਿਸ਼ ਪਲੇਟੂ। ਯੂਰਪ ਦੇ ਵਿੱਚ ਆਉਂਦਾ ਹੈ ਸਪੇਨਿਸ਼ ਪਲੇਟੂ। ਇੱਕ ਸਵੇਰੀਅਨ ਪਲੇਟੂ ਹੈ ਜੋ ਕਿ ਰਸ਼ੀਆ ਦੇ ਵਿੱਚ ਪੈਂਦਾ ਹੈ, ਇਸ ਦੇ ਵਿੱਚ ਆ ਜਾਂਦਾ ਹੈ। ਓਕੇ, ਸਾਊਥ ਅਮਰੀਕਾ ਦੇ ਵਿੱਚ ਆਉਂਦਾ ਹੈ ਜੀ ਮੈਟਾਗ੍ਰੋਸ ਪਲੇਟੂ। ਮੈਟਾਗ੍ਰੋਸੋ ਪਲੇਟੂ ਜਿਹੜਾ ਹੈ ਇਹ ਪੈਂਦਾ ਹੈ ਸਾਊਥ ਅਮਰੀਕਾ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜੇਕਰ ਨਾਰਥ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਵੱਧ ਇੰਪੋਰਟੈਂਟ ਆਉਂਦਾ ਹੁੰਦਾ ਜੀ ਕੋਲੋਰਾਡੋ ਦਾ ਪਲੇਟੂ। ਕੋਲੋਰਾਡੋ ਦਾ ਪਲੇਟੂ ਜਿਹੜਾ ਹੈ ਇਹ ਇੰਪੋਰਟੈਂਟ ਹੈ, ਜੋ ਕਿ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਵਿਸਤ੍ਰਿਤ ਹੈਗਾ। ਵੈਰੀ ਇੰਪੋਰਟੈਂਟ ਹੈ। ਇਸ ਕੋਲੋਰਾਡੋ ਦੇ ਪਲੇਟੂ ਦੇ ਵਿੱਚ ਹੀ ਜਿਹੜਾ ਕਹਿ ਸਕਦੇ ਹੈਗੇ ਆ ਕੈਲੀਫੋਰਨੀਆ ਵਾਲਾ ਖੇਤਰ ਪੈਂਦਾ ਹੈ, ਜਿੱਥੇ ਕਿ ਸਿਲੀਕਨ ਵੈਲੀ ਸਥਿਤ ਹੈਗੀ ਹੈ ਅਤੇ ਨਾਲ ਹੀ ਉੱਥੇ ਹਾਲੀਵੁੱਡ ਦਾ ਜਿਹੜਾ ਖੇਤਰ ਹੈ ਉਹ ਵੀ ਸਥਿਤ ਹੈ। ਕਲੀਅਰ ਹੈ, ਇਹ ਸੀਗੇ ਕੁਝ ਪ੍ਰਮੁੱਖ ਜੋ 6ਵੀਂ ਲੈਵਲ ਦੇ ਉੱਪਰ ਸੀਗੇ। ਨੈਕਸਟ ਹੈ ਜੀ ਤੀਸਰਾ ਖੇਤਰ ਸਾਡੇ ਕੋਲੇ ਮੈਦਾਨ, ਜਿਹਨੂੰ ਪਲੇਨਸ ਕਿਹਾ ਜਾਂਦਾ ਹੈ। ਪਲੇਨ ਕਿਹੜੇ ਹੁੰਦੇ ਆ ਜੀ? ਇਹ ਧਰਤੀ ਦਾ ਪੱਧਰਾ ਤੇ ਵਿਸਤਾਰ ਵਾਲਾ ਖੇਤਰ ਹੁੰਦਾ ਹੈ ਜਿਹੜਾ ਸਮੁੰਦਰ ਤਲ ਤੋਂ ਜ਼ਿਆਦਾ ਉੱਚਾ ਨਹੀਂ ਹੁੰਦਾ ਹੈ। ਬਾਕੀ ਸਾਰੇ ਖੇਤਰ ਸਮੁੰਦਰ ਤਲ ਤੋਂ ਕਾਫੀ ਉੱਚੇ ਹੁੰਦੇ ਨੇ, ਬਟ ਮੈਦਾਨੀ ਖੇਤਰ ਜਿਹੜੇ ਆ ਉਹ ਪੱਧਰੇ ਹੁੰਦੇ ਆ ਤੇ ਨਾਲ ਹੀ ਸਮੁੰਦਰ ਤਲ ਤੋਂ ਜ਼ਿਆਦਾ ਉੱਚੇ ਨਹੀਂ ਦੇਖਣ ਨੂੰ ਮਿਲਦੇ। ਠੀਕ ਹੈ।
ਸੋ ਇਸ ਨੂੰ ਲੈ ਕੇ ਵੀ ਮਾਸਟਰ ਕਿਟ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਕਿ ਸਮੁੰਦਰ ਤਲ ਤੋਂ ਜਿਹੜੇ ਹੈ ਪਲੇਨਸ ਉਹ ਕਿੰਨੇ ਉੱਚੇ ਹੈਗੇ ਨੇਗੇ। ਸੋ ਇਹ ਆਪਾਂ ਅਗਲੇ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈਗਾ। ਮੈਦਾਨਾਂ ਦਾ ਨਿਰਮਾਣ ਕਿਸ ਤਰੀਕੇ ਦੇ ਨਾਲ ਹੁੰਦਾ ਹੈ? ਅਕਸਰ ਮੈਦਾਨਾਂ ਦਾ ਨਿਰਮਾਣ ਜਿਹੜਾ ਹੈ ਉਹ ਪਹਾੜਾਂ ਤੋਂ ਦਰਿਆਵਾਂ ਦੇ ਦੁਆਰਾ ਜਿਹੜੀ ਮਿੱਟੀ ਲਿਆਂਦੀ ਜਾਂਦੀ ਹੈ ਉਹਦੇ ਜਮ੍ਹਾਂ ਹੋਣ ਦੇ ਨਾਲ ਹੁੰਦਾ ਹੈ। ਤੇ ਸਾਡੇ ਭਾਰਤ ਦੇ ਵਿੱਚ ਦੋ ਐਗਜ਼ੈਂਪਲਾਂ ਨੇਗੀਆਂ, ਇੱਕ ਤਾਂ ਹੈਗੀ ਅੱਗੇ ਗੰਗਾ ਦੇ मैदान, दूसरे है ब्रह्मपुत्र नदी के मैदान, क्योंकि ये नदियाँ ਜਿਹੜੀਆਂ ਨੇਗੀਆਂ ਮਿੱਟੀ ਲੈ ਕੇ ਆਉਂਦੀਆਂ ਤੇ ਮੈਦਾਨੀ ਖੇਤਰ ਦੇ ਵਿੱਚ ਜਮ੍ਹਾਂ ਕਰ ਦਿੰਦੇ ਆ, ਜਿਸ ਨੂੰ ਆਪਾਂ ਮੈਦਾਨ ਦੇ ਰੂਪ ਦੇ ਵਿੱਚ ਜਾਣਦੇ ਹੈਗੇ। ਸਾਡੇ ਪੰਜਾਬ ਦੇ ਵਿੱਚ ਸਤਲੁਜ, ਬਿਆਸ, ਰਾਵੀ ਤਿੰਨ ਦਰਿਆਵਾਂ ਦੇ ਰਾਹੀਂ ਮਿੱਟੀ ਲਿਆਂਦੀ ਜਾਂਦੀ ਹੈ, ਜਿਹਦੇ ਕਾਰਨ ਕਰਕੇ ਸਾਡੇ ਪੰਜਾਬ ਦੀ ਮਿੱਟੀ ਬਹੁਤ ਜ਼ਿਆਦਾ ਉਪਜਾਊ ਹੈ, ਯਾਨੀ ਕਿ ਐਗਰੀਕਲਚਰ ਕਾਫੀ ਵੱਡੀ ਮਾਤਰਾ ਦੇ ਵਿੱਚ ਕੀਤੀ ਜਾਂਦੀ ਹੈ। ਐਗਜ਼ੈਂਪਲ ਦੇ ਤੌਰ 'ਤੇ ਇੱਕ ਹੋਰ ਚੀਜ਼ ਵੀ ਆਪਾਂ ਐਡ ਕਰ ਸਕਦੇ ਹਾਂ ਕਿ ਜਿੰਨੀਆਂ ਵੀ ਸੱਭਿਅਤਾਵਾਂ ਰਹੀਆਂ, ਚਾਹੇ ਉਹ ਸਿੰਧ ਘਾਟੀ ਦੀ ਸੱਭਿਅਤਾ ਰਹੀ ਹੈ, ਚਾਹੇ ਮੈਸੋਪੋਟਾਮੀਆ ਦੀ ਸੱਭਿਅਤਾ ਰਹੀ ਹੈ, ਚਾਹੇ ਚੀਨ ਦੀ ਸੱਭਿਅਤਾ ਰਹੀ ਹੈ, ਇਹ ਸਾਰੇ ਦੇ ਸਾਰੇ ਜਿਹੜੇ ਆ ਦਰਿਆਵਾਂ ਦੇ ਕਿਨਾਰੇ ਦੇ ਉੱਪਰ ਹੀ ਵਸੀਆਂ ਹੋਈਆਂ ਸੀਗੀਆਂ। ਦਰਿਆਵਾਂ ਦੇ ਕਿਨਾਰੇ ਦੇ ਉੱਪਰ ਵਸੇ ਹੋਣ ਦੇ ਕਾਰਨ ਕਰਕੇ ਇਹਦਾ ਮੇਨ ਕਾਰਨ ਸੀ, ਇੱਕ ਤਾਂ ਪਾਣੀ ਦੀ ਨੀਡ ਪੂਰੀ ਹੋ ਜਾਂਦੀ ਸੀ, ਦੂਸਰਾ ਐਗਰੀਕਲਚਰ ਦੇ ਲਈ ਜਿਹੜਾ ਹੈ ਇਹ ਬੈਸਟ ਰਹਿੰਦਾ ਹੁੰਦਾ ਸੀ ਇਹ ਖੇਤਰ, ਠੀਕ ਹੈ, ਕਿਉਂਕਿ ਉੱਥੇ ਜਿਹੜੀ ਫਿਰ ਉਪਜਾਊ ਮਿੱਟੀ ਹੁੰਦੀ ਸੀਗੀ, ਜਿਸ ਦੇ ਕਾਰਨ ਕਰਕੇ ਫਸਲਾਂ ਵਗੈਰਾ ਉਗਾਉਣ ਦੇ ਵਿੱਚ ਇਹਨਾਂ ਨੂੰ ਮਦਦ ਮਿਲਦੀ ਸੀਗੀ। ਇਹ ਆ ਸਾਡੇ ਮੈਦਾਨ। ਓਕੇ, ਨੈਕਸਟ ਹੈ ਜੀ ਗਲੋਬ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਕਿ ਇੱਕ ਨੀਲਾ ਕਲਰ ਦਿਖਾਇਆ ਜਾਂਦਾ ਹੈ, ਨੀਲੇ ਰੰਗ ਦਾ ਜਿਹੜਾ ਸਾਈਨ ਹੁੰਦਾ ਹੈ। ਸੋ ਇਹ ਨੀਲਾ ਰੰਗ ਜਿਹੜਾ ਹੁੰਦਾ ਹੈ ਇਹ ਪਾਣੀ ਦੀ ਹੋਂਦ ਨੂੰ ਪੇਸ਼ ਕਰਦਾ ਹੈ। ਤੁਸੀਂ ਮੈਪ 'ਤੇ ਦੇਖ ਲਵੋ, ਚਾਹੇ ਫਿਰ ਤੁਸੀਂ ਜਿਹੜਾ ਹੈ ਗਲੋਬ ਦੇ ਉੱਪਰ ਦੇਖ ਲਵੋ, ਇੱਥੇ ਤੁਹਾਨੂੰ ਅਕਸਰ ਜਿਹੜਾ ਹੈਗਾ ਨੀਲਾ ਕਲਰ ਜਿਹੜਾ ਦੇਖਣ ਨੂੰ ਮਿਲੂਗਾ ਉਹ ਪਾਣੀ ਦੇ ਰੰਗ ਨੂੰ ਸ਼ੋਅ ਕਰਨ ਲਈ ਪ੍ਰਯੋਗ ਕਰਦੇ ਹੈਗੇ ਆ। ਪਾਣੀ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਧਰਤੀ ਨੂੰ ਦੋ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈਗਾ, ਇੱਕ ਨਦਰਨ ਹੈਮਸਫੇਅਰ ਹੈ ਤੇ ਇੱਕ ਸਦਰਨ ਹੈਮਸਫੇਅਰ ਹੈ। ਇੱਥੇ ਜਿਹੜਾ ਉੱਤਰੀ ਅਰਧਗੋਲਾ ਹੈ ਉਹਦੇ ਵਿੱਚ ਜਲ ਦੇ ਨਾਲੋਂ ਜ਼ਿਆਦਾ ਧਰਤ ਭਾਗ ਹੈ, ਕਿਉਂਕਿ ਜ਼ਿਆਦਾ ਕੰਟੀਨੈਂਟ ਜਿਹੜੇ ਹੈਗੇ ਉਹ ਉੱਤਰ ਵਾਲੇ ਪਾਰਟ ਦੇ ਵਿੱਚ ਮਿਲਦੇ ਆ ਧਰਤੀ ਦੇ, ਅਤੇ ਦੱਖਣੀ ਅਰਧਗੋਲੇ ਦੇ ਵਿੱਚ ਜਲ ਦਾ ਭਾਗ ਜ਼ਿਆਦਾ ਹੈ ਤੇ ਧਰਤੀ ਉੱਥੇ ਘੱਟ ਹੈਗੀ, ਕਿਉਂਕਿ ਇਹਦੇ ਵਿੱਚ ਦੋ ਹੀ ਕੰਟੀਨੈਂਟ ਮਿਲਦੇ ਆ, ਇੱਕ ਨਾਰਥ ਅਮਰੀਕਾ ਸਾਊਥ ਅਮਰੀਕਾ ਹੋ ਜਾਂਦਾ ਹੈ, ਇੱਕ ਅਫਰੀਕਾ ਦਾ ਕੁਝ ਹਿੱਸਾ ਹੋ ਜਾਂਦਾ ਤੇ ਇੱਕ ਆਸਟ੍ਰੇਲੀਆ ਹੁੰਦਾ। ਬਟ ਵੱਡੇ ਕੰਟੀਨੈਂਟ ਜਿਹੜੇ ਹੈਗੇ ਉਹ ਸਾਰੇ ਦੇ ਸਾਰੇ ਨਦਰਨ ਹੈਮਸਫੇਅਰ ਦੇ ਵਿੱਚ ਪੈਂਦੇ ਹੈਗੇ ਨੇਗੇ। ਓਕੇ, ਮਹਾਦੀਪ ਕੀ ਹੁੰਦਾ ਹੈ? ਸੋ ਮਹਾਦੀਪ ਜਾਂ ਕੰਟੀਨੈਂਟ ਇੱਕ ਅਜਿਹਾ ਖੇਤਰ ਹੁੰਦਾ ਹੈ ਜਿਹੜਾ ਕਿ ਧਰਤੀ ਦਾ ਜਾਂ ਜ਼ਮੀਨ ਦਾ ਇੱਕ ਵੱਡਾ ਭਾਗ ਹੁੰਦਾ ਹੈ। ਸੋ ਉਸ ਨੂੰ ਆਪਾਂ ਕਹਿੰਦੇ ਹਾਂ ਮਹਾਦੀਪ। ਐਗਜ਼ਾਮਪਲ ਦੇ ਤੌਰ 'ਤੇ ਕਿ ਇਹ ਏਸ਼ੀਆ ਦਾ ਇੱਕ ਮੈਪ ਹੈ ਜੋ ਕਿ ਇੱਕ ਬਹੁਤ ਵੱਡਾ ਖੇਤਰ ਹੈ, ਇਸ ਨੂੰ ਕਿਹਾ ਜਾਊਗਾ ਕੰਟੀਨੈਂਟ। ਓਕੇ, ਦੂਸਰਾ ਖੇਤਰ ਹੈ ਜੀ ਟਾਪੂ, ਜਿਹਨੂੰ ਕਿ ਦੀਪ ਜਾਂ ਆਈਲੈਂਡ ਵੀ ਕਹਿ ਦਿੰਦੇ ਹੈਗੇ। ਇਹ ਛੋਟਾ ਧਰ ਦਾ ਭਾਗ ਹੁੰਦਾ ਹੈ ਜੋ ਚਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ ਤੇ ਇਸ ਨੂੰ ਆਪਾਂ ਕਹਿ ਦਿੰਦੇ ਹਾਂ ਦੀਪ। ਓਕੇ, ਸੋ ਦੀਪ ਕੁਝ ਇਸ ਤਰ੍ਹਾਂ ਦਾ ਹੁੰਦਾ, ਸਮੁੰਦਰ ਦੇ ਵਿੱਚ ਜਿਹੜਾ ਛੋਟਾ ਜਿਹਾ ਹਿੱਸਾ ਹੁੰਦਾ ਹੈਗਾ ਜ਼ਮੀਨ ਦਾ ਤੇ ਚਾਰੇ ਪਾਸਿਆਂ ਦੇ ਨਾਲ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ, ਉਹਨੂੰ ਕਹਿੰਦੇ ਆਪਾਂ ਆਈਲੈਂਡ। ਇੱਕ ਵੱਡਾ ਹਿੱਸਾ ਹੁੰਦਾ ਹੈ ਧਰਤੀ ਦਾ ਜਿਹਨੂੰ ਆਪਾਂ ਮਹਾਦੀਪ ਦੇ ਨਾਮ ਨਾਲ ਜਾਣਦੇ ਹੈਗੇ। ਨੈਕਸਟ ਹੈ ਜੀ ਮਹਾਦੀਪ। ਧਰਤੀ ਦੇ ਉੱਪਰ ਕਿੰਨੇ ਮਹਾਦੀਪ ਪਾਏ ਜਾਂਦੇ ਹੈਗੇ, ਇਹਨਾਂ ਨੂੰ ਲੈ ਕੇ ਵੀ ਅਕਸਰ ਕੁਐਸਚਨ ਆਉਂਦਾ ਰਹਿੰਦਾ ਹੈ ਬਹੁਤ ਸਾਰੇ ਐਗਜ਼ਾਮ ਦੇ ਵਿੱਚ। ਓਕੇ, ਮਹਾਦੀਪ ਕੀ ਹੈ? ਵੱਡੇ ਧਰਤੀ ਭਾਗ ਨੂੰ ਜਿਹੜਾ ਹੈ ਮਹਾਦੀਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਵੱਡੇ ਵੱਡੇ ਧਰਤ ਟੁਕੜੇ ਜਿਹੜੇ ਨੇ, ਜਿਹੜੇ ਕਿ ਮਹਾਸਾਗਰਾਂ ਤੇ ਸਾਗਰਾਂ ਦੇ ਰਾਹੀਂ ਅਲੱਗ ਹੁੰਦੇ ਨੇ, ਇੱਕ ਦੂਜੇ ਤੋਂ ਵੱਖ ਹੁੰਦੇ ਨੇ, ਉਹਦੇ ਆਧਾਰ ਦੇ ਉੱਪਰ ਸਾਡੇ ਕੋਲੇ ਕੁੱਲ ਮਹਾਦੀਪ ਜਿਹੜੇ ਹੈ ਉਹ 7 ਨੇ। ਬਹੁਤ ਸਾਰੇ ਐਗਜ਼ਾਮ ਦੇ ਵਿੱਚ ਆਉਂਦਾ ਹੈ ਕਿ ਧਰਤੀ ਦੇ ਉੱਪਰ ਕਿੰਨੇ ਕੰਟੀਨੈਂਟ ਨੇ ਜੀ? ਬਹੁਤ ਸਿੰਪਲ ਹੈ, 7 ਨੇ ਜੀ। ਓਕੇ, 7 ਦੇ ਨਾਮ ਤੇ ਉਹਨਾਂ ਦਾ ਖੇਤਰਫਲ ਮੈਂ ਮੈਂਸ਼ਨ ਕੀਤਾ ਹੋਇਆ, ਜੋ ਕਿ ਮਾਸਟਰ ਕਿਟ, ਪੀਟੈਟ ਅਤੇ ਹੋਰ ਸੀਟੈਟ ਐਗਜ਼ਾਮ ਦੇ ਵਿੱਚ ਆਉਂਦੇ ਰਹਿੰਦੇ ਹੈਗੇ ਆ। ਸਭ ਤੋਂ ਵੱਡਾ ਹੈ ਦੁਨੀਆ ਦਾ ਜੀ ਮਹਾਦੀਪ, ਸਭ ਤੋਂ ਵੱਡਾ ਮਹਾਦੀਪ ਹੈ ਦੁਨੀਆ ਦਾ ਏਸ਼ੀਆ ਮਹਾਦੀਪ, ਜਿਹੜਾ ਕਿ 29.5% ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। 29.5% ਖੇਤਰ ਦੇ ਵਿੱਚ ਫੈਲਿਆ ਹੋਇਆ। ਖੇਤਰਫਲ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਕਦੇ ਨਹੀਂ ਹੋਗਾ। ਵੈਸੇ ਤੁਸੀਂ ਆਪਣੀ ਨੌਲੇਜ ਲਈ ਜਿਹੜਾ ਇਹ ਡਾਟਾ ਆਪਣੇ ਮਾਈਂਡ ਸੇਵ ਕਰ ਸਕਦੇ ਹੋ, ਵੈਸੇ ਕਾਫੀ ਜ਼ਿਆਦਾ ਹੈ, ਇਸ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਇੱਦਾਂ ਨਹੀਂ ਪੁੱਛਦੇ, ਹਮੇਸ਼ਾ ਪਰਸੈਂਟੇਜ ਹੀ ਪੁੱਛਦੇ ਹੁੰਦੇ ਆ। ਤਾਂ ਸਭ ਤੋਂ ਵੱਡਾ ਹੈ ਜੀ ਏਸ਼ੀਆ, ਸਭ ਤੋਂ ਵੱਧ ਪਾਪੂਲੇਸ਼ਨ ਏਸ਼ੀਆ ਦੇ ਵਿੱਚ ਹੀ ਰਹਿੰਦੀ ਹੈਗੀ ਆ, ਤੇ 29.5% ਖੇਤਰ ਦੇ ਵਿੱਚ ਫੈਲਿਆ ਹੋਇਆ ਧਰਤੀ ਦੇ। ਸਭ ਤੋਂ ਛੋਟਾ ਮਹਾਦੀਪ ਹੈ, ਸਭ ਤੋਂ ਛੋਟਾ ਮਹਾਦੀਪ ਹੈ ਆਸਟ੍ਰੇਲੀਆ, ਜਿਹਨੂੰ ਕਿ ਦੀਪ ਕੰਟੀਨੈਂਟ ਵੀ ਕਹਿ ਦਿੰਦੇ ਆ, ਆਈਲੈਂਡ ਕੰਟੀਨੈਂਟ ਵੀ ਕਹਿੰਦੇ ਆ, ਜਿਹੜਾ ਕਿ 5.2% ਖੇਤਰ ਦੇ ਵਿੱਚ ਫੈਲਿਆ ਹੈ, ਜਿਹੜਾ ਕਿ 5.2% ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਦੂਸਰੇ ਨੰਬਰ ਦੇ ਉੱਪਰ ਮਹਾਦੀਪ। ਦੂਸਰੇ ਨੰਬਰ ਦੇ ਉੱਪਰ ਆਉਂਦਾ ਹੈ ਜੀ ਅਫਰੀਕਾ ਮਹਾਦੀਪ। ਅਫਰੀਕਾ ਮਹਾਦੀਪ ਜਿਹੜਾ ਹੈ ਇਹ 20% ਖੇਤਰ ਦੇ ਵਿੱਚ ਫੈਲਿਆ ਹੋਇਆ ਤੇ ਦੂਸਰਾ ਵੱਡਾ ਕੰਟੀਨੈਂਟ ਹੈਗਾ ਗਾ। ਤੀਸਰਾ ਹੈ ਜੀ ਉੱਤਰੀ ਅਮਰੀਕਾ। ਸੋ ਉੱਤਰੀ ਅਮਰੀਕਾ 16.3% ਖੇਤਰ ਦੇ ਵਿੱਚ ਫੈਲਿਆ ਹੋਇਆ ਤੇ ਇਹ ਦੁਨੀਆ ਦਾ ਤੀਜਾ ਵੱਡਾ ਕੰਟੀਨੈਂਟ ਹੈਗਾ ਗਾ। ਚੌਥਾ ਹੈ ਜੀ ਦੱਖਣੀ ਅਮਰੀਕਾ, 11.3% ਖੇਤਰ ਦੇ ਵਿੱਚ ਹੈ, 11.3% ਖੇਤਰ ਦੇ ਵਿੱਚ ਹੈ ਤੇ ਸੰਸਾਰ ਦਾ ਚੌਥਾ ਵੱਡਾ ਕੰਟੀਨੈਂਟ ਹੈ। ਪੰਜਵਾਂ ਹੈ ਜੀ ਅੰਟਾਰਕਟਿਕਾ, ਇਹ ਹੈ ਜੀ ਸਾਡੇ ਸਾਊਥ ਵਾਲੇ ਖੇਤਰ ਦੇ ਵਿੱਚ ਪੈਂਦਾ ਹੈਗਾ ਗਾ ਤੇ ਇਹ ਹੈ 9.6% ਖੇਤਰ ਦੇ ਵਿੱਚ।
ओके 9.6% ਖੇਤਰ ਦੇ ਵਿੱਚ ਹੈ। ਕਈ ਜਗ੍ਹਾ ਤੇ ਡਾਟਾ ਤੁਹਾਨੂੰ ਥੋੜਾ ਬਹੁਤ ਇੱਧਰ ਹੋ ਸਕਦਾ, ਬਟ ਇਹ 6ਵੀਂ ਦੀ ਬੁੱਕ ਦੇ ਅਕੋਰਡਿੰਗ ਹੈ, ਸੋ ਇਸ ਲਈ ਮੈਂ ਇਹ ਡਾਟਾ ਉੱਥੇ ਉਹਦੇ ਅਕੋਰਡਿੰਗ ਲਿਖਿਆ ਤਾਂ ਕਿ ਬੱਚੇ ਦਾ ਕਿਸੇ ਦਾ ਕੋਈ ਗਲਤ ਨਾ ਹੋ ਜਾਵੇ, ਕਿਉਂਕਿ ਟੀਚਰਸ ਜ਼ਿਆਦਾਤਰ ਜਿਹੜੇ ਹੈਗੇ ਨੇਗੇ ਉਹ ਇਸੇ ਡਾਟੇ ਨੂੰ ਪ੍ਰਮਾਣਤਾ ਦਿੰਦੇ ਹੈਗੇ ਨੇ। ਬਟ ਕਈ ਜਗ੍ਹਾ ਦੇ ਉੱਪਰ ਜਿਹੜਾ ਹੈ ਕੰਪੀਟੀਸ਼ਨ ਵਾਲੀ ਬੁੱਕਸ ਦੇ ਵਿੱਚ ਇਹ 8.6% ਹੈ ਜਾਂ 8.9% ਵੀ ਮੰਨਿਆ ਜਾਂਦਾ, ਲਿਖ ਲਿਓ ਤੁਸੀਂ, ਠੀਕ ਹੈ। 8.9% ਵੀ ਜਿਹੜਾ ਹੈ ਇਸ ਨੂੰ ਮੰਨ ਲਿਆ ਜਾਂਦਾ ਹੈਗਾ, ਜਾਂ ਫਿਰ 8% ਦੇ ਰੂਪ ਦੇ ਵਿੱਚ ਵੀ। ਓਕੇ ਹਾਂਜੀ, ਤੇ ਅਗਲਾ ਹੈ ਜੀ ਸਾਡੇ ਕੋਲ ਛੇਵਾਂ ਮਹਾਂਦੀਪ ਹੈ ਸਾਡੇ ਕੋਲ ਯੂਰਪ, ਜਿਹੜਾ ਕਿ 6.5% ਖੇਤਰ ਦੇ ਵਿੱਚ ਫੈਲਿਆ ਹੋਇਆ ਹੈ, ਜਿਹੜਾ ਕਿ 6.5% ਦੇ ਉੱਪਰ ਫੈਲਿਆ ਹੋਇਆ ਹੈ। ਦੁਬਾਰਾ ਇੱਕ ਵਾਰ ਰਿਪੀਟ ਕਰ ਦਿੰਦੇ ਹਾਂ ਇਸ ਨੂੰ। ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅੰਟਾਰਕਟਿਕਾ, ਯੂਰਪ, ਆਸਟ੍ਰੇਲੀਆ, ਇਹ ਸਾਡੇ ਕੋਲੇ 7 ਕੰਟੀਨੈਂਟ ਨੇ। ਸਭ ਤੋਂ ਵੱਡਾ ਹੈ ਜੀ ਏਸ਼ੀਆ 29.5% ਹੈਗਾ। ਦੂਸਰਾ ਹੈ ਅਫਰੀਕਾ ਜਿਹੜਾ 20.0% ਹੈ। ਤੀਸਰਾ ਹੈ ਉੱਤਰੀ ਅਮਰੀਕਾ ਜਿਹੜਾ 16.3% ਹੈ। ਚੌਥਾ ਹੈ ਦੱਖਣੀ ਅਮਰੀਕਾ ਜਿਹੜਾ ਕਿ 11.3% ਹੈ। ਅੰਟਾਰਕਟਿਕਾ ਪੰਜਵਾਂ ਹੈ ਜਿਹੜਾ ਕਿ 9.6% ਦੇ ਵਿੱਚ ਹੈ, ਅਤੇ ਛੇਵਾਂ ਹੈ ਯੂਰਪ ਜਿਹੜਾ ਕਿ 6.5% ਖੇਤਰ ਦੇ ਵਿੱਚ ਹੈ, ਅਤੇ ਲਾਸਟ ਹੈ ਸਭ ਤੋਂ ਛੋਟਾ ਜੀ ਆਸਟ੍ਰੇਲੀਆ ਜਿਹੜਾ ਕਿ 5.2% ਖੇਤਰ ਦੇ ਵਿੱਚ ਫੈਲਿਆ ਹੋਇਆ ਹੈਗਾ। ਓਕੇ ਸੋ ਇਹ ਸਾਡੇ 7 ਮਹਾਂਦੀਪਾਂ ਦਾ ਮੈਪ ਨਾਲ ਉਹ ਵੀ ਮੈਂਸ਼ਨ ਕਰ ਦਿੱਤਾ ਤਾਂ ਕਿ ਤੁਸੀਂ ਇਹਨੂੰ ਮੈਪ ਦੇ ਤੌਰ 'ਤੇ, ਪਿਕਚਰ ਦੇ ਤੌਰ 'ਤੇ ਵੀ ਆਪਣੇ ਮਾਈਂਡ ਦੇ ਵਿੱਚ ਸੇਵ ਕਰ ਸਕੋ। ਓਕੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਜੀ ਏਸ਼ੀਆ ਦੀ। ਸੋ ਇਹ ਸਾਰਾ ਦਾ ਸਾਰਾ ਜਿਹੜਾ ਹੈ ਏਸ਼ੀਆ ਮਹਾਂਦੀਪ ਹੈ, ਇਹ ਸਾਰਾ ਦਾ ਸਾਰਾ ਏਸ਼ੀਆ ਮਹਾਂਦੀਪ ਹੈ, ਜੋ ਕਿ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ। ਸਭ ਤੋਂ ਵੱਡਾ ਮਹਾਂਦੀਪ ਹੈ ਜੀ ਏਸ਼ੀਆ, ਅਤੇ ਧਰਤੀ ਦੇ 29.5% ਖੇਤਰ ਦੇ ਵਿੱਚ ਫੈਲਿਆ ਹੋਇਆ ਹੈਗਾ। ਦੂਸਰਾ ਵੱਡਾ ਮਹਾਂਦੀਪ ਹੈ ਜੀ ਅਫਰੀਕਾ, ਜਿਹੜਾ ਕਿ ਤਕਰੀਬਨ 20%, ਠੀਕ ਹੈ, 20% ਖੇਤਰ ਦੇ ਵਿੱਚ ਫੈਲਿਆ ਹੋਇਆ ਹੈਗਾ। ਕਈ ਜਗ੍ਹਾ 'ਤੇ 20.3% ਵੀ ਦੇਖਣ ਨੂੰ ਮਿਲਦਾ ਹੈਗਾ ਇਹ, ਤਾਂ ਇਹ ਸਭ ਤੋਂ ਦੂਸਰਾ ਵੱਡਾ ਜਿਹੜਾ ਕੰਟੀਨੈਂਟ ਆ ਜਾਂਦਾ ਹੈ। ਤੀਸਰਾ ਆ ਜਾਂਦਾ ਹੈ ਸਾਡੇ ਕੋਲ ਜੀ ਨਾਰਥ ਅਮਰੀਕਾ, ਓਕੇ, ਜਿਹੜਾ ਕਿ 16.3% ਹੈ, ਜਿਹੜਾ ਕਿ 16.3% ਹੈ। ਪੰਜਵਾਂ ਆ ਜਾਂਦਾ ਹੈ ਸਾਡੇ ਕੋਲ ਸਾਊਥ ਅਮਰੀਕਾ, ਜਿਹੜਾ ਕਿ 11.3% ਖੇਤਰ ਦੇ ਵਿੱਚ ਫੈਲਿਆ ਹੋਇਆ ਹੈਗਾ। ਓਕੇ ਇਸ ਤੋਂ ਬਾਅਦ ਆਉਂਦਾ ਹੈ ਸਾਡੇ ਕੋਲੇ ਅੰਟਾਰਕਟਿਕਾ, ਨੀਚੇ ਆ ਬਰਫ਼ ਦੇ ਨਾਲ ਢਕਿਆ ਹੋਇਆ ਹੈਗਾ, ਜਿਹੜਾ ਕਿ 8.9% ਖੇਤਰ ਦੇ ਵਿੱਚ ਹੈ, ਔਰ ਮੈਂ ਉੱਧਰਲੀ ਸਾਈਡ ਸਾਨੂੰ 9.5 ਦੱਸਿਆ ਸ਼ਾਇਦ। ਓਕੇ ਸੋ ਇਹ ਡਾਟਾ ਦੇ ਅਕੋਰਡਿੰਗ ਤੁਸੀਂ ਥੋੜ੍ਹਾ ਜਿਹਾ ਮੈਚ ਕਰ ਲਿਓ। 8.9 ਹੈ ਕਾਫੀ ਸਾਰੀਆਂ ਬੁੱਕਸ ਦੇ ਵਿੱਚ, ਬਟ ਜੇਕਰ ਆਪਾਂ 6ਵੀਂ ਦੀ ਬੁੱਕ ਦੇ ਅਕੋਰਡਿੰਗ ਕਰੀਏ ਤਾਂ 9 ਪੁਆਇੰਟ ਕੁਛ ਬਣਦਾ ਹੈਗਾ। ਓਕੇ ਸੋ ਉਹਦੇ ਅਕੋਰਡਿੰਗ ਦੋਨੋਂ ਚੀਜ਼ਾਂ ਤੁਸੀਂ ਨਾਲ ਨੋਟ ਕਰ ਲਿਓ ਆਪਣੇ ਨੋਟਸ ਦੇ ਉੱਪਰ। ਇਹ ਹੈ ਜੀ ਸਾਡੇ ਕੋਲੇ ਪੰਜਵਾਂ ਸੌਰੀ। ਓਕੇ ਇਸ ਤੋਂ ਬਾਅਦ ਆਉਂਦਾ ਹੈ ਜੀ ਯੂਰਪ, ਆਹ ਵਾਲਾ ਖੇਤਰ ਸਾਰਾ ਯੂਰਪ ਦਾ ਪੈਂਦਾ ਹੈ, ਜਿਹੜਾ ਕਿ ਤਕਰੀਬਨ 5 ਪੁਆਇੰਟ ਕੁਛ ਹੱਦ ਤੱਕ ਪੈਂਦਾ ਸੀਗਾ, ਸੌਰੀ 6.2 ਸੌਰੀ 6.5 6.5% ਖੇਤਰ ਦੇ ਵਿੱਚ ਪੈਂਦਾ ਹੈ ਯੂਰਪ। ਅਤੇ ਲਾਸਟ ਦੇ ਵਿੱਚ ਆਉਂਦਾ ਸਾਡੇ ਕੋਲ ਦੀਪ ਕੰਟੀਨੈਂਟ ਆਸਟ੍ਰੇਲੀਆ, ਜਿਹੜਾ ਕਿ 5.2% ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਇਹ ਸਾਡੇ ਕੋਲੇ ਟੋਟਲ 7 ਕੰਟੀਨੈਂਟ। ਓਕੇ ਨਾਲ ਇਹਨਾਂ ਦੀ ਆਪਾਂ ਥੋੜ੍ਹੀ ਜਿਹੀ ਡਿਟੇਲ ਵੀ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਹੈ ਏਸ਼ੀਆ, ਜੋ ਡਿਟੇਲ ਰਹਿ ਗਈ ਹੈ ਸਿਰਫ ਉਸੇ ਦੀ ਆਪਾਂ ਗੱਲ ਕਰਾਂਗੇ, 6ਵੀਂ ਲੈਵਲ ਦੇ ਉੱਪਰ ਹੀ ਗੱਲ ਕਰਾਂਗੇ, ਕਿਉਂਕਿ ਬੇਸ ਆਪਾਂ ਸਮਝ ਰਹੇ ਹਾਂ ਇੱਥੇ, ਠੀਕ ਹੈ। ਸੋ ਇਸ ਦੇ ਆਧਾਰ ਦੇ ਉੱਪਰ ਆਪਾਂ ਉਸ ਦੀ ਨਜ਼ਰ ਮਾਰਾਂਗੇ। ਹਾਂਜੀ ਏਸ਼ੀਆ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ, ਇਹ ਆਪਾਂ ਪੁਆਇੰਟ ਜਾਣ ਲੈਤਾ ਹੈ, ਅਤੇ ਇਸ ਦੇ ਵਿਚਕਾਰੋਂ ਕਰਕ ਰੇਖਾ ਜਿਹੜੀ ਹੈ ਉਹ ਕ੍ਰੋਸ ਕਰਦੀ ਹੈਗੀ ਆ, ਅਤੇ ਕਰਕ ਰੇਖਾ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਭਾਰਤ ਦੇ ਵਿੱਚੋਂ ਦੀ ਗੁਜ਼ਰਦੀ ਹੈਗੀ ਟ੍ਰੋਪਿਕ ਆਫ ਕੈਂਸਰ, ਅਤੇ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਜਾਂਦੀ ਹੈਗੀ ਆ। ਓਕੇ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਜਾਂਦੀ ਹੈ, ਅਤੇ ਭਾਰਤ ਏਸ਼ੀਆ ਦੇ ਵਿੱਚ ਪੈਂਦਾ, ਇਸ ਕਾਰਨ ਕਰਕੇ ਆਪਾਂ ਇਸ ਨੂੰ ਏਸ਼ੀਆ ਦੇ ਵਾਲੇ ਖੇਤਰ ਦੇ ਵਿੱਚ ਐਡ ਕਰਦੇ ਹੈਗੇ ਹਾਂ। ਤੁਸੀਂ ਦੇਖ ਸਕਦੇ ਹੈਗੇ ਆ ਜਾ ਰਹੀ ਹੈਗੀ ਆ ਏਸ਼ੀਆ ਦੇ ਵਿੱਚੋਂ ਦੀ। ਓਕੇ ਨੈਕਸਟ ਹੈ ਜੀ ਇਹ ਉੱਤਰੀ ਗੋਲਾ ਅਰਧ ਦੇ ਵਿੱਚ ਸਥਿਤ ਹੈ, ਸਾਰਾ ਦਾ ਸਾਰਾ ਜਿਹੜਾ ਹੈ ਉੱਤਰੀ ਗੋਲਾ ਅਰਧ ਦੇ ਵਿੱਚ ਸਥਿਤ ਹੈ, ਜਿੰਨਾ ਵੀ ਆਪਣੇ ਕੋਲੇ ਏਸ਼ੀਆ ਕੰਟੀਨੈਂਟ ਹੈ, ਔਰ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਟਰੀਆਂ ਨੇ, ਜਿਹਦੇ ਵਿੱਚੋਂ ਸਭ ਤੋਂ ਪ੍ਰਮੁੱਖ ਹੈ ਚੀਨ, ਏਰੀਏ ਦੇ ਅਕੋਰਡਿੰਗ ਵੀ ਸਭ ਤੋਂ ਵੱਡੀ ਹੈਗੀ ਆ। ਇਸ ਤੋਂ ਇਲਾਵਾ ਪਾਪੂਲੇਸ਼ਨ ਦੇ ਆਧਾਰ ਦੇ ਉੱਪਰ ਵੀ ਜਿਹੜਾ ਹੈ ਵਰਤਮਾਨ ਸਮੇਂ ਇਹ ਦੂਸਰੇ ਨੰਬਰ 'ਤੇ ਆ ਚੁੱਕੀ ਹੈਗੀ, ਅਤੇ ਦੁਨੀਆ ਦੀ ਸਭ ਤੋਂ ਵੱਧ ਪਾਪੂਲੇਸ਼ਨ ਵਾਲੀ ਕੰਟਰੀ ਸਾਡੀ ਇੰਡੀਆ ਬਣ ਚੁੱਕੀ ਹੈ, ਜੋ ਕਿ ਫਸਟ ਨੰਬਰ ਦੇ ਉੱਪਰ ਆ ਰਹੀ ਹੈਗੀ ਹੈ ਵਰਤਮਾਨ ਸਮੇਂ। 142.86 ਕਰੋੜ ਪਾਪੂਲੇਸ਼ਨ ਹੋ ਚੁੱਕੀ ਹੈ 2023 ਦੇ ਡਾਟੇ ਦੇ ਅਕੋਰਡਿੰਗ। ਓਕੇ ਸੋ ਇਹ ਸਭ ਤੋਂ ਵੱਧ ਪਾਪੂਲੇਸ਼ਨ ਵਾਲੇ ਜਿਹੜੇ ਦੇਸ਼ ਹੈਗੇ ਨੇ ਉਹ ਸਾਡੇ ਏਸ਼ੀਆ ਦੇ ਵਿੱਚ ਹੀ ਪੈਂਦੇ ਹੈਗੇ ਨੇਗੇ ਸਭ ਤੋਂ ਅਧਿਕ, ਅਤੇ ਦੁਨੀਆ ਦੀ 60% ਪਾਪੂਲੇਸ਼ਨ ਜਿਹੜੀ ਹੈਗੀ ਉਹ ਸਾਡੇ ਏਸ਼ੀਆ ਦੇ ਵਿੱਚ ਹੀ ਰਹਿੰਦੀ ਹੈਗੀ, ਠੀਕ ਹੈ। ਸਾਡੇ ਏਸ਼ੀਆ ਦੇ ਵਿੱਚ ਹੀ ਜਨਸੰਖਿਆ ਜਿਹੜੀ ਉਹ ਨਿਵਾਸ ਕਰਦੀ ਹੈਗੀ ਆ, ਜਨਸੰਖਿਆ ਉੱਤਰੀ ਗੋਲੇ ਦੇ ਵਿੱਚ ਸੀਗੀ। ਓਕੇ ਇਸ ਤੋਂ ਇਲਾਵਾ ਏਸ਼ੀਆ ਅਤੇ ਯੂਰਪ, ਧਿਆਨ ਰੱਖਿਓ ਆਹ ਸਾਰਾ ਖੇਤਰ ਏਸ਼ੀਆ ਦਾ ਆ ਗਿਆ ਹੈ। ਓਕੇ ਇੱਧਰਲਾ ਸਾਰਾ ਖੇਤਰ ਏਸ਼ੀਆ ਦਾ ਬਣਦਾ ਹੈਗਾ, ਅਤੇ ਇੱਧਰਲਾ ਖੇਤਰ ਜਿਹੜਾ ਹੈ ਇਹ ਬਣਦਾ ਹੈ ਯੂਰਪ।
ਇਹ ਬਣਦਾ ਹੈ ਯੂਰਪ। ਵਿਚਕਾਰੋਂ ਇੱਕ ਇਹਨਾਂ ਦੇ ਖੇਤਰ ਜਾਂਦਾ ਹੈ ਜਿਹਦਾ ਨਾਮ ਹੈ ਜੀ ਯੂਰਾਲ ਮਾਊਂਟੇਨ। ਓਕੇ, ਆ ਯੂਰਾਲ ਮਾਊਂਟੇਨ ਦਾ ਦੇਖ ਸਕਦੇ ਹੋ ਤੁਸੀਂ। ਇਹ ਯੂਰਾਲ ਮਾਊਂਟੇਨ ਕਹਾਉਂਦਾ ਹੈ, ਇਹ ਏਸ਼ੀਆ ਤੇ ਯੂਰਪ ਨੂੰ ਜਿਹੜਾ ਹੈ ਵੱਖ ਕਰਦਾ ਹੈ। ਅਸਲ ਦੇ ਵਿੱਚ ਯੂਰਪ ਤੇ ਏਸ਼ੀਆ ਦੋਨੋਂ ਇਕੱਠੇ ਨੇਗੇ, ਇਹ ਵੱਖਰੇ ਵੱਖਰੇ ਨਹੀਂ, ਜਿਵੇਂ ਆਪਾਂ ਵੱਖਰੇ ਕੰਟੀਨੈਂਟ ਦੇਖੇ ਹੈਗੇ ਨੇਗੇ, ਇਹ ਇਕੱਠੇ ਨੇਗੇ, ਦੋਨੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ, ਕਿਸੇ ਸਮੁੰਦਰ ਨਾਲ ਜਾਂ ਕਿਸੇ ਕਹਿ ਸਕਦੇ ਹਾਂ ਓਸ਼ਨ ਦੇ ਨਾਲ ਇਸ ਨੂੰ ਵੱਖ ਨਹੀਂ ਹੁੰਦਾ। ਇਹ ਧਰਤੀ ਦੇ ਇੱਕੋ ਟੁਕੜੇ ਹੈਗੇ ਨੇ, ਬਟ ਇਹਨਾਂ ਨੂੰ ਵੱਖ ਕਰਨ ਵਾਲਾ ਇੱਕ ਪਰਬਤ ਖੇਤਰ ਹੈਗਾ ਗਾ, ਯਾਨੀ ਕਿ ਕਿਸੇ ਸਾਗਰ ਦੁਆਰਾ ਵੀ ਕਹਿੰਦੇ ਵੱਖ ਨਹੀਂ ਹੁੰਦੇ ਹੈਗੇ। ਅਤੇ ਉਸ ਪਰਬਤ ਦਾ ਨਾਮ ਹੈ ਜੀ ਯੂਰਾਲ ਪਰਬਤ। ਲਿਖਿਆ ਹੋਇਆ ਇੱਥੇ ਯੂਰਾਲ ਪਰਬਤ। ਓਕੇ, ਇਹ ਯੂਰਪ ਤੇ ਏਸ਼ੀਆ ਦੋਨਾਂ ਨੂੰ ਵੱਖ ਕਰਦਾ ਹੈਗਾ। ਨਾਲ ਹੀ ਤੁਸੀਂ ਇੱਕ ਪੁਆਇੰਟ ਹੋਰ ਯਾਦ ਰੱਖਣਾ ਹੈ ਕਿ ਦੋਨਾਂ ਦੇ ਸੰਯੁਕਤ ਰੂਪ ਨੂੰ, ਜਿਹਨੂੰ ਤੁਸੀਂ ਬਹੁਤ ਵਾਰੀ ਪੜ੍ਹਿਆ ਵੀ ਹੋਊਗਾ ਕਿ ਯੂਰਪ ਤੇ ਏਸ਼ੀਆ ਦੇ ਦੋਨਾਂ ਦੇ ਇਕੱਠੇ ਰੂਪ ਨੂੰ ਯੂਰੇਸ਼ੀਆ ਵੀ ਕਿਹਾ ਜਾਂਦਾ ਹੈ, ਜਾਂ ਯੂਰੇਸ਼ੀਆ ਸ਼ਬਦ ਤੁਸੀਂ ਸੁਣਿਆ ਵੀ ਹੋਣਾ ਹੈ, ਬਟ ਤੁਹਾਨੂੰ ਪਤਾ ਨਹੀਂ ਹੋਣਾ ਕਿ ਕਿੱਥੇ ਹੈ। ਇਹ ਯੂਰਪ ਤੇ ਏਸ਼ੀਆ ਦੋਨਾਂ ਤੋਂ ਮਿਲ ਕੇ ਬਣਿਆ ਹੋਇਆ ਇੱਕ ਪੂਰਾ ਕੰਬੀਨੇਸ਼ਨ ਹੈ, ਇਹਨੂੰ ਕਹਿੰਦੇ ਆ ਯੂਰੇਸ਼ੀਆ। ਕਲੀਅਰ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲੇ ਦੂਸਰਾ ਕੰਟੀਨੈਂਟ ਅਫਰੀਕਾ। ਅਫਰੀਕਾ ਕੰਟੀਨੈਂਟ ਜਿਹੜਾ ਹੈ ਜੀ ਇਹ ਦੱਖਣੀ ਤੇ ਉੱਤਰੀ ਗੋਲਾਰਧ ਦੋਨਾਂ ਦੇ ਵਿੱਚ ਸਥਿਤ ਹੈ, ਕਿਉਂਕਿ ਇਹਦੇ ਸੈਂਟਰ ਦੇ ਵਿੱਚੋਂ ਦੀ ਨਿਕਲਦੀ ਹੈਗੀ ਭੂ-ਮੱਧ ਰੇਖਾ 0 ਡਿਗਰੀ ਵਾਲੀ, ਜਿਹਨੂੰ ਕਿ ਇਕੁਏਟਰ ਕਹਿ ਦਿੰਦੇ ਹੈਗੇ ਆਪਾਂ, ਉਹ ਇਹਦੇ ਸੈਂਟਰ ਦੇ ਵਿੱਚੋਂ ਨਿਕਲਦੀ ਹੈ। ਇਹਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੰਦੀ ਹੈ। ਕੁਝ ਹਿੱਸਾ ਜਿਹੜਾ ਹੈਗਾ ਇਸ ਦਾ ਦੱਖਣੀ ਗੋਲਾਰਧ ਦੇ ਵਿੱਚ ਚਲਾ ਜਾਂਦਾ ਹੈ, ਕੁਝ ਹਿੱਸਾ ਜਿਹੜਾ ਹੈ ਇਹਦਾ ਉੱਤਰੀ ਗੋਲਾਰਧ ਦੇ ਵਿੱਚ ਚਲਾ ਜਾਂਦਾ ਹੈਗਾ ਗਾ। ਸੋ ਇਸ ਆਧਾਰ ਦੇ ਉੱਪਰ ਇਹ ਇੱਕ ਅਜਿਹਾ ਕੰਟੀਨੈਂਟ ਆ ਜਿਹੜਾ ਦੋਨਾਂ ਗੋਲਾਰਧ ਦੇ ਵਿੱਚ ਫੈਲਿਆ ਹੋਇਆ ਹੈ, ਤੇ ਸੰਸਾਰ ਦਾ ਦੂਸਰਾ ਵੱਡਾ ਕੰਟੀਨੈਂਟ ਹੈਗਾ ਗਾ ਜਿਹੜਾ ਕਿ 20% ਖੇਤਰ ਦੇ ਵਿੱਚ ਫੈਲਿਆ ਹੋਇਆ ਹੈਗਾ ਗਾ। ਮਹਾਦੀਪ ਜਿਹੜਾ ਹੈ ਇਹ ਯੂਰਪ ਦੇ ਨਾਲੋਂ ਰੋਮ ਸਾਗਰ, ਓਕੇ, ਰੋਮ ਸਾਗਰ ਦੇ ਨਾਲ ਵੱਖ ਹੁੰਦਾ ਹੈ। ਸੋ ਆਹ ਖੇਤਰ 'ਚ ਪੈਂਦਾ ਹੈਗਾ ਗਾ, ਜਿਹਨੂੰ ਕਿ ਮੈਡੀਟੇਰੀਅਨ ਸੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਹ ਵਾਲਾ ਖੇਤਰ, ਠੀਕ ਹੈ, ਮੈਡੀਟੇਰੀਅਨ ਸੀ ਕਹਿ ਦਿੰਦੇ ਹੈਗੇ ਆ, ਇਸ ਦੇ ਥਰੂ ਵੱਖ ਹੁੰਦਾ ਹੈ। ਏਸ਼ੀਆ ਦੇ ਨਾਲੋਂ ਇਹ ਵੱਖ ਹੁੰਦਾ ਹੈ ਲਾਲ ਸਾਗਰ, ਜਿਹਨੂੰ ਕਿ ਰੈੱਡ ਸੀ ਕਹਿ ਦਿੰਦੇ ਆ। ਆਹ ਵਾਲਾ ਖੇਤਰ ਇੱਥੇ ਇਹ ਏਸ਼ੀਆ ਦੇ ਨਾਲੋਂ ਵੱਖ ਹੋ ਰਿਹਾ ਹੈਗਾ ਗਾ ਦੋਨਾਂ ਖੇਤਰਾਂ ਦੇ ਵਿੱਚ। ਔਰ ਇੱਧਰ ਯੂਰਪ ਦੇ ਨਾਲੋਂ ਵੱਖ ਹੁੰਦਾ ਹੈ ਮੈਡੀਟੇਰੀਅਨ ਸੀ, ਜਿਹਨੂੰ ਕਿ ਰੋਮ ਸਾਗਰ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਓਕੇ, ਇਹ ਦੋਨੋਂ ਪੁਆਇੰਟ ਯਾਦ ਰੱਖਣੇ ਆ, ਵੈਰੀ ਵੈਰੀ ਇੰਪੋਰਟੈਂਟ ਨੇਗੇ। ਅਫਰੀਕਾ ਇੱਕ ਅਜਿਹਾ ਮਹਾਦੀਪ ਹੈ ਜਿਸ ਦੇ ਵਿਚਕਾਰੋਂ ਦੀ ਭੂ-ਮੱਧ ਰੇਖਾ ਨਿਕਲਦੀ ਹੈਗੀ ਹੈ, ਤੇ ਭੂ-ਮੱਧ ਰੇਖਾ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ, ਤੇ ਇਸ ਭੂ-ਮੱਧ ਰੇਖਾ ਦੇ ਉੱਪਰ ਸੂਰਜ ਹਮੇਸ਼ਾ ਸਿੱਧਾ ਰਹਿੰਦਾ, ਜਿਸ ਦੇ ਕਾਰਨ ਕਰਕੇ ਤੇ 12 ਘੰਟਿਆਂ ਦਾ ਦਿਨ ਤੇ 12 ਘੰਟਿਆਂ ਦੀ ਰਾਤ ਉਹ ਬਣੀ ਰਹਿੰਦੀ ਹੈ, ਤੇ ਸਭ ਤੋਂ ਅਧਿਕ ਗਰਮੀ ਹੁੰਦੀ ਹੈ। ਇਸੇ ਕਾਰਨ ਕਰਕੇ ਅਫਰੀਕਾ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈਗੀ ਆ। ਤੀਸਰਾ ਕੰਟੀਨੈਂਟ ਹੈ ਜੀ ਉੱਤਰੀ ਅਮਰੀਕਾ, ਜਿਹਨੂੰ ਨਾਰਥ ਅਮਰੀਕਾ ਕਹਿ ਦਿੰਦੇ ਹੈਗੇ ਆ। ਸੋ ਨਾਰਥ ਅਮਰੀਕਾ ਜਿਹੜਾ ਹੈ ਇਹ ਪੂਰੇ ਦਾ ਪੂਰਾ ਉੱਤਰੀ ਗੋਲਾਰਧ ਦੇ ਵਿੱਚ ਸਥਿਤ ਹੈ। ਇਹਦੀਆਂ 3 ਪ੍ਰਮੁੱਖ ਕੰਟਰੀਆਂ ਨੇਗੀਆਂ, ਇੱਕ ਅਲਾਸਕਾ ਆ ਜਾਂਦੀ ਹੈਗੀ ਆ, ਦੂਸਰੀ ਕੈਨੇਡਾ, ਦੂਸਰੀ ਹੈਗੀ ਆ ਯੂਨਾਈਟਿਡ ਸਟੇਟ, ਅਤੇ ਇੱਕ ਹੈ ਮੈਕਸੀਕੋ। ਇਹ 4 ਪ੍ਰਮੁੱਖ ਕੰਟਰੀਆਂ ਨੇਗੀ ਦੀਆਂ। ਬਾਕੀ ਇਹਦੇ ਵਿੱਚ ਅੱਗੇ ਜਿਹੜੇ ਪਾਰਟਸ ਆ ਜਾਂਦੇ ਹੈਗੇ ਆ, ਠੀਕ ਹੈ, ਜੋ ਕਿ ਸਟੇਟਸ ਰੂਪ ਦੇ ਵਿੱਚ ਜਾਣੀਆਂ ਜਾਂਦੀਆਂ ਹੈਗੀਆਂ ਨੇਗੀਆਂ। ਬੈਰਿੰਗ ਸਟ੍ਰੇਟ ਜਿਹੜਾ ਹੈ ਉਹ ਉੱਤਰੀ ਅਮਰੀਕਾ ਨੂੰ ਏਸ਼ੀਆ ਦੇ ਨਾਲੋਂ ਵੱਖ ਕਰਦਾ ਹੈ। ਇਸ ਸਥਾਨ ਵਿਖੇ ਆ ਜਾਂਦਾ ਹੈ ਬੈਰਿੰਗ ਸੀ, ਇਹਦੇ ਕੋਲ ਹੀ ਇੱਕ ਪੈਂਦਾ ਹੈ ਬੈਰਿੰਗ ਸਟ੍ਰੇਟ, ਠੀਕ ਹੈ, ਬੈਰਿੰਗ ਸਟ੍ਰੇਟ, ਜਿਹਨੂੰ ਕਿ ਜਲ ਡਮਰੂ ਕਹਿੰਦੇ ਆ। ਰਸ਼ੀਆ ਵਾਲਾ ਖੇਤਰ ਜਿਹੜਾ ਹੈ ਇਹ ਏਸ਼ੀਆ ਦਾ ਹੈ, ਇਹਦੇ ਨਾਲੋਂ ਇਹ ਵੱਖ ਹੁੰਦਾ ਹੈ ਨਾਰਥ ਅਮਰੀਕਾ ਬੈਰਿੰਗ ਸਟ੍ਰੇਟ ਦੇ ਨਾਲੋਂ, ਠੀਕ ਹੈ। ਨੀਚੇ ਜੇਕਰ ਆਪਾਂ ਥੱਲੇ ਸਾਊਥ ਦੇ ਵਿੱਚ ਚਲੇ ਗਏ ਤਾਂ ਸਾਊਥ ਦੇ ਵਿੱਚ ਵੀ ਇਹ ਇੱਕ ਕੰਟਰੀ ਦੇ ਨਾਲੋਂ ਵੱਖ ਹੁੰਦਾ ਹੈ, ਜਿਹਨੂੰ ਕਿ ਪਨਾਮਾ ਨਹਿਰ ਕਿਹਾ ਜਾਂਦਾ ਹੈ, ਉਹ ਇਸ ਨੂੰ ਸਾਊਥ ਅਮਰੀਕਾ ਦੇ ਨਾਲੋਂ ਵੱਖ ਕਰਦੀ ਹੈਗੀ। ਉੱਤਰੀ ਅਮਰੀਕਾ ਦੇ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਦੀ ਗੱਲ ਕਰ ਰਹੇ ਹੈਗੇ ਏਰੀਏ ਦੇ ਅਕੋਰਡਿੰਗ ਕੈਨੇਡਾ, ਉਹ ਇਸ ਖੇਤਰ ਦੇ ਵਿੱਚ ਹੀ ਪੈਂਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਏਰੀਏ ਦੇ ਅਕੋਰਡਿੰਗ ਰਸ਼ੀਆ ਹੈਗਾ ਗਾ, ਉਹ ਇਸੇ ਖੇਤਰ ਦੇ ਵਿੱਚ ਪੈਂਦਾ ਹੈ। ਓਕੇ, ਯਾਨੀ ਕਿ ਰਸ਼ੀਆ ਜਿਹੜਾ ਉਹ ਸਾਡੇ ਯੂਰਪ ਵਾਲੇ ਖੇਤਰ 'ਚ ਆਉਂਦਾ ਹੈ, ਅਤੇ ਸੰਸਾਰ ਦਾ ਦੂਸਰਾ ਵੱਡਾ ਦੇਸ਼ ਏਰੀਏ ਦੇ ਅਕੋਰਡਿੰਗ ਕੈਨੇਡਾ, ਉਹ ਇਸੇ ਖੇਤਰ ਦੇ ਵਿੱਚ ਪੈਂਦਾ ਹੈਗਾ ਗਾ, ਜਿੱਥੇ ਅੱਜ ਕੱਲ੍ਹ ਬਹੁਤੇ ਭਾਰਤੀ ਜਾਂਦੇ ਹੈਗੇ ਨੇਗੇ। ਚੌਥੇ ਨੰਬਰ ਦਾ ਵੱਡਾ ਦੇਸ਼ ਏਰੀਏ ਦੇ ਅਕੋਰਡਿੰਗ ਸੰਯੁਕਤ ਰਾਜ ਅਮਰੀਕਾ ਹੈਗਾ ਗਾ, ਸੋ ਉਹ ਵੀ ਇੱਥੇ ਹੀ ਪੈਂਦਾ ਹੈਗਾ ਗਾ। ਤੇ ਸਾਡਾ ਭਾਰਤ ਜਿਹੜਾ ਹੈ ਏਰੀਏ ਦੇ ਅਕੋਰਡਿੰਗ 7ਵੇਂ ਨੰਬਰ ਦੇ ਉੱਪਰ ਆਉਂਦਾ ਹੈ, ਇਹ ਵੀ ਤੁਸੀਂ ਯਾਦ ਰੱਖ ਲੈਣਾ ਹੈ ਪੁਆਇੰਟ। ਨੈਕਸਟ ਹੈ ਜੀ ਦੱਖਣੀ ਅਮਰੀਕਾ, ਸਾਊਥ ਅਮਰੀਕਾ ਜਿਹਨੂੰ ਕਹਿ ਦਿੰਦੇ ਆ ਜੀ। ਸੋ ਸਾਊਥ ਅਮਰੀਕਾ ਜਿਹੜਾ ਹੈਗਾ ਗਾ ਇਹ ਦੱਖਣੀ ਗੋਲਾਰਧ ਦੇ ਵਿੱਚ ਪੈਂਦਾ ਪੂਰਾ ਦਾ ਪੂਰਾ। ਨਾਰਥ ਅਮਰੀਕਾ ਉੱਤਰੀ ਗੋਲਾਰਧ ਦੇ ਵਿੱਚ ਆ, ਸਾਊਥ ਅਮਰੀਕਾ ਜਿਹੜਾ ਹੈ ਹੈਮਿਸਫੇਅਰ ਦੇ ਵਿੱਚ ਪੈਂਦਾ ਨੇ। ਨਾਮ ਦੇ ਮੂਹਰੇ ਲੱਗਿਆ ਉਹਦੇ ਆਧਾਰ ਦੇ ਉੱਪਰ ਤੁਸੀਂ ਆਸਾਨੀ ਦੇ ਨਾਲ ਜਿਹੜਾ ਸਮਝ ਸਕਦੇ ਹੋ, ਕਿਉਂਕਿ ਇਹ ਲਗਭਗ ਕਹਿੰਦੇ ਸਾਰਾ ਸਾਰਾ ਪਾਣੀ ਦੇ ਨਾਲ ਹੀ ਘਿਰਿਆ ਹੋਇਆ ਹੈਗਾ, ਸਿਰਫ ਉੱਤਰ ਵਾਲੇ ਖੇਤਰ ਨੂੰ ਛੱਡ ਕੇ। ਇਸ ਖੇਤਰ ਦੇ ਵਿੱਚ ਇੱਥੇ ਇੱਕ ਨਹਿਰ ਪੈਂਦੀ ਹੈਗੀ ਆ, ਜਿਹਦਾ ਨਾਮ ਹੈ ਪਨਾਮਾ ਨਹਿਰ। ਸੰਸਾਰ ਦੇ ਵਿੱਚ 2 ਨਹਿਰਾਂ ਪ੍ਰਮੁੱਖ ਰਹਿੰਦੀਆਂ ਨੇਗੀਆਂ, ਇੱਕ ਸਵੇਜ਼ ਕਨਾਲ ਰਹਿੰਦੀ ਹੈਗੀ ਹੈ, ਤੇ ਇੱਕ ਪਨਾਮਾ ਨਹਿਰ। ਪਨਾਮਾ ਨਹਿਰ ਜਿਹੜੀ ਹੈਗੀ ਉਹ ਅਮਰੀਕਾ, ਨਾਰਥ ਅਮਰੀਕਾ ਅਤੇ ਸਾਊਥ ਅਮਰੀਕਾ ਦੋਨਾਂ ਨੂੰ ਵੱਖ ਕਰਦੀ ਹੈਗੀ। ਇਹਦੇ ਥਰੂ ਇਹ ਇੱਕ ਦੂਜੇ ਨਾਲ ਵੱਖ ਹੁੰਦੇ ਆ। ਬਾਕੀ ਸਾਰਾ ਦਾ ਸਾਰਾ ਜਿਹੜਾ ਅਮਰੀਕਾ ਹੈਗਾ ਗਾ ਉਹ ਤਕਰੀਬਨ ਸਾਊਥ ਅਮਰੀਕਾ ਜਿਹੜਾ ਉਹ ਪਾਣੀ ਦੇ ਨਾਲ ਹੀ ਘਿਰਿਆ, ਤੁਸੀਂ ਦੇਖ ਸਕਦੇ ਹੈਗੇ। ਅਤੇ ਦੁਨੀਆ ਦਾ ਇਹਦੇ ਵਿੱਚ ਇੱਕ ਵੱਡਾ ਦੇਸ਼ ਹੋਰ ਪੈਂਦਾ ਹੈ, ਜਿਸ ਦਾ ਨਾਮ ਹੈ ਬ੍ਰਾਜ਼ੀਲ, ਜਿਹੜਾ ਦੁਨੀਆ ਦੇ ਵਿੱਚ ਕੌਫੀ ਦੇ ਲਈ ਮਸ਼ਹੂਰ ਹੈ। ਸੋ ਉਹ ਵੀ ਇਸੇ ਖੇਤਰ ਦੇ ਵਿੱਚ ਹੀ ਪੈਂਦਾ ਹੈ। ਦੁਨੀਆ ਦਾ ਸਭ ਤੋਂ ਵੱਧ ਤਾਂਬਾ ਪੈਦਾ ਕਰਨ ਵਾਲਾ ਦੇਸ਼ ਚਿਲੀ ਜਿਹੜਾ ਹੈ ਉਹ ਵੀ ਇਸੇ ਖੇਤਰ ਦੇ ਵਿੱਚ ਹੀ ਪੈਂਦਾ ਹੈਗਾ। ਨੈਕਸਟ ਹੈ ਜੀ 5ਵਾਂ ਅੰਟਾਰਕਟਿਕਾ।
ਅੰਟਾਰਕਟਿਕਾ ਜਿਹੜਾ ਹੈਗਾ ਸਾਡੇ ਸਾਊਥ ਵਾਲੇ ਖੇਤਰ 'ਚ ਪੈਂਦਾ ਹੈ, ਜਾਣੀ ਕਿ ਬਿਲਕੁਲ ਦੱਖਣੀ ਧਰੁਵ ਦੇ ਉੱਪਰ ਸਥਿਤ ਹੈ ਜਿਹੜਾ ਖੇਤਰ, ਉਸ ਨੂੰ ਅੰਟਾਰਕਟਿਕਾ ਮਹਾਂਦੀਪ ਕਿਹਾ ਜਾਂਦਾ ਹੈ। ਇਹ ਪੂਰੇ ਦਾ ਪੂਰਾ ਖੇਤਰ ਜਿਹੜਾ ਹੈ ਬਰਫ਼ ਦੇ ਨਾਲ ਢਕਿਆ ਹੋਇਆ ਹੈਗਾ ਗਾ। ਬਰਫ਼ ਦੇ ਨਾਲ ਢਕਿਆ ਹੋਣ ਕਰਕੇ ਹੀ ਇਸ ਨੂੰ ਵਾਈਟ ਕੰਟੀਨੈਂਟ ਜਾਂ ਚਿੱਟਾ ਮਹਾਂਦੀਪ ਕਹਿ ਦਿੰਦੇ ਆ, ਕਿਉਂਕਿ ਸਾਰ ਦੇ ਉੱਪਰ ਬਰਫ਼ ਜੰਮੀ ਰਹਿੰਦੀ ਹੈ ਸਾਰਾ ਸਾਲ। ਔਰ ਇਹ ਇੱਕੋ ਇੱਕ ਇਹੋ ਜਿਹਾ ਕੰਟੀਨੈਂਟ ਹੈ ਜਿਹਦੇ ਉੱਪਰ ਜੀਵਨ ਸੰਭਵ ਨਹੀਂ ਹੈ, ਮਨੁੱਖ ਨਹੀਂ ਰਹਿ ਸਕਦਾ। ਮੇਨ ਕਾਰਨ ਹੈ ਕਿ ਇੱਥੇ ਸਾਰਾ ਸਾਲ ਬਰਫ਼ ਰਹਿੰਦੀ ਹੈ ਤੇ ਟੈਂਪਰੇਚਰ ਬਹੁਤ ਲੋ ਰਹਿੰਦਾ ਹੈਗਾ ਗਾ। ਓਕੇ, ਔਰ ਇਸ ਖੇਤਰ ਦੇ ਵਿੱਚ ਵਰਤਮਾਨ ਸਮੇਂ ਭਾਰਤ ਦਾ ਇੱਕ ਆਧੁਨਿਕ ਖੋਜ ਕੇਂਦਰ ਜਿਹੜਾ ਹੈ ਉਹ ਸਟੈਬਲਿਸ਼ ਕੀਤਾ ਹੋਇਆ, ਜਿਸ ਦਾ ਨਾਮ ਹੈ ਮੈਤਰੀ। ਓਕੇ, ਮੈਤਰੀ ਇੱਥੇ ਇੱਕ ਇਸ ਤਰ੍ਹਾਂ ਦਾ ਖੋਜ ਕੇਂਦਰ ਹੈ ਜਿੱਥੇ ਖੋਜ ਕੀਤੀ ਜਾਂਦੀ ਹੈ ਤੇ ਭਾਰਤ ਦਾ ਹੈਗਾ ਗਾ। ਗੰਗੋਤਰੀ ਵੀ ਇੱਕ ਖੋਜ ਖੇਤਰ ਹੈ, ਉਹ ਵੀ ਭਾਰਤ ਦਾ ਹੀ ਰਿਹਾ ਹੈਗਾ ਗਾ। ਠੀਕ ਹੈ, ਇਹ ਯਾਦ ਰੱਖਿਓ। ਔਰ ਇਸ ਮਹਾਂਦੀਪ ਨੂੰ ਜਿਹੜਾ ਹੈਗਾ ਗਾ ਸਾਇੰਸ ਨੂੰ ਸਮਰਪਿਤ ਜਾਂ ਵਿਗਿਆਨ ਨੂੰ ਸਮਰਪਿਤ ਮਹਾਂਦੀਪ ਵੀ ਕਹਿ ਦਿੰਦੇ ਹੈਗੇ ਆ। ਸਾਇੰਸ ਨੂੰ ਸਮਰਪਿਤ, ਕਿਉਂਕਿ ਇੱਥੇ ਮਨੁੱਖ ਤਾਂ ਰਹਿੰਦੇ ਨਹੀਂ ਹੈਗੇ ਗੇ। ਠੀਕ ਹੈ, ਸੋ ਇਸ ਲਈ ਸਿਰਫ ਇੱਥੇ ਸਾਇੰਸ ਨੂੰ ਲੈ ਕੇ ਪ੍ਰੋਜੈਕਟ ਬਣੇ ਹੋਏ ਆ ਤਾਂ ਕਿ ਖੋਜ ਵਗੈਰਾ ਕੀਤੀ ਜਾ ਸਕੇ। ਸੋ ਇਸੇ ਕਰਕੇ ਇਸ ਨੂੰ ਸਾਇੰਸ ਨੂੰ ਸਮਰਪਿਤ ਮਹਾਂਦੀਪ ਕਹਿ ਦਿੰਦੇ ਹੈਗੇ ਆ। ਛੇਵਾਂ ਹੈ ਯੂਰਪ। ਯੂਰਪ ਜਿਹੜਾ ਹੈ ਸਾਡਾ ਛੇਵਾਂ ਵੱਡਾ ਕੰਟੀਨੈਂਟ, ਛੋਟਾ ਕੰਟੀਨੈਂਟ ਆ ਜਾਂਦਾ ਹੈਗਾ ਨੰਬਰਿੰਗ ਦੇ ਅਕੋਰਡਿੰਗ। ਇਸ ਦੇ ਵਿੱਚ ਰੂਸ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਏਰੀਏ ਦੇ ਅਕੋਰਡਿੰਗ, ਉਹ ਇਸੇ ਖੇਤਰ ਦੇ ਵਿੱਚ ਹੀ ਪੈਂਦਾ ਹੈ। ਰੂਸ ਇਸ ਦੇ ਹਿੱਸੇ ਦੇ ਵਿੱਚ ਆਉਂਦਾ ਹੈ। ਓਕੇ, ਅਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਦੁਨੀਆ ਦੇ ਸਭ ਤੋਂ ਛੋਟਾ ਦੇਸ਼ ਜਿਹਨੂੰ ਕਿ ਵੈਟੀਕਨ ਸਿਟੀ ਕਹਿੰਦੇ ਹੈਗੇ ਆ, ਇਟਲੀ ਦੇ ਵਿੱਚ ਪੈਂਦੇ ਹੈ, ਉਹ ਵੀ ਇਸੇ ਖੇਤਰ ਦੇ ਵਿੱਚ ਹੀ ਹੈ। ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਰੂਸ, ਉਹ ਵੀ ਯੂਰਪ ਦੇ ਵਿੱਚ ਪੈਂਦਾ ਹੈ, ਤੇ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਵੈਟੀਕਨ ਸਿਟੀ, ਉਹ ਵੀ ਸੰਸਾਰ ਦਾ ਸਭ ਤੋਂ ਛੋਟਾ ਦੇਸ਼ ਹੋਣ ਦੇ ਕਾਰਨ ਕਰਕੇ ਇੱਥੇ ਹੀ ਸਥਿਤ ਪੈ ਜਾਂਦਾ ਹੈਗਾ। ਓਕੇ, ਯੂਰਪ ਇੱਕ ਇਹੋ ਜਿਹਾ ਮਹਾਂਦੀਪ ਆ ਜਿੱਥੇ ਬਹੁਤ ਸੰਘਣੀ ਵਸੋਂ ਰਹਿੰਦੀ ਹੈਗੀ ਆ, ਤੇ ਇਹਦੇ ਨਾਲ ਇਹ ਸੰਘਣੀ ਵਸੋਂ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਡਿਵੈਲਪਡ ਹੈ। ਠੀਕ ਹੈ, ਆਪਣੇ ਭਾਰਤ ਤੋਂ ਹਲਦੇ ਕਿ ਜਿਹੜਾ ਹੈ ਆਪਣੀ ਅਰਥ ਵਿਵਸਥਾ ਨਹੀਂ ਸੰਭਾਲੀ ਗਈ, ਬਟ ਇਹ ਆਪਣੇ ਨਾਲੋਂ ਵੀ ਜ਼ਿਆਦਾ ਸੰਘਣੀ ਵਸੋਂ ਵਾਲਾ ਖੇਤਰ ਹੈ, ਬਟ ਡਿਵੈਲਪਡ ਨੇਗੇ ਫਿਰ ਵੀ ਇਹ। ਓਕੇ, ਨੈਕਸਟ ਹੈ ਜੀ ਸੱਤਵਾਂ ਕੰਟੀਨੈਂਟ। ਸੱਤਵਾਂ ਕੰਟੀਨੈਂਟ ਹੈ ਸਾਡੇ ਕੋਲੇ ਆਸਟ੍ਰੇਲੀਆ, ਜੋ ਕਿ ਸੰਸਾਰ ਦਾ ਸਭ ਤੋਂ ਛੋਟਾ ਮਹਾਂਦੀਪ ਹੈਗਾ ਗਾ, ਤੇ ਇਸ ਨੂੰ ਟਾਪੂ ਮਹਾਂਦੀਪ ਵੀ ਕਹਿ ਦਿੰਦੇ ਆ, ਆਈਲੈਂਡ ਵੀ ਕਹਿ ਦਿੰਦੇ ਆ, ਕਿਉਂਕਿ ਇਹ ਚਾਰੇ ਪਾਸੇ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈਗਾ ਗਾ। ਇਹ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਦੇ ਵਿੱਚ ਆਸੇ-ਪਾਸੇ ਪਾਣੀ ਹੀ ਪਾਣੀ ਹੈ। ਇੱਥੇ ਲੈਂਡ ਜਿਹੜੀ ਆ ਉਹ ਕੋਈ ਨਾਲ ਨਹੀਂ ਲੱਗਦੀ, ਸਿਰਫ ਪਾਣੀ ਹੋਣ ਕਰਕੇ ਇਸ ਨੂੰ ਕਈ ਵਾਰ ਟਾਪੂ ਆਈਲੈਂਡ ਵੀ ਕਹਿ ਦਿੰਦੇ ਆ। ਇਹ ਸੰਸਾਰ ਦਾ ਸਭ ਤੋਂ ਛੋਟਾ ਮਹਾਂਦੀਪ ਹੈਗਾ ਗਾ। ਓਕੇ, ਨੈਕਸਟ ਹੈ ਜੀ ਸਾਡੇ ਕੋਲੇ ਹਾਈਡਰੋਸਫੀਅਰ। ਇਹ ਸੀਗੇ ਸਾਡੇ 7 ਕੰਟੀਨੈਂਟ। ਕੁਝ ਬੇਸਿਕ ਜਿਹੇ ਪੁਆਇੰਟ ਮੈਂ ਤੁਹਾਨੂੰ ਸਮਝਾਏ ਨੇਗੇ ਜੋ ਕਿ ਤੁਹਾਨੂੰ ਸ਼ੁਰੂਆਤ ਕਰਨਗੇ ਜਿਓਗ੍ਰਾਫੀ ਨੂੰ ਸਮਝਣ ਦੇ ਵਿੱਚ ਕਿ ਅਸਲ ਦੇ ਵਿੱਚ ਇਹ ਕੀ ਚੀਜ਼ਾਂ ਸੀਗੀਆਂ ਨਾ ਤੇ ਕਿਉਂ ਇਹਨਾਂ ਨੂੰ ਇਹ ਨਾਮ ਦਿੱਤੇ ਹੋਏ ਹੈਗੇ ਨੇਗੇ। ਨੈਕਸਟ ਆਉਂਦਾ ਸਾਡੇ ਕੋਲੇ ਹਾਈਡਰੋਸਫੀਅਰ। ਹਾਈਡਰੋਸਫੀਅਰ ਮਤਲਬ ਜਲ ਮੰਡਲ, ਜਿਹੜਾ ਕਿ ਪਾਣੀ ਦੇ ਨਾਲ ਢਕਿਆ ਹੁੰਦਾ ਹੈ ਖੇਤਰ। ਠੀਕ ਹੈ, ਧਰਤੀ ਦਾ ਉਹ ਹਿੱਸਾ ਜਾਂ ਜਿਹੜਾ ਹਿੱਸਾ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ ਉਹਨੂੰ ਕਹਿੰਦੇ ਆ ਹਾਈਡਰੋਸਫੀਅਰ ਜਾਂ ਜਲ ਮੰਡਲ। ਓਕੇ, ਧਰਤੀ ਦਾ 2/3 ਹਿੱਸਾ ਜਿਹੜਾ ਹੈ ਜਾਂ ਇਸ ਤੋਂ ਵੀ ਵੱਧ ਕਹਿ ਸਕਦੇ ਹਾਂ ਖੇਤਰ ਜਿਹੜਾ ਹੈ ਉਹ ਪਾਣੀ ਦੇ ਨਾਲ ਘਿਰਿਆ ਹੋਇਆ। ਪਰਸੈਂਟੇਜ ਦੇ ਵਿੱਚ ਬਣ ਜਾਂਦਾ ਹੈ 71%। ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦੱਸ ਦਿੱਤਾ ਸੀ ਇਸ 71% ਦੇ ਵਿੱਚ ਮਹਾਸਾਗਰ, ਸਾਗਰ, ਝੀਲਾਂ ਤੇ ਦਰਿਆ ਜਿਹੜੇ ਆ ਉਹ ਸਾਰੇ ਦੇ ਸਾਰੇ ਖੇਤਰ ਇਸ ਦੇ ਵਿੱਚ ਸ਼ਾਮਲ ਹੁੰਦੇ ਹੈਗੇ ਅੱਗੇ। ਓਕੇ, ਧਰਤੀ ਦੇ ਉੱਪਰ ਕੁੱਲ 5 ਮਹਾਸਾਗਰ ਨੇਗੇ। ਮਹਾਂਦੀਪ ਸਾਡੇ ਕੋਲੇ 7 ਸੀਗੇ, ਬਟ ਮਹਾਸਾਗਰ ਜਿਹੜੇ ਆ ਉਹ ਸਾਡੇ ਕੋਲੇ 5 ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਸ਼ਾਂਤ ਮਹਾਸਾਗਰ ਜਾਂ ਪ੍ਰਸ਼ਾਂਤ ਮਹਾਸਾਗਰ, ਜਿਹਨੂੰ ਪੈਸੀਫਿਕ ਕਹਿ ਦਿੰਦੇ ਆ। ਇਹ ਸਭ ਤੋਂ ਵੱਡਾ ਮਹਾਸਾਗਰ ਹੈ, ਸਭ ਤੋਂ ਵੱਡਾ ਮਹਾਸਾਗਰ ਹੈ। ਦੂਸਰਾ ਹੈ ਅੰਧ ਮਹਾਸਾਗਰ, ਜਿਹਨੂੰ ਅਟਲਾਂਟਿਕ ਓਸ਼ਨ ਕਹਿ ਦਿੰਦੇ ਹੈਗੇ ਅੱਗੇ। ਓਕੇ, ਤੀਸਰਾ ਹੈ ਹਿੰਦ ਮਹਾਸਾਗਰ, ਇਹ ਤੀਸਰਾ ਵੱਡਾ ਕੰਟੀਨੈਂਟ ਆ ਜਾਂਦਾ ਹੈ। ਚੌਥਾ ਹੈ ਆਰਕਟਿਕ ਓਸ਼ਨ, ਅਤੇ ਪੰਜਵਾਂ ਹੈ ਦੱਖਣੀ ਮਹਾਸਾਗਰ। ਓਕੇ, ਇਹ 5 ਸਾਡੇ ਕੋਲੇ ਵੱਖਰੇ ਵੱਖਰੇ ਮਹਾਸਾਗਰ ਹੈਗੇ ਜਿਹੜੇ ਕਿ ਪਾਣੀ ਦੇ ਨਾਲ ਘਿਰੇ ਹੋਏ ਖੇਤਰ ਹੈਗੇ ਨੇਗੇ। ਸੋ ਸਭ ਤੋਂ ਪਹਿਲਾਂ ਹੈ ਪ੍ਰਸ਼ਾਂਤ ਮਹਾਸਾਗਰ। ਪ੍ਰਸ਼ਾਂਤ ਮਹਾਸਾਗਰ ਨੂੰ ਪੈਸੀਫਿਕ ਓਸ਼ਨ ਵੀ ਕਹਿ ਦਿੰਦੇ ਆ ਜਾਂ ਸ਼ਾਂਤ ਮਹਾਸਾਗਰ ਵੀ ਕਹਿ ਦਿੰਦੇ ਆ। ਇਹ ਏਸ਼ੀਆ, ਆਸਟ੍ਰੇਲੀਆ ਨੂੰ ਉੱਤਰੀ ਅਮਰੀਕਾ ਦੇ ਨਾਲੋਂ ਵੱਖ ਕਰਦਾ ਹੈਗਾ ਗਾ। ਓਕੇ, ਏਸ਼ੀਆ ਤੇ ਆਸਟ੍ਰੇਲੀਆ ਨੂੰ ਜਿਹੜਾ ਹੈ ਉੱਤਰੀ ਅਮਰੀਕਾ ਦੇ ਨਾਲੋਂ ਵੱਖ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਆਹ ਸਾਡਾ ਪੈਸੀਫਿਕ ਓਸ਼ਨ ਹੈ, ਸੰਸਾਰ ਦਾ ਸਭ ਤੋਂ ਵੱਡਾ ਮਹਾਸਾਗਰ ਹੈਗਾ ਗਾ। ਏਸ਼ੀਆ ਨੂੰ ਨਾਰਥ ਅਮਰੀਕਾ ਦੇ ਨਾਲੋਂ ਵੱਖ ਕਰਦਾ ਹੈਗਾ ਗਾ, ਤੇ ਆਸਟ੍ਰੇਲੀਆ ਨੂੰ ਸਾਊਥ ਅਮਰੀਕਾ ਦੇ ਨਾਲੋਂ ਵੱਖ ਕਰਦਾ ਹੈ। ਦੋਨੇ ਪੁਆਇੰਟ ਇਸ ਦੇ ਵਿੱਚ ਵੱਖਰੇ ਵੱਖਰੇ ਹੋ ਜਾਂਦੇ ਹੈਗੇ ਨੇਗੇ। ਓਕੇ, ਸੰਸਾਰ ਦਾ ਸਭ ਤੋਂ ਵੱਡਾ ਮਹਾਸਾਗਰ ਹੈਗਾ ਗਾ, ਅਤੇ ਨਾਲ ਹੀ ਧਰਤੀ ਦਾ ਲਗਭਗ 1/3 ਰਕਬਾ ਜਿਹੜਾ ਹੈ ਉਹ ਇਸ ਖੇਤਰ ਦੇ ਵਿੱਚ ਪੈਂਦਾ ਹੈਗਾ ਗਾ। ਠੀਕ ਹੈ, ਸੋ ਕਾਫੀ ਵੱਡਾ ਖੇਤਰ ਹੈ, ਤਕਰੀਬਨ ਏਸ਼ੀਆ ਤੇ ਯੂਰਪ ਦੇ ਵਿੱਚ ਜਿਹੜੇ ਹੈਗੇ ਅੱਗੇ ਉਹ ਸਮਾ ਸਕਦੇ ਹੈਗੇ। ਇਹ ਇੰਨਾ ਵੱਡਾ ਖੇਤਰ ਹੈਗਾ ਗਾ। ਓਕੇ, ਸੰਸਾਰ ਦੀ ਸਭ ਤੋਂ ਡੂੰਘੀ ਖਾਈ ਜਿਹਦਾ ਨਾਮ ਹੈ ਮੈਰੀਨਾ ਖਾਈ, ਸੋ ਉਹ ਵੀ ਇਸੇ ਮਹਾਸਾਗਰ ਦੇ ਵਿੱਚ, ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈਗੀ ਆ। ਇਹਦਾ ਪਾਣੀ ਬਹੁਤ ਜ਼ਿਆਦਾ ਸ਼ਾਂਤ ਹੈ, ਜਿਹਦੇ ਕਾਰਨ ਕਰਕੇ ਇਸ ਨੂੰ ਕਹਿ ਦਿੰਦੇ ਹੈਗੇ ਕਿ ਸ਼ਾਂਤ ਮਹਾਸਾਗਰ ਹੈਗਾ ਗਾ। ਓਕੇ, ਅਟਲਾਂਟਿਕ ਓਸ਼ਨ, ਪ੍ਰਸ਼ਾਂਤ ਮਹਾਸਾਗਰ। ਸ਼ਾਂਤ ਮਹਾਸਾਗਰ ਇੱਕ ਪਾਸੇ ਤਾਂ ਕਹਿੰਦੇ ਉੱਤਰੀ ਅਮਰੀਕਾ ਤੇ ਦੂਸਰੇ ਪਾਸੇ ਦੱਖਣੀ ਅਮਰੀਕਾ ਤੱਕ ਫੈਲਿਆ ਹੋਇਆ ਹੈਗਾ ਗਾ। ਅਤੇ ਏਸ਼ੀਆ ਤੇ ਆਸਟ੍ਰੇਲੀਆ, ਇਹ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੈ। ਆਸਟ੍ਰੇਲੀਆ, ਏਸ਼ੀਆ, ਨਾਰਥ ਅਮਰੀਕਾ, ਸਾਊਥ ਅਮਰੀਕਾ ਤੇ ਆਸਟ੍ਰੇਲੀਆ, ਇਹਦੇ ਵਿਚਕਾਰਲਾ ਸਾਰਾ ਖੇਤਰ ਜਿਹੜਾ ਹੈ ਉਹ ਪੈਸੀਫਿਕ ਓਸ਼ਨ ਕਹਾਉਂਦਾ ਹੈ।
ਸ਼ਾਂਤ ਮਹਾਸਾਗਰ ਕਹਾਉਂਦਾ ਹੈ। ਨੈਕਸਟ ਹੈ 2 ਨੰਬਰ ਦੇ ਵਿੱਚ ਅੰਧ ਮਹਾਸਾਗਰ, ਜਿਹਨੂੰ ਅਟਲਾਂਟਿਕ ਓਸ਼ਨ ਕਹਿ ਦਿੰਦੇ ਹੈਗੇ ਅੱਗੇ। ਓਕੇ, ਇਹ ਸੰਸਾਰ ਦਾ ਦੂਸਰਾ ਵੱਡਾ ਮਹਾਸਾਗਰ ਹੈ ਤੇ ਇਹ ਇੱਕ ਪਾਸੇ ਤੋਂ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਮੀਨਜ਼ ਆਹ ਸਾਰਾ ਖੇਤਰ ਨਾਰਥ ਅਮਰੀਕਾ ਆ ਗਿਆ, ਦੂਸਰਾ ਸਾਊਥ ਅਮਰੀਕਾ ਆ ਗਿਆ ਹੈ, ਇਹਦੇ ਨਾਲ ਘਿਰਿਆ ਹੋਇਆ ਹੈਗਾ ਗਾ, ਤੇ ਦੂਸਰੇ ਪਾਸੇ ਇਹ ਘਿਰਿਆ ਹੋਇਆ ਹੈ ਯੂਰਪ ਦੇ ਨਾਲ ਅਤੇ ਅਫਰੀਕਾ ਦੇ ਨਾਲ। ਠੀਕ ਹੈ, 4 ਕੰਟੀਨੈਂਟ ਇਹਨੂੰ ਆਪਸ ਦੇ ਵਿੱਚ ਜੋੜਦੇ ਹੈਗੇ ਅੱਗੇ, ਯਾਨੀ ਕਿ ਇੱਕ ਦੂਸਰੇ ਨੂੰ ਵੱਖ ਕਰਦੇ ਹੈਗੇ ਆ। ਸੰਸਾਰ ਦੀ ਸਭ ਤੋਂ ਵੱਧ ਸਾਗਰੀ ਆਵਾਜਾਈ ਜਾਂ ਸੰਸਾਰ ਦਾ ਸਭ ਤੋਂ ਵਿਅਸਤ ਜਾਂ ਬਿਜੀਐਸਟ ਓਸ਼ਨ ਜਿਹੜਾ ਹੈ ਉਹ ਅਟਲਾਂਟਿਕ ਓਸ਼ਨ ਹੈ, ਅਤੇ ਇਹ ਉਹੀ ਅਟਲਾਂਟਿਕ ਓਸ਼ਨ ਹੈ ਜਿਸ ਦੇ ਵਿੱਚ ਸਾਡਾ ਜਿਹੜਾ ਹੈ ਟਾਈਟਨ ਜਹਾਜ਼ ਹੈ ਉਹ ਡੁੱਬ ਗਿਆ ਸੀਗਾ, ਤੇ ਇਹ ਉਹੀ ਓਸ਼ਨ ਹੈ ਜਿਸ ਦੇ ਵਿੱਚ ਬਰਮੁੰਡਾ ਟ੍ਰਾਇੰਗਲ ਜਿਹੜਾ ਹੈ ਉਹ ਮੌਜੂਦ ਹੈਗਾ। ਠੀਕ ਹੈ, ਸੋ ਇਸ ਖੇਤਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਰਮੁੰਡਾ ਟ੍ਰਾਇੰਗਲ ਇਸ ਖੇਤਰ ਦੇ ਵਿੱਚ ਪੈਂਦਾ ਹੈਗਾ। ਇਸੇ ਖੇਤਰ ਦੇ ਵਿੱਚ ਹੀ ਜਿਹੜਾ ਹੈ ਟਾਈਟੈਨਿਕ ਜਿਹੜਾ ਹੈ ਸਾਡੇ ਸ਼ਿਪ ਹੈ ਉਹ ਡੁੱਬ ਗਈ ਸੀਗੀ, ਉਹ ਵੀ ਇਸੇ ਦੇ ਵਿੱਚ ਹੀ ਹੈ। ਸਭ ਤੋਂ ਬਿਜੈਸਟ ਜਿਹੜਾ ਹੈ ਸਾਡਾ ਮਹਾਸਾਗਰ ਇਹ ਮੰਨਿਆ ਜਾਂਦਾ ਹੈ, ਕਿਉਂਕਿ ਇਸ ਖੇਤਰ ਦੇ ਵਿੱਚੋਂ ਆ ਯੂਰਪ ਦੀਆਂ ਬੰਦਰਗਾਹਾਂ ਹੋ ਜਾਂਦੀਆਂ ਅਤੇ ਇੱਧਰ ਅਮਰੀਕਾ ਦੀ ਬੰਦਰਗਾਹ ਨਿਊਯਾਰਕ ਹੋ ਜਾਂਦੀ ਹੈ। ਇਹ ਆਪਸ ਦੇ ਵਿੱਚ ਬੜਾ ਵਪਾਰ ਕਰਦੇ ਆ, ਜਿਸ ਦੇ ਕਾਰਨ ਕਰਕੇ ਯੂਰਪ ਅਤੇ ਨਾਰਥ ਅਮਰੀਕਾ ਇਹਦੇ ਵਿੱਚ ਸਭ ਤੋਂ ਵੱਧ ਜਹਾਜ਼ ਚਲਾਉਂਦੇ ਆ, ਸਮਾਨ ਦੀ ਆਵਾਜਾਈ ਕਰਦੇ ਆ, ਇਸ ਕਰਕੇ ਸਭ ਤੋਂ ਬਿਜੈਸਟ ਜਿਹੜਾ ਹੈ ਮਹਾਸਾਗਰ ਹੋ ਜਾਂਦਾ ਹੈਗਾ। ਠੀਕ ਹੈ, ਇਸ ਦੀ ਤਟ ਦੇ ਉੱਪਰ ਬਹੁਤ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਨੇ, ਜਿਵੇਂ ਨਿਊਯਾਰਕ ਵਰਗੇ ਜਿਹੜੇ ਸ਼ਹਿਰ ਨੇਗੇ ਉਹ ਹੈਗੇ ਨੇ ਇਸ ਖੇਤਰ ਦੇ ਵਿੱਚ, ਅਤੇ ਇਸ ਮਹਾਸਾਗਰ ਦਾ ਜਿਹੜਾ ਸਾਈਜ਼ ਹੈਗਾ ਉਹ ਐਸ ਵਰਗਾ ਹੈ। ਠੀਕ ਹੈ, ਐਸ ਸ਼ੇਪਡ ਮਹਾਸਾਗਰ ਕਿਹੜਾ ਹੈ, ਸੋ ਇਹ ਵੀ ਕਹਿ ਦਿੰਦੇ ਹੈਗੇ, ਪੁੱਛ ਲੈਂਦੇ ਹੁੰਦੇ ਆ। ਨੈਕਸਟ ਹੈ ਜੀ ਤੀਸਰਾ ਮਹਾਸਾਗਰ ਹਿੰਦ ਮਹਾਸਾਗਰ। ਓਕੇ, ਹਿੰਦ ਮਹਾਸਾਗਰ ਇੱਕੋ ਇੱਕ ਇਹੋ ਜਿਹਾ ਮਹਾਸਾਗਰ ਹੈ ਜਿਹੜਾ ਕਿ ਕਿਸੇ ਦੇਸ਼ ਦੇ ਨਾਮ ਦੇ ਉੱਪਰ ਨਾਮ ਰੱਖਿਆ ਗਿਆ ਹੈ। ਹਿੰਦੁਸਤਾਨ ਦੇ ਨਾਮ ਦੇ ਉੱਪਰ ਇਸ ਨੂੰ ਹਿੰਦ ਮਹਾਸਾਗਰ ਕਹਿ ਦਿੱਤਾ ਜਾਂਦਾ ਹੈਗਾ ਗਾ। ਹਿੰਦ ਮਹਾਸਾਗਰ 3 ਮਹਾਂਦੀਪਾਂ ਦੇ ਦੁਆਰਾ ਘਿਰਿਆ ਹੋਇਆ ਹੈਗਾ ਗਾ, ਜਿਹਦੇ ਵਿੱਚ ਉੱਤਰ ਦੇ ਵਿੱਚ ਸਾਡਾ ਏਸ਼ੀਆ ਜਾਂਦਾ ਹੈ ਤੇ ਭਾਰਤ ਦੀ ਬਾਉਂਡਰੀ ਬਿਲਕੁਲ ਇਹਦੇ ਨਾਲ ਲੱਗਦੀ ਹੈਗੀ। ਪੱਛਮ ਦੇ ਵਿੱਚ ਇਸ ਦੇ ਵਿੱਚ ਅਫਰੀਕਾ ਮਹਾਂਦੀਪ ਆ ਜਾਂਦਾ ਹੈਗਾ ਗਾ, ਅਤੇ ਪੂਰਬ ਦੇ ਵਿੱਚ ਇਸ ਦੇ ਨਾਲ ਆਸਟ੍ਰੇਲੀਆ ਜਿਹੜਾ ਹੈ ਉਹ ਟੱਚ ਕਰਦਾ ਹੈ। ਸੋ ਇਹ ਸਾਰਾ ਦਾ ਸਾਰਾ ਖੇਤਰ ਜਿਹੜਾ ਹੈ ਫਿਰ ਇੰਡੀਅਨ ਓਸ਼ਨ ਦਾ ਕਹਾਉਂਦਾ ਹੈਗਾ, ਜਿਹਦੇ ਨਾਲ ਕੁੱਲ 3 ਮਹਾਦੀਪ ਲੱਗ ਜਾਂਦੇ ਹੈਗੇ ਨੇਗੇ। ਓਕੇ, ਚੌਥਾ ਮਹਾਸਾਗਰ ਹੈ ਜੀ ਦੱਖਣੀ ਮਹਾਸਾਗਰ, ਜਿਹਨੂੰ ਸਦਰਨ ਓਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਸੋ ਅੰਧ ਮਹਾਸਾਗਰ, ਸ਼ਾਂਤ ਮਹਾਸਾਗਰ ਤੇ ਹਿੰਦ ਮਹਾਸਾਗਰ ਇਹ ਦੱਖਣੀ ਅਰਧ ਗੋਲੇ ਦੇ ਵਿੱਚ 3 ਇਕੱਠੇ ਮਿਲ ਜਾਂਦੇ ਹੈਗੇ ਆ, ਤੇ ਇਹਨਾਂ ਦੇ ਇਕੱਠੇ ਮਿਲੇ ਰੂਪ ਨੂੰ ਜਿਹੜਾ ਹੈਗਾ ਸਦਰਨ ਓਸ਼ਨ ਕਹਿ ਦਿੰਦੇ ਹੈਗੇ। ਆ ਗਿਆ ਅਟਲਾਂਟਿਕ ਓਸ਼ਨ, ਆ ਗਿਆ ਇੰਡੀਅਨ ਓਸ਼ਨ, ਆ ਗਿਆ ਸਾਡਾ ਪੈਸੀਫਿਕ ਓਸ਼ਨ। ਇਹ ਤਿੰਨੋਂ ਮਿਲ ਕੇ ਇੱਕ ਵੱਖਰਾ ਖੇਤਰ ਬਣਾਉਂਦੇ ਆ, ਜਿਹੜਾ ਕਿ ਅੰਟਾਰਕਟਿਕਾ ਕੰਟੀਨੈਂਟ ਦੇ ਚਾਰੋਂ ਤਰਫ ਪਾਣੀ ਦੇ ਨਾਲ ਘਿਰਿਆ ਹੋਇਆ। ਇਹ ਜ਼ਿਆਦਾਤਰ ਬਰਫ਼ ਦੇ ਨਾਲ ਹੀ ਢਕਿਆ ਹੋਇਆ ਹੈਗਾ। ਸੋ ਇਸ ਖੇਤਰ ਨੂੰ ਕਈ ਵਾਰ ਓਸ਼ਨ ਦੇ ਵਿੱਚ ਅਕਾਊਂਟ ਵੀ ਨਹੀਂ ਕਰਦੇ, ਮੀਨਜ਼ ਕਈ ਵਾਰ 4 ਹੀ ਮੰਨ ਲੈਂਦੇ ਆ, ਬਟ ਇਹ ਖੇਤਰ ਜਿਹੜਾ ਇਹਦੇ ਵਿੱਚ ਐਡ ਕੀਤਾ ਜਾਂਦਾ ਹੈਗਾ। ਓਕੇ, ਸੋ ਇਹ ਵਿਸ਼ਾਲ ਮਹਾਸਾਗਰ ਹੈਗਾ ਜਿਸ ਨੂੰ ਕਿ ਦੱਖਣੀ ਮਹਾਸਾਗਰ ਦੇ ਨਾਮ ਨਾਲ ਜਾਣਦੇ ਹੈਗੇ ਆ, ਯਾਨੀ ਕਿ ਸਦਰਨ ਪੋਲ ਦੇ ਉੱਪਰ ਇਹ ਸਥਿਤ ਹੈਗਾ। ਓਕੇ, ਦੱਖਣੀ ਮਹਾਸਾਗਰ ਜਿਹੜਾ ਹੈ ਇਹ ਅੰਟਾਰਕਟਿਕਾ ਮਹਾਂ ਨੂੰ ਚਾਰੇ ਪਾਸੇ ਤੋਂ ਘੇਰਦਾ ਹੈਗਾ, ਤੇ ਇਹਦੇ ਵਿੱਚ ਆਪਾਂ ਪਹਿਲਾਂ ਪੜ੍ਹਿਆ ਹੈ ਕਿ ਸਾਇੰਸ ਨੂੰ ਸਮਰਪਿਤ ਜਿਹੜਾ ਖੇਤਰ ਹੈਗਾ, ਬਰਫ਼ ਦੇ ਨਾਲ ਢਕਿਆ ਰਹਿੰਦਾ ਹੈ ਸਾਰਾ ਖੇਤਰ ਹਮੇਸ਼ਾ। ਨੈਕਸਟ ਹੈ ਜੀ ਲਾਸਟ ਸਾਡੇ ਕੋਲੇ ਆਰਕਟਿਕ ਮਹਾਸਾਗਰ। ਸੋ ਆਰਕਟਿਕ ਮਹਾਸਾਗਰ ਜਿਹੜਾ ਹੈਗਾ ਇਹ ਪੈਂਦਾ ਹੈ ਜੀ ਉੱਤਰੀ ਧਰੁਵ ਦੇ ਉੱਪਰ। ਆਰਕਟਿਕ ਮਹਾਸਾਗਰ ਪੈਂਦਾ ਹੈ ਉੱਤਰੀ ਧਰੁਵ ਦੇ ਉੱਪਰ। ਧਿਆਨ ਨਾਲ ਸਮਝਿਓ ਕਿ ਜਿਹੜਾ ਸਾਡਾ ਦੱਖਣੀ ਮਹਾਸਾਗਰ ਹੈ ਉਹ ਪਾਣੀਆਂ ਦੇ ਨਾਲ ਘਿਰਿਆ ਹੋਇਆ ਸੀਗਾ। ਬੈਕ ਚੱਲਦੇ ਇੱਕ ਵਾਰੀ ਆਪਾਂ ਸਮਝ ਲਈਏ, ਜਿਹੜਾ ਸਾਡੇ ਕੋਲ ਦੱਖਣੀ ਮਹਾਸਾਗਰ ਹੈ ਸਾਰਾ ਚਾਰੇ ਪਾਸੇ ਤੋਂ ਪਾਣੀ ਦੇ ਨਾਲ ਘਿਰਿਆ, ਸਦਰਨ ਪੋਲ ਦੇ ਉੱਪਰ ਪੈਂਦਾ ਹੈਗਾ। ਦੂਸਰੀ ਸਾਈਡ ਤੇ ਆਪਾਂ ਜਦੋਂ ਗੱਲ ਕਰਦੇ ਹੈਗੇ ਆ ਆਰਕਟਿਕ ਮਹਾਸਾਗਰ ਦੀ, ਤਾਂ ਇਹ ਇੱਕ ਇਹੋ ਜਿਹਾ ਮਹਾਸਾਗਰ ਹੈ ਜਿਹੜਾ ਉੱਤਰੀ ਧਰੁਵ ਦੇ ਉੱਪਰ ਹੈ। ਇਹ ਵੀ ਬਰਫ਼ ਦੇ ਨਾਲ ਢਕਿਆ ਹੈ, ਪਰ ਇਹਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹਨੂੰ ਘੇਰਿਆ ਹੋਇਆ ਹੈਗਾ ਮਹਾਦੀਪਾਂ ਨੇ ਚਾਰੇ ਪਾਸੇ ਤੋਂ। ਸਪੈਸ਼ਲ ਹੈ ਇਹਦੇ ਵਿੱਚ। ਠੀਕ ਹੈ, ਇਹ ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ ਹੈਗਾ, ਅਤੇ ਇਸ ਨੇ ਉੱਤਰੀ ਧਰੁਵ ਦੇ ਵਿੱਚ ਆਪਣਾ ਸਥਾਨ ਜਿਹੜਾ ਉਹ ਬਣਾਇਆ ਹੋਇਆ ਹੈਗਾ, ਬਿਲਕੁਲ ਨਾਰਥ ਪੋਲ ਦੇ ਉੱਪਰ ਸਥਿਤ ਹੈਗਾ। ਔਰ ਇਹ ਇੱਕ ਤੰਗ ਪਾਣੀ ਦੀ ਪੱਟੀ ਦੇ ਵਿਸਤਾਰ ਹੈ ਜਿਸ ਨੂੰ ਕਿ ਬੈਰਿੰਗ ਸਟ੍ਰੇਟ ਕਹਿੰਦੇ ਹੈਗੇ, ਉਸ ਨੂੰ ਆਖਦੇ ਹੈਗੇ, ਤੇ ਉਸ ਦੇ ਨਾਲ ਇਹ ਸ਼ਾਂਤ ਮਹਾਸਾਗਰ ਦੇ ਨਾਲ ਜੁੜਿਆ ਹੋਇਆ। ਬਾਕੀ ਸਾਰਾ ਦਾ ਸਾਰਾ ਖੇਤਰ ਜਿਹੜਾ ਹੈ ਇਸ ਦਾ ਤਕਰੀਬਨ ਆਈਲੈਂਡਾਂ ਦੇ ਨਾਲ ਜਾਂ ਫਿਰ ਮਹਾਂਦੀਪਾਂ ਦੇ ਨਾਲ ਘਿਰਿਆ ਹੋਇਆ ਆ ਖੇਤਰ ਹੈ ਬੈਰਿੰਗ ਸਟ੍ਰੇਟ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਇੱਥੋਂ ਇਹ ਜਿਹੜਾ ਹੈ ਜੁੜਦਾ ਹੈਗਾ ਜੀ ਸ਼ਾਂਤ ਮਹਾਸਾਗਰ ਦੇ ਨਾਲ। ਇੱਧਰ ਪੈਸੀਫਿਕ ਓਸ਼ਨ ਪੈ ਜਾਂਦਾ ਹੈ, ਸੋ ਉਸ ਦੇ ਨਾਲ ਇਹ ਅਟੈਚ ਹੁੰਦਾ ਹੈਗਾ। ਓਕੇ, ਇਹ ਰੂਸ, ਸਕੈਂਡੀਨੇਵੀਆ, ਗ੍ਰੀਨਲੈਂਡ ਤੇ ਕੈਨੇਡਾ ਦੇ ਨਾਲ ਲੱਗਦਾ ਹੈਗਾ। ਓਕੇ, ਆ ਗ੍ਰੀਨਲੈਂਡ ਆ ਜਾਂਦਾ ਹੈ ਜੀ। ਓਕੇ, ਇੱਧਰਲੀ ਸਾਈਡ ਦੇ ਉੱਪਰ ਤੁਸੀਂ ਦੇਖ ਸਕਦੇ ਹੈਗੇ ਹੋਗੇ ਗ੍ਰੀਨਲੈਂਡ ਆ ਗਿਆ ਹੈਗਾ। ਆਹ ਇਸ ਤੋਂ ਇਲਾਵਾ ਆਪਣੇ ਕੋਲ ਸੀਗਾ ਯੂਰਪ ਦੇ ਖੇਤਰ ਆ ਜਾਂਦੇ ਹੈਗੇ ਅੱਗੇ। ਓਕੇ, ਕੈਨੇਡਾ ਦਾ ਖੇਤਰ ਹੋ ਗਿਆ ਇਸ ਦੇ ਨਾਲ ਲੱਗਦਾ ਹੈਗਾ, ਅਲਾਸਕਾ ਦਾ ਖੇਤਰ ਲੱਗਦਾ ਹੈ, ਅਤੇ ਏਸ਼ੀਆ ਦਾ ਵੀ ਕੁਝ ਖੇਤਰ ਇਸ ਦੇ ਨਾਲ ਅਟੈਚ ਹੁੰਦਾ ਹੈਗਾ, ਅਤੇ ਨਾਲ ਹੀ ਆ ਰੂਸ ਵਾਲਾ ਖੇਤਰ ਇਹਦੇ ਨਾਲ ਜੁੜਦਾ ਹੈ। ਠੀਕ ਹੈ, ਰਸ਼ੀਅਨ ਫੈਡਰੇਸ਼ਨ ਜਿਹੜਾ ਹੈ ਇਸ ਦੇ ਨਾਲ ਜੁੜਦਾ ਹੈ। ਇਹ ਪੈਂਦਾ ਹੈ ਉੱਤਰ ਦੇ ਵਿੱਚ। ਆਰਕਟਿਕ ਮਹਾਸਾਗਰ ਸਾਲ ਦੇ ਵਿੱਚ ਜ਼ਿਆਦਾਤਰ ਬਰਫ਼ ਦੇ ਨਾਲ ਢਕਿਆ ਰਹਿੰਦਾ, ਇਸ ਕਰਕੇ ਇਹ ਵੀ ਬਰਫ਼ ਦੇ ਨਾਲ ਹੀ ਬਣਿਆ ਰਹਿੰਦਾ ਹਮੇਸ਼ਾ। 2 ਪ੍ਰਮੁੱਖ ਨੇਗੇ। ਠੀਕ ਹੈ, ਨੈਕਸਟ ਹੈ ਜੀ ਅਗਲੇ ਆਪਣੇ ਕੋਲ ਵਾਯੂਮੰਡਲ, ਐਟਮੋਸਫੀਅਰ।
ਅੱਛਾ, ਇਹ ਆਪਣੇ ਕੋਲ ਕੱਲੇ भी ਆਉਣਗੇ, ਇਹ नहीं है कि मैं इदां ही करूँगा, ਇਹਨੂੰ ਕੱਲੇ ਨੂੰ भी डिस्कस करांगे विद द मैप, ਤਾਂ ਕਿ ਤੁਸੀਂ ਹਰ ਇੱਕ ਪੁਆਇੰਟ ਨੂੰ ਬੜੇ ਬਰੀਕੀ ਦੇ ਨਾਲ ਸਮਝ ਸਕੋ। ਉਹ ਤੁਹਾਨੂੰ ਐਪ ਦੇ ਉੱਪਰ ਹੀ ਮਿਲੇਗਾ। ਓਕੇ, ਵਾਯੂਮੰਡਲ, ਐਟਮੋਸਫੇਅਰ। ਵਾਯੂਮੰਡਲ ਜਾਂ ਐਟਮੋਸਫੇਅਰ ਕੀ ਹੈ? ਇਹ ਜੁੜਿਆ ਹੁੰਦਾ ਹੈ ਵਾਯੂ ਮਤਲਬ ਹਵਾ। ਸੋ ਹਵਾ ਨੇ ਧਰਤੀ ਨੂੰ ਇੱਕ ਗਲਾਫ ਦੀ ਤਰ੍ਹਾਂ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ। ਇਸੇ ਘਿਰੇ ਹੋਏ ਪ੍ਰਕਿਰਿਆ ਨੂੰ ਜਾਂ ਇਸੇ ਘਿਰੇ ਹੋਏ ਖੇਤਰ ਨੂੰ ਧਰਤੀ ਦੇ ਚਾਰੇ ਪਾਸੋਂ ਜਿਹੜਾ ਹਵਾ ਦੇ ਨਾਲ ਘਿਰਿਆ ਹੈ ਉਹਨੂੰ ਕਹਿੰਦੇ ਆ ਵਾਯੂਮੰਡਲ ਜਾਂ ਐਟਮੋਸਫੇਅਰ। ਇਹ ਧਰਤੀ ਦੇ ਉੱਪਰ ਸਭ ਤੋਂ ਮਹੱਤਵਪੂਰਨ ਮੰਡਲ ਹੈ, ਕਿਉਂਕਿ ਇਹਦੇ ਨਾਲ ਸਾਰਾ ਜੀਵ ਮੰਡਲ ਚੱਲਦਾ ਹੈ। ਇਹਦੇ ਵਿੱਚ ਬਹੁਤ ਸਾਰੀਆਂ ਗੈਸਾਂ ਨੇ ਜੋ ਮਨੁੱਖ ਦੇ ਜਾਂ ਜੀਵ ਜੰਤੂਆਂ ਦੇ ਰਹਿਣ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੀਆਂ ਨੇ। ਅਤੇ ਵਾਯੂਮੰਡਲ ਜਿਹੜਾ ਹੈ ਉਹ ਧਰਤੀ ਦੀ ਸਤ੍ਹਾ ਤੋਂ ਲਗਭਗ 1600 ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੈ। ਉਨੇ ਖੇਤਰ ਦੇ ਵਿੱਚ ਵੱਖਰੀਆਂ ਵੱਖਰੀਆਂ ਗੈਸਾਂ ਸਾਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ। ਵਾਯੂਮੰਡਲ ਦੇ ਵਿੱਚ ਕੁਝ ਪ੍ਰਮੁੱਖ ਗੈਸਾਂ ਨੇ ਜਿਨ੍ਹਾਂ ਦੀ ਮਾਤਰਾ ਅਕਸਰ ਪੇਪਰ ਦੇ ਵਿੱਚ ਪੁੱਛ ਲਈ ਜਾਂਦੀ ਹੈ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਹੈ ਨਾਈਟ੍ਰੋਜਨ, ਜੋ ਕਿ ਸਾਡੇ ਐਟਮੋਸਫੇਅਰ ਦੇ ਵਿੱਚ ਸਭ ਤੋਂ ਅਧਿਕ ਮਿਲਦੀ ਹੈਗੀ। ਇਹ ਹੈ 78.84%। ਪੇਪਰ ਦੇ ਵਿੱਚ ਕਈ ਵਾਰ 79% ਵੀ ਆ ਜਾਂਦਾ, 80% ਵੀ ਆ ਜਾਂਦਾ, ਬਟ ਐਗਜ਼ੈਕਟ ਜਿਹੜੀ ਇਹਦੀ ਮਾਤਰਾ ਹੈ ਉਹ 78.84% ਹੈ। 78.84% ਹੈ। ਜਿਹੜੀ ਨਾਈਟ੍ਰੋਜਨ ਹੈ ਇਹ ਸੰਜੀਵ, ਯਾਨੀ ਕਿ ਜਿਹੜੇ ਵੀ ਜੀਵ ਜੰਤੂ ਹੈਗੇ, ਪੇੜ ਪੌਦੇ ਹੈਗੇ ਆ, ਉਹਨਾਂ ਦੇ ਵਧਣ ਫੁੱਲਣ ਦੇ ਵਿੱਚ ਸਹਾਇਤਾ ਕਰਦੀ ਹੈਗੀ ਆ। ਇਹ ਸਪੈਸ਼ਲੀ ਯਾਦ ਰੱਖਣਾ ਹੈ। ਦੂਸਰੀ ਪ੍ਰਮੁੱਖ ਗੈਸ ਹੈ ਜੀ ਐਟਮੋਸਫੇਅਰ ਦੇ ਵਿੱਚ ਦੂਸਰੀ ਮਾਤਰਾ ਦੇ ਵਿੱਚ ਆਉਂਦੀ ਹੈ ਜਿਹੜੀ ਆਕਸੀਜਨ ਹੈ, ਜਿਹੜੀ ਕਿ 21.94% ਹੈ, ਜਿਹੜੀ ਕਿ 21.94% ਹੈ। ਇਹ ਜੀਵ ਜੰਤੂਆਂ ਦੀ ਸਾਹ ਰਾਹੀਂ ਆਕਸੀਜਨ ਲੈਂਦੇ ਹੈਗੇ, ਜਿਹੜੇ ਉਹਨਾਂ ਦੇ ਲਈ ਜ਼ਰੂਰੀ ਹੈ, ਕਿਉਂਕਿ ਮਨੁੱਖ ਵੀ ਆਕਸੀਜਨ ਲੈਂਦਾ ਹੈ ਤਾਂ ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ, ਕਿਉਂਕਿ ਸਾਨੂੰ ਜਿਉਂਦੇ ਰੱਖਣ ਦੇ ਵਿੱਚ ਇਹਦਾ ਯੋਗਦਾਨ ਪਾਉਂਦੀ ਹੈਗੀ ਆ। ਤੀਸਰੀ ਹੈ ਜੀ ਸਾਡੇ ਕੋਲ ਪ੍ਰਮੁੱਖ ਗੈਸ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਜਿਹੜੀ ਹੈ ਇਹ 0.35% ਹੈਗੀ ਆ ਜੀ, 0.35% ਹੈ, ਜਿਹੜੀ ਕਿ ਪਾਣੀ ਪੌਦਿਆਂ ਦੇ ਵਧਣ ਫੁੱਲਣ ਦੇ ਵਿੱਚ ਸਹਾਈ ਹੁੰਦੀ ਹੈਗੀ। ਓਕੇ, ਲਾਸਟ ਹੈ ਸਾਡੇ ਕੋਲ ਪ੍ਰਮੁੱਖ ਗੈਸ, ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਨੇ, ਬਟ ਮੈਂ ਪ੍ਰਮੁੱਖ 6ਵੀਂ ਲੈਵਲ ਦੇ ਉੱਪਰ ਤੁਹਾਨੂੰ ਇਹ ਮੈਂਸ਼ਨ ਕੀਤੀਆਂ। ਇਹ ਹੈ ਜੀ ਆਰਗਨ, ਜਿਹੜੀ ਕਿ 0.934% ਹੈਗੀ। ਇਹ ਅਸਲ ਦੇ ਵਿੱਚ ਤੀਜੇ ਨੰਬਰ ਦੇ ਉੱਪਰ ਆਉਂਦੀ ਹੈ। ਕਾਰਬਨ ਡਾਈਆਕਸਾਈਡ ਇਸ ਤੋਂ ਵੀ ਨੀਚੇ ਆਉਂਦੀ ਹੈਗੀ। ਓਕੇ, ਹਾਂਜੀ, ਇਹ ਸੀਗਾ ਸਾਡਾ ਐਟਮੋਸਫੇਅਰ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧਰਤੀ ਦੀ ਆਹ ਇੱਕ ਪਿਕਚਰ ਹੈ, ਜਿਹਦੇ ਦੁਆਰੇ ਸਾਰਾ ਬਲੂ ਕਲਰ ਦਾ ਤੁਹਾਨੂੰ ਇੱਕ ਸਰਕਲ ਜਾਂ ਰਿੰਗ ਦਿਖਾਈ ਦੇ ਰਹੀ ਹੈ। ਇਹ ਰਿੰਗ ਜਿਹੜੀ ਹੈ ਇਹ ਗੈਸਾਂ ਦਾ ਬਣਿਆ ਹੋਇਆ ਇੱਕ ਪਰਤ ਹੈ, ਜਿਹੜੀ ਕਿ ਸਾਡੀ ਧਰਤੀ ਦੇ ਚਾਰੋਂ ਤਰਫ ਬਣੀ ਹੋਈ ਹੈਗੀ। ਇਹ ਬਲੂ ਲਾਈਨ ਉਹੀ ਬਲੂ ਲਾਈਨ ਹੈ ਜਿਹਦੇ ਕਾਰਨ ਕਰਕੇ ਸਾਨੂੰ ਆਕਾਸ਼ ਜਿਹੜਾ ਹੈ ਨੀਲੇ ਰੰਗ ਦਾ ਦਿਖਾਈ ਦਿੰਦਾ, ਤੇ ਸਾਡਾ ਪਾਣੀ ਜਿਹੜਾ ਧਰਤੀ ਦੇ ਉੱਪਰ ਜਿਹੜਾ ਅਸੀਂ ਮੈਪ ਦੇ ਉੱਪਰ ਦੇਖਦੇ ਹਾਂ ਉਹ ਬਲੂ ਕਲਰ ਦਾ ਦਿਖਾਈ ਦਿੰਦਾ। ਉਹਦਾ ਰੀਜ਼ਨ ਇਹੀ ਹੈ ਕਿ ਇਹ ਗੈਸ ਜਿਹੜੀਆਂ ਨੇ ਧਰਤੀ ਦੇ ਦੁਆਲੇ ਇੱਕ ਗਲਾਫ ਬਣਾਉਂਦੀਆਂ ਨੇ, ਜਿਹਦੇ ਵਿੱਚ ਮਿੱਟੀ, ਧੂੜ ਕਣ, ਪਾਣੀ ਵਗੈਰਾ ਸ਼ਾਮਲ ਹੁੰਦਾ ਤੇ ਇੱਕ ਬਲੂ ਕਲਰ ਕ੍ਰੀਏਟ ਕਰਦੀ ਹੈ, ਜਿਹਦੇ ਕਾਰਨ ਕਰਕੇ ਸਾਨੂੰ ਧਰਤੀ ਤੋਂ ਆਸਮਾਨ ਬਲੂ ਕਲਰ ਦਾ ਦਿਖਾਈ ਦਿੰਦਾ ਹੈ। ਅਤੇ ਜਦੋਂ ਅਸੀਂ ਆਸਮਾਨ ਕ੍ਰੋਸ ਕਰ ਦਿੰਦੇ ਹਾਂ ਉਸ ਤੋਂ ਬਾਅਦ ਸਾਡੀ ਧਰਤੀ ਦਾ ਕੁਝ ਕਲਰ, ਖਾਸ ਤੌਰ 'ਤੇ ਪਾਣੀ ਵਾਲਾ ਖੇਤਰ ਬਲੂ ਕਲਰ ਦਿਖਾਈ ਦਿੰਦਾ, ਉਹ ਇਹਦੇ ਕਾਰਨ ਕਰਕੇ ਹੈ। ਓਕੇ, ਇਹ ਹੈ ਵਾਯੂਮੰਡਲ ਜਾਂ ਐਟਮੋਸਫੇਅਰ। ਨੈਕਸਟ ਹੈ ਜੀ ਅਗਲਾ ਜੀਵ ਮੰਡਲ, ਜਿਹਨੂੰ ਕਹਿੰਦੇ ਆ ਬਾਇਓਸਫੀਅਰ। ਸੋ ਬਾਇਓਸਫੀਅਰ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਸਾਡੇ ਜੀਵ ਜੰਤੂਆਂ ਨੂੰ, ਪੇੜ ਪੌਦਿਆਂ ਨੂੰ ਅਤੇ ਮਨੁੱਖ ਨੂੰ ਜਿਉਂਦੇ ਰੱਖਣ ਦੇ ਵਿੱਚ, ਕਿਉਂਕਿ ਇਹ ਧਰਤੀ ਦੇ ਤਿੰਨੋਂ ਮੰਡਲ ਜਿਵੇਂ ਕਿ ਥਲ ਮੰਡਲ, ਜਲ ਮੰਡਲ, ਹਵਾ ਮੰਡਲ ਦੇ ਇੱਕ ਦੂਜੇ ਦੇ ਨਾਲ ਜਿਹੜਾ ਹੈ ਸੰਪਰਕ ਬਣਾਉਂਦਾ ਹੈ, ਜਿਹਦੇ ਆਧਾਰ ਦੇ ਉੱਪਰ ਜਿਹੜਾ ਹੈ ਸਾਰਾ ਸਟਰਕਚਰ ਚੱਲਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਐਟਮੋਸਫੀਅਰ ਏਅਰ ਪ੍ਰੋਵਾਈਡ ਕਰਦਾ ਹੈ, ਹਾਈਡਰੋਸਫੀਅਰ ਵਾਟਰ ਪ੍ਰੋਵਾਈਡ ਕਰਦਾ ਹੈ, ਲਿਥੋਸਫੀਅਰ ਜਿਹੜਾ ਹੈ ਅਰਥ ਪ੍ਰੋਵਾਈਡ ਕਰਦਾ ਹੈ। ਇਹਨਾਂ ਤਿੰਨਾਂ ਦੇ ਸਟਰਕਚਰ ਤੋਂ ਮਿਲ ਕੇ ਬਣਿਆ ਹੋਇਆ ਹੈ ਬਾਇਓਸਫੀਅਰ, ਜਿਹਨੂੰ ਕਹਿੰਦੇ ਜੀਵ ਮੰਡਲ। ਜੀਵ ਮਤਲਬ ਉਹ ਖੇਤਰ ਜਿੱਥੇ ਮਨੁੱਖ, ਪੇੜ ਪੌਦੇ, ਕੀਟ, ਜੀਵ ਜੰਤੂ ਇਹ ਜਿਉਂਦੇ ਰਹਿੰਦੇ ਹੈਗੇ ਅਤੇ ਆਪਣਾ ਜੀਵਨ ਬਤੀਤ ਕਰਦੇ ਆ, ਉਹਨੂੰ ਕਹਿੰਦੇ ਆ ਬਾਇਓਸਫੀਅਰ ਜਾਂ ਜੀਵ। ਓਕੇ, ਇਹ ਤਿੰਨਾਂ ਤੋਂ ਮਿਲ ਕੇ ਬਣਦਾ ਹੈਗਾ। ਇਸੇ ਕਾਰਨ ਕਰਕੇ ਇਸ ਨੂੰ ਕਈ ਵਾਰ ਜੀਵਨ ਪੱਟੀ ਵੀ ਕਹਿ ਦਿੰਦੇ ਹੈਗੇ। ਠੀਕ ਹੈ, ਲਾਈਫ ਜਿਹੜਾ ਲੇਅਰ ਵੀ ਕਹਿ ਦਿੰਦੇ, ਕਿਉਂਕਿ ਇਸ ਦੇ ਵਿੱਚ ਜੀਵਨ ਸੰਭਵ ਹੈ। ਜੇ ਤਿੰਨੋਂ ਚੀਜ਼ਾਂ ਤੋਂ ਮਿਲ ਕੇ ਬਣਿਆ ਤਾਂ ਹੀ ਜੀਵਨ ਸੰਭਵ ਹੈ, ਜੇਕਰ ਅਜਿਹਾ ਨਾ ਹੁੰਦਾ ਤਾਂ ਜਿਹੜਾ ਜੀਵਨ ਆ ਉਹ ਪੋਸੀਬਲ ਨਹੀਂ ਹੋਣਾ ਸੀਗਾ। ਓਕੇ, ਇਹ ਸੀਗਾ ਆਪਣੀ 6ਵੀਂ ਕਲਾਸ ਦਾ ਚੈਪਟਰ, ਜਿਸ ਦੇ ਵਿੱਚ ਆਪਾਂ ਧਰਤੀ ਦੇ ਪਰਿਮੰਡਲਾਂ ਦੇ ਬਾਰੇ ਪੜ੍ਹਿਆ ਹੈ। ਬੇਸਿਕ ਦੀਆਂ ਚੀਜ਼ਾਂ ਸਮਝੀਆਂ ਨੇ ਕਿ ਅਸਲ ਦੇ ਵਿੱਚ ਧਰਤੀ ਦੇ ਉੱਪਰ ਕਿਹੜੀ ਚੀਜ਼ ਕਿੱਥੇ ਹੈ ਅਤੇ ਉਹਨੂੰ ਕਿਉਂ ਇਹ ਨਾਮ ਦਿੱਤਾ ਹੋਇਆ, ਕਿੰਨੀਆਂ ਚੀਜ਼ਾਂ ਹੈਗੀਆਂ ਨੇ, ਕਿੰਨੇ ਸਮੁੰਦਰ ਹੈਗੇ ਨੇ, ਕਿੰਨੇ ਸਾਡੇ ਕੋਲੇ ਜਿਹੜੇ ਥਲਲੈਂਡ ਹੈਗੇ ਨੇਗੇ, ਜਿਹਨੂੰ ਮਹਾਂਦੀਪ ਕਹਿ ਦਿੰਦੇ ਹੈਗੇ, ਉਹ ਸਾਰੇ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦਾ ਤੁਹਾਡੇ ਲਈ ਸਾਰਿਆਂ ਲਈ ਸੈਸ਼ਨ ਬਹੁਤ ਜ਼ਿਆਦਾ ਹੈਲਪਫੁਲ ਰਿਹਾ ਹੋਊਗਾ। ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਜਿਹੜੇ ਸਟੂਡੈਂਟ ਨੇ ਉਹ ਆਪਣੇ ਨਾਲ ਇਹਨਾਂ ਕਲਾਸਾਂ ਨੂੰ ਜੁਆਇਨ ਕਰ ਸਕਣ। ਓਕੇ ਜੀ, ਥੈਂਕ ਯੂ ਸੋ ਮਚ।